सत श्री अकाल जी। सत श्री अकाल। हाँ जी हाँ, अज तो पहला पेपर काफी लंबा पे जी, अज तक कोई खास गल नहीं हुई। अज तक पहला पेपर काफी पे जी। हाँ कोई गल नहीं, तुसीं ऑनलाइन ते ना वीडियोस पाईयां होईयां ने। हाँ वो डेट वाइज तुसी देख लेना भी किहड़ी तरीक लिखी हुई है, किहड़ा चैप्टर हैगा ਤੁਹਾਡਾ ਕਿਹੜਾ ਮਿਸ ਹੈ, ਤੁਸੀਂ ਉਹ ਵੀਡੀਓ ਦੇਖ ਲੈਣਾ। ਠੀਕ ਹੈ। हाँ डेट वाइज ਕਿਹੜਾ ਦਿਨ ਤੁਸੀਂ ਤੁਹਾਡੀ ਮਿਸ ਡੇਟ ਤੁਹਾਡਾ ਦਿਨ ਕਿਹੜਾ ਮਿਸ ਹੋਇਆ ਨਾ, ਉਹ ਐਸ ਪਰ ਡੇਟ ਤੁਸੀਂ ਉਹੀ ਜਿਹੜਾ ਚੈਪਟਰ ਹੈਗਾ ਦੁਬਾਰਾ ਵੀਡੀਓ ਤੇ ਦੇਖ ਲੈਣਾ। ਜੇ ਕੋਈ ਜ਼ਰੂਰਤ ਪਈ, ਜੇ ਤੁਹਾਨੂੰ ਕੋਈ ਨਾ ਮਿਲਿਆ ਤਾਂ ਸਾਨੂੰ ਦੱਸ ਦੇਣਾ, ਪਰਸਨਲ ਤੁਹਾਡੇ ਦੁਬਾਰਾ ਪਾਵਾਂਗੇ। ਮੈਂ ਬੁੱਕਸ ਲੈਣ ਤੇ ਆਵਾਂ ਜੀ ਤੁਹਾਡੇ ਕੋਲ ਕਿਉਂ? ਬੁੱਕਸ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਮਿਲਦੀਆਂ ਨੇ ਤੇ ਕੋਈ ਗੱਲ ਨਹੀਂ। ਵੈਲਕਮ, ਕਿੱਥੋਂ ਬੋਲ ਰਹੇ ਹੋ? ਫਿਰੋਜ਼ਪੁਰ ਤੋਂ ਬੋਲ ਰਹੇ, ਕੋਈ ਗੱਲ ਨਹੀਂ ਆ ਜਾਓ, ਮੈਂ ਉਹਨਾਂ ਨੂੰ ਫੋਨ ਕਰ ਦਾਂਗਾ, ਤੁਹਾਨੂੰ ਬੁੱਕਸ ਜਿਹੜਾ ਸਹੀ ਤਰੀਕੇ ਨਾਲ ਦੇ ਦਾਂਗੇ, ਜਿਹੜੀਆਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਇੱਥੇ ਪੰਜਾਬੀ ਯੂਨੀਵਰਸਿਟੀ ਦੀ ਨਾ ਮਾਰਕੀਟ ਹੈਗੀ ਹੈ, ਉਹ ਸਾਰੀਆਂ ਲਾਅ ਦੀਆਂ ਰੈਵਨਿਊ ਦੀਆਂ ਬੁੱਕਸ ਸਾਰੇ ਉਹ ਰੱਖਦੇ ਹੈਗੇ। ਠੀਕ ਹੈ। ਹਾਂ ਜਦੋਂ ਵੀ ਆਣਾ ਤੁਸੀਂ ਮੈਨੂੰ ਦੱਸ ਦਿਓ। ਕੀ ਕੌਣ ਬੋਲ ਰਹੇ ਸੀਗੇ? ਮਨਜੀਤ ਸਿੰਘ ਬੋਲ ਰਿਹਾ। ਹਾਂ ਮਨਜੀਤ ਜੀ, ਜਦੋਂ ਤੁਸੀਂ ਆਣਾ ਉਹ ਪਟਿਆਲੇ ਮੈਨੂੰ ਦੱਸ ਦੇਣਾ, ਫਿਰ ਮੈਂ ਉੱਥੇ ਉਹਨਾਂ ਨੂੰ ਕਹਿ ਦਾਂਗਾ ਵੀ ਪ੍ਰੋਪਰ ਤੁਸੀਂ ਜਿਹੜੀਆਂ ਕੰਸਰਨ ਬੁੱਕਸ ਨੇ ਉਹੀ ਦੇਣੀਆਂ। ਕਈ ਵਾਰੀ ਉਹ ਐਕਸਟਰਾ ਬੁੱਕਸ ਵੀ ਤੁਹਾਨੂੰ ਦੇ ਦਿੱਤੇ ਜਾਂਦੀਆਂ ਜਿਹੜੀਆਂ ਕੰਮ ਨਹੀਂ ਆਉਂਦੀਆਂ। ਹਾਂਜੀ ਜਲੰਧਰ ਬਾਰੇ ਤਾਂ ਨਹੀਂ ਮੈਨੂੰ ਪਤਾ ਕਿਹੜੀਆਂ ਮਿਲਦੀਆਂ ਤੇ ਹਾਂ, ਜੇ ਜਲੰਧਰੋਂ ਮਿਲਦੀਆਂ ਤਾਂ ਜਲੰਧਰੋਂ ਲੈ ਲਓ। ਠੀਕ ਹੈ, ਤਦ ਵੀ ਠੀਕ ਹੈ, ਫਿਰ ਤੁਹਾਨੂੰ ਪਟਿਆਲੇ ਡੀ ਦੌਰਾਨ ਦੀ ਕੋਈ ਜ਼ਰੂਰਤ ਨਹੀਂ ਹੈ। हाँ ठीक है, फिर तुसीं उत्थों लै सकदे हो, वो ज़्यादा बैटर तुहाडे नेड़े पैंदा है। ठीक है, जे कोई बुक मैनूं दिखानी होवे तां दिखा सकदे हो किसी वेले भी किहड़ी बुक्स। ओके वेलकम, कोई गल नहीं। मैं ते 201 मेरा चैंबर हैगा डिस्ट्रिक्ट कोर्ट दे विच, मैं उत्थे भी हुन्ना, जां फिर शाम नूं साडा ऑफिस हैगा सैपरेट लीगल ऑफिस, जिहड़ा साडा वकालत दा ऑफिस हैगा, वो साडा हैगा इत्थे यादविंद्रा कलोनी भारत चौक के नेड़े। तुसीं फोन करना पड़ेगा तुहानूं भी किस जगह ते असीं होवांगे, उत्थे तुसीं मिल सकोगे। ठीक है सर। हाँ जी हाँ जी, सत श्री अकाल जी सारिआं नूं। मैं स्पेशली धन्नवाद करांगा डिस्ट्रिक्ट गुरदासपुर वाले। मैं मैनू आवाज नहीं समझ आ रही। हाँ जी मेरे नाल ना तुसी क्लास तो बाद डिस्कस कर लियो बुक्स दे रिगार्डिंग क्लास तो बाद डिस्कस कर लेना प्लीज। ठीक है। हाँ मिथिलेश जी बोल रहे हो? मिथिलेश हाँ, मेरा क्लास तो बाद डिस्कस कर लेना, जो भी तुहानूं जानकारी चाहिए होगी क्लास तो बाद डिस्कस कर लेना। ठीक है। हाँ जी थैंक्स जी सारिआं नूं, गुड मॉर्निंग। तो स्पैशली तौर पर मैं धन्नवाद करांगा गुरदासपुर डिस्ट्रिक्ट के कानूगो पटवारी साहबान। मैनूं कल गुरदासपुर जाने का मौका मिलिਆ ਸੀਗਾ ਤੇ ਇਹਨਾਂ ਨੇ मेरा बहुत ज़्यादा उत्थे रिगार्ड किया ਤੇ ਉੱਥੇ कंसर्न मैं कोई मल्टीनेशनल प्रोजेक्ट बनना ਸੀਗਾ, ਉਹਦੇ रिगार्डिंग मैंने ਉਹਦਾ ओपीनियन देना ਹੁੰਦਾ विजिट करके। ਤੇ ਉਹ हाँ नहीं कंसर्न पर्सन ने कहा, कहते ਸਾਨੂੰ ਤਾਂ ਇੱਕ ਬੰਦਾ ਰੈਵਨਿਊ ਦਾ ਲੱਭਣਾ ਔਖਾ ਹੋ ਜਾਂਦਾ, ਪਰ ਤੁਸੀਂ ਤਾਂ ਉਹਦੇ ਸਾਰੀ ਟੀਮ ही ਤੁਹਾਡੇ ਰਿਗਾਰਡ ਇਕੱਠੀ ਹੋਈ ਖੜੀ ਹੈ। 5-6 ਕਾਨੂੰਗੋ ਬਣੇ ਪਟਵਾਰੀ ਇੱਥੇ ਆਏ ਸੀ ਤਾਂ ਮੈਨੂੰ ਮਿਲਣ ਲਈ ਸਪੈਸ਼ਲ ਤੌਰ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਆਪਾਂ ਅੱਜ ਡਿਸਕਸ ਕਰਾਂਗੇ ਜਿਹੜਾ ਕੱਲ ਪੜਿਆ ਸੀ ਉਹਨੂੰ ਰਿਵਾਈਜ਼ ਕਰਾਂਗੇ। ਜਿਹੜਾ ਕੱਲ ਅਸੀਂ ਪੜਿਆ ਸੀ, ਕੱਲ ਅਸੀਂ ਚੈਪਟਰ ਪੜਿਆ ਸੀ ਕਲੈਕਸ਼ਨ ਆਫ ਰੈਵਨਿਊ, ਲੈਂਡ ਰੈਵਨਿਊ, ਕਲੈਕਸ਼ਨ ਆਫ ਲੈਂਡ ਰੈਵਨਿਊ ਮੇਨ ਚੈਪਟਰ ਸੀਗਾ। ਇਹਦੀ ਜਿਹੜੀ ਸੈਕਸ਼ਨ 67 ਸੀਗਾ ਅਸੀਂ ਉੱਥੋਂ ਡਿਸਕਸ ਕਰਾਂਗੇ। 67 section is very important। 67 section ਕੀ ਕਹਿੰਦੀ ਹੈ? ਇਹਦੇ ਵਿੱਚ ਹੈਗਾ ਪ੍ਰੋਸੈਸ, ਕਿਹੜੇ ਢੰਗ ਤਰੀਕੇ ਨੇ ਤੁਹਾਡੇ ਕੋਲੇ ਰੈਵਨਿਊ ਆਫੀਸਰ ਕੋਲੇ
ਜਦੋਂ ਤੁਸੀਂ ਮਾਮਲਾ ਲੈਂਡਰ ਨੂੰ ਇਕੱਠਾ ਕਰਨਾ ਹੈ। ਜੇ ਕੋਈ ਮਾਮਲਾ ਲੈਂਡਰ ਨੂੰ ਨਹੀਂ ਦਿੰਦਾ ਤਾਂ ਤੁਸੀਂ ਕਿਹੜੇ ਢੰਗ ਤਰੀਕੇ ਅਪਣਾਉਣੇ ਹੈ, ਉਹ ਸੈਕਸ਼ਨ 67 ਹੈ। ਅੱਗੇ ਸੈਕਸ਼ਨ 67 ਦੇ ਵਿੱਚ ਫਰਦਰ ਡਿਟੇਲ ਦਿੱਤੀਆਂ ਗਈਆਂ ਨੇ, ਢੰਗ ਕਿਹੜੇ ਢੰਗ ਹੈਗੇ ਆ, ਉਹਨਾਂ ਢੰਗਾਂ ਨੂੰ ਫਿਰ ਕਿਵੇਂ ਐਗਜ਼ੀਕਿਊਟ ਕਰਨਾ ਹੈ, ਕਿਵੇਂ ਲਾਗੂ ਕਰਨਾ ਹੈ, ਉਹਦੇ ਲਈ ਫਰਦਰ ਸੈਕਸ਼ਨ ਅਲੱਗ-ਅਲੱਗ ਦਿੱਤੇ ਗਏ ਹੈਗੇ ਆ। ਸੈਕਸ਼ਨ 67 ਦੇ ਵਿੱਚ ਹੈਗਾ ਪਹਿਲਾ ਰਿਟ ਆਫ ਡਿਮਾਂਡ। ਰਿਟ ਆਫ ਡਿਮਾਂਡ ਸਭ ਤੋਂ ਪਹਿਲਾਂ ਅਸੀਂ ਨੋਟਿਸ ਭੇਜਣਾ ਹੈ ਬਾਕੀਦਾਰ ਨੂੰ। ਇਹ ਪਾਰਟ ਹੈ ਜੀ ਰਿਟ ਆਫ ਡਿਮਾਂਡ 67A। ਅਸੀਂ ਪੜ੍ਹ ਰਹੇ ਜੀ, ਕੋਈ ਨਵਾਂ ਜੁਆਇਨ ਕੀਤਾ ਹੋਏਗਾ, ਅਸੀਂ ਪੜ੍ਹ ਰਹੇ ਹਾਂ ਲੈਂਡ ਰੈਵਨਿਊ ਐਕਟ 1887 ਚੈਪਟਰ 6 ਸੈਕਸ਼ਨ 67 ਸੈਕਸ਼ਨ 67 ਚੈਪਟਰ 6 ਸੈਕਸ਼ਨ 67 ਪੰਜਾਬ ਲੈਂਡ ਰੈਵਨਿਊ ਐਕਟ 1887। 67 ਦਾ A ਪਾਰਟ ਹੈ ਜੀ, ਕਲਾਸ A। ਇਹ ਕਹਿੰਦੀ ਹੈ ਰਿਟ ਆਫ ਡਿਮਾਂਡ। ਸਭ ਤੋਂ ਪਹਿਲਾਂ ਡਿਫਾਲਟਰ ਨੂੰ ਰੈਵਨਿਊ ਆਫਿਸਰ ਵੱਲੋਂ ਇੱਕ ਨੋਟਿਸ ਭੇਜਿਆ ਜਾਵੇਗਾ ਵੀ ਤੁਹਾਡੇ ਵੱਲ ਇੰਨੀ ਬਕਾਇਆ ਹੈ, ਇੰਨੀ ਰਿਕਵਰੀ ਹੈ। ਇਹਨੂੰ ਅਸੀਂ ਰਿਟ ਆਫ ਡਿਮਾਂਡ ਵੀ ਕਹਿ ਦਿੰਦੇ ਹਾਂ ਤੇ ਨੋਟਿਸ ਵੀ ਕਹਿ ਦਿੰਦੇ ਹਾਂ। ਫਿਰ ਇਹਦੀ ਕਲਾਸ B ਹੈ ਜੀ। ਕਲਾਸ B ਦੇ ਵਿੱਚ ਕੀ ਹੈ, ਅਰੈਸਟ ਐਂਡ ਡਿਟੈਂਸ਼ਨ ਆਫ ਦਾ ਪਰਸਨ। ਕਿਸੇ ਵੀ ਵਿਅਕਤੀ ਨੂੰ ਜਿਹੜਾ ਮਾਮਲਾ ਅਦਾ ਨਹੀਂ ਕਰਦਾ ਜਾਂ ਡਿਫਾਲਟਰ ਹੈਗਾ, ਉਹਨੂੰ ਕਲਾਸ B ਦੇ ਤਹਿਤ ਅਸੀਂ ਬਿਠਾ ਵੀ ਸਕਦੇ ਹਾਂ ਫੜ ਕੇ ਆਪਣੇ ਜੁਰਿਸਡਿਕਸ਼ਨ ਦੇ ਵਿੱਚ, ਜਾਂ ਉਸਨੂੰ ਡਿਟੇਨ ਵੀ ਕੀਤਾ ਜਾ ਸਕਦਾ ਤੇ ਉਹਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ। ਡਿਟੇਨ ਦਾ ਮਤਲਬ ਇਹ ਹੈ ਵੀ ਤੁਸੀਂ ਉਹਨੂੰ ਸਵੇਰੇ ਬੁਲਾਇਆ, ਸ਼ਾਮ ਤੱਕ ਬਿਠਾਈ ਰੱਖਿਆ ਤੇ ਚਲਾ ਜਾ, ਕੱਲ ਨੂੰ ਫਿਰ ਆਈ, ਫਿਰ ਸ਼ਾਮ ਤੱਕ ਬਿਠਾ ਕੇ ਰੱਖਿਆ, ਇਹਨੂੰ ਕਹਾਂਗੇ ਅਸੀਂ ਡਿਟੇਨ ਕਰਕੇ ਰੱਖਣਾ। ਅਰੈਸਟ, ਤੁਸੀਂ ਉਹਨੂੰ ਅਰੈਸਟ ਵੀ ਕਰਕੇ ਉਹਨੂੰ ਜੇਲ੍ਹ ਵੀ ਭੇਜ ਸਕਦੇ ਹੋ। ਇਹ ਹੈ ਕਲਾਸ B। ਅੱਗੇ ਕਲਾਸ C ਹੈ ਜੀ, ਡਿਸਟ੍ਰੈਸ ਐਂਡ ਸੇਲ of his movable uncut or ungathered crops। किसी भी बाकीदार की खड़ी फसल है, चाहे वो कट्टी हुई है चाहे वो अनकट है, उसनों तुसी सेल करके रिकवरी कर सकते हो। नेक्स्ट सेक्शन हैगा जी क्लास D। क्लास D ਦੇ ਵਿੱਚ ਕੀ ਹੈ, ट्रांसफर होल्डिंग। ਜਿਹੜੀ ਉਸ ਵਿਅਕਤੀ ਦੀ ਜ਼ਮੀਨ ਹੈ ਉਸ ਖੇਵੜ ਦੇ ਅਧੀਨ ਆਉਂਦੀ ਹੈ, ਉਸ ਜ਼ਮੀਨ ਨੂੰ ਤੁਸੀਂ ਕਿਸੇ ਨਾਲ ਦੇ ਗੁਆਂਢੀ ਨੂੰ ਵੀ ਦੇ ਸਕਦੇ ਹੋ। ਕਲੈਕਟਰ ਜੇ ਚਾਹੇ ਨਾਲ ਦੇ ਗੁਆਂਢੀ ਨੂੰ ਦੇ ਕੇ ਵਾਹੀ ਵਾਸਤੇ ਉਹ ਤੋਂ ਜਿਹੜੇ ਪ੍ਰੋਡਿਊਸਰਸ ਹੈਗੇ ਨੇ ਉਹ ਲੈ ਕੇ ਤੇ ਜਿਹੜੀ ਰਿਕਵਰੀ ਦੀ ਪੇਮੈਂਟ ਹੈ, ਅਮਾਉਂਟ ਹੈ, ਉਹ ਪੂਰੀ ਕਰ ਸਕਦਾ ਹੈ। ਜਦੋਂ ਰਿਕਵਰੀ ਦੀ ਅਮਾਉਂਟ ਹੈ ਜਿਹੜੀ ਡਿਫਾਲਟਰ ਦੀ ਜਿਹੜੀ ਪੂਰੀ ਹੋ ਜਾਂਦੀ ਹੈ, ਫਿਰ ਉਹਦਾ ਜਿਹੜਾ ਕਬਜ਼ਾ ਹੈਗਾ ਉਹਨੂੰ ਵਾਪਸ ਦੇ ਦਿੱਤਾ ਜਾਂਦਾ ਹੈ। ਇਹ ਹੈ ਜੀ ਕਲਾਸ D। ਅੱਗੇ ਪੜਾਂਗੇ ਅਸੀਂ ਕਲਾਸ E। ਕਲਾਸ E ਇਜ਼ ਵੈਰੀ ਇੰਪੋਰਟੈਂਟ। ਤੁਸੀਂ ਰੋਜ਼ ਐਗਜ਼ੀਕਿਊਟ ਕਰਦੇ ਹੋ, ਚਾਹੇ ਉਹ ਸਿਵਲ ਕੋਰਟ ਰਾਹੀਂ ਕਰਦੇ ਹੋ, ਚਾਹੇ ਰੈਵਨਿਊ ਕੋਰਟ ਰਾਹੀਂ ਕਰਦੇ ਹੋ। ਜਦੋਂ ਵੀ ਅਟੈਚਮੈਂਟ ਆਫ ਸਟੇਜ ਔਰ ਹੋਲਡਿੰਗ ਇਨ ਰਿਸਪੈਕਟ ਆਫ ਵਿਚ ਦਾ ਏਰੀਆ ਇਜ਼ ਡਿਊ। ਜਿਸ ਵੀ ਜ਼ਮੀਨ ਦੇ ਅਗੇਂਸਟ ਕੋਈ ਏਰੀਆ ਬਕਾਇਆ ਖੜਾ ਹੈ, ਉਸ ਜਿਹੜੀ ਪ੍ਰਾਪਰਟੀ ਹੈ ਉਸ ਪ੍ਰਾਪਰਟੀ ਨੂੰ ਤੁਸੀਂ ਅਟੈਚ ਕਰ ਸਕਦੇ ਹੋ ਤਾਂ ਕਿ ਉਹ ਫਰਦਰ ਸੇਲ ਨਾ ਕਰ ਸਕੇ। ਅਟੈਚ ਕਰਕੇ ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ, ਅਟੈਚ ਕਰਕੇ ਤੁਸੀਂ ਉਹਦਾ ਪੋਜੈਸ਼ਨ ਵੀ ਲੈ ਸਕਦੇ ਹੋ। ਪੋਜੈਸ਼ਨ ਲੈ ਕੇ ਤੁਸੀਂ ਉਹਦੀ ਜਿਹੜੀ ਪ੍ਰੋਡਿਊਸ ਹੈ ਆਪ ਹੀ ਕਰਵਾ ਸਕਦੇ ਹੋ, ਫਸਲ ਕਰਵਾ ਸਕਦੇ ਹੋ ਤੇ ਉਸ ਜਿਹੜੀ ਪੈਦਾਵਾਰ ਦੀ ਅਮਾਉਂਟ ਹੈਗੀ ਆ ਉਸ ਨੂੰ ਤੁਸੀਂ ਡਿਫਾਲਟਰ ਦੀ ਜਿਹੜੀ ਰਿਕਵਰੀ ਅਮਾਉਂਟ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ। F ਕਲੌਜ਼ ਹੈਗੇ ਜੀ ਐਨਲਮੈਂਟ ਆਫ ਅਸੈਸਮੈਂਟ। ਜਿਹੜੇ ਉੱਪਰਲੇ ਅਸੀਂ ਸਾਧਨ ਅਪਣਾ ਰਹੇ ਹਾਂ, ਜੇ ਉਹਨਾਂ ਸਾਧਨਾਂ ਦੇ ਰਾਹੀਂ ਕਿਸੇ ਵੀ ਸਾਧਨ ਦੇ ਰਾਹੀਂ ਜਿਹੜੀ ਰਿਕਵਰੀ ਹੈ ਉਹ ਨਹੀਂ ਹੋ ਰਹੀ ਤਾਂ ਕਲੈਕਟਰ ਕੋਲ ਇਹ ਵੀ ਪਾਵਰ ਹੈਗੀ ਹੈ ਵੀ ਉਸ ਲੈਂਡ ਨੂੰ ਉਹਦੀ ਜਿਹੜੀ ਅਸੈਸਮੈਂਟ ਹੈ ਉਹਨੂੰ ਅਨਲ ਕੀਤੀ ਜਾ ਸਕਦੀ ਹੈ। ਮਤਲਬ ਅਨਲ ਕਰਨਾ, ਉਸਦੀ ਜਿਹੜੀ ਅਸੈਸਮੈਂਟ ਜਿਹੜਾ ਲੈਂਡ ਰੈਵਨਿਊ ਲਗਾਇਆ ਗਿਆ ਗਵਰਨਮੈਂਟ ਵੱਲੋਂ ਉਹਨੂੰ ਅਨਲ ਕਰਨ ਦੇ ਨਾਲ ਜਿਹੜੀ ਪ੍ਰਾਪਰਟੀ ਹੈ ਵੈਸਟ ਵਿਦ ਦਾ ਗਵਰਨਮੈਂਟ ਹੋ ਜਾਂਦੀ ਹੈ ਤੇ ਗਵਰਨਮੈਂਟ ਕੋਲੇ ਉਸ ਪ੍ਰਾਪਰਟੀ ਦਾ ਸਾਰਾ ਕਬਜ਼ਾ ਆ ਜਾਂਦਾ ਹੈ ਤੇ ਮਤਲਬ ਓਨਰਸ਼ਿਪ ਹੀ ਸਰਕਾਰ ਦੀ ਬਣ ਜਾਂਦੀ ਹੈ ਜਦੋਂ ਕਿਸੇ ਪ੍ਰਾਪਰਟੀ ਅਨਲਮੈਂਟ ਹੋ ਜਾਂਦੀ ਹੈ। ਦੈਨ ਕੀ ਹੈ ਕਲੌਜ਼ G ਸੀਗੀ, ਇਹਦੇ ਵਿੱਚ ਕੀ ਹੈ ਸੇਲ ਆਫ ਦੈਟ ਸਟੇਟ ਔਰ ਹੋਲਡਿੰਗ। ਉਹ ਜਿਹੜੀ ਪ੍ਰਾਪਰਟੀ ਹੈ ਜਿਹਦੇ ਅਗੇਂਸਟ ਤੁਹਾਡਾ ਬੰਦਾ ਡਿਫਾਲਟਰ ਹੈਗਾ, ਪੇਮੈਂਟ ਡਿਊ ਹੈਗੀ ਹੈ, ਉਸ ਪ੍ਰਾਪਰਟੀ ਨੂੰ ਸੇਲ ਵੀ ਕੀਤਾ ਜਾ ਸਕਦਾ ਹੈ ਰੈਵਨਿਊ ਆਫਿਸਰ ਵੱਲੋਂ। ਸੇਲ ਕਰਨ ਦੇ ਜੇ ਪ੍ਰੋਸੈਸ ਨੇ ਉਹ ਅੱਗੇ ਜਾ ਕੇ ਪੜਾਂਗੇ ਤੇ ਸੇਲ ਵੀ ਕੀਤਾ ਜਾ ਸਕਦਾ ਹੈ। ਫਰਦਰ ਕੀ ਹੈਗਾ, ਜੇ ਕਿਸੇ ਕਾਰਨ ਉਹਦੀਆਂ ਸਾਰੀਆਂ ਪ੍ਰਾਪਰਟੀ ਉੱਪਰ ਜਿਹੜੇ ਸਾਧਨ ਨੇ A ਤੋਂ ਲੈ ਕੇ G ਤੱਕ ਉਸ ਤਰੀਕੇ ਦੇ ਵਿੱਚ ਪ੍ਰਾਪਰਟੀ ਉਸ ਤਰੀਕੇ ਦੇ ਉਹ ਸਾਰੇ ਢੰਗ ਅਪਣਾਉਣ ਤੋਂ ਬਾਅਦ ਜੇ ਫਿਰ ਵੀ ਬਾਕੀਦਾਰ ਤੋਂ ਰਕਮ ਨਹੀਂ ਲਈ ਜਾ ਸਕੀ ਤਾਂ ਅਗਲਾ ਇੱਕ ਪ੍ਰੋਸੈਸ ਇਹ ਹੈਗਾ ਵੀ ਉਹਦੀ ਕੋਈ ਹੋਰ ਵੀ ਜਿਹੜੀ ਮੂਵੇਬਲ ਪ੍ਰਾਪਰਟੀ ਹੈ ਜਿਹਦੇ ਬੇਸ਼ੱਕ ਉਹ
ਅਟੈਚ ਨਾ ਹੋਈ ਹੋਵੇ ਜਾਂ ਉਹਦੇ ਅਗੇਂਸਟ ਕੋਈ ਜਿਹੜਾ ਹੈਗਾ ਲੈਣ ਦੇਣ ਨੂੰ ਡਿਊ ਨਾ ਹੋਵੇ, ਤਦ ਵੀ ਰੈਵਨਿਊ ਆਫਿਸਰ ਉਹਦੀ ਜਿਹੜੀ ਅਦਰ ਪ੍ਰੋਪਰਟੀਜ਼ ਹੈਗੀਆਂ ਨੇ ਉਹਦਾ ਪ੍ਰੋਸੈਸ ਅਡਾਪਟ ਕਰਕੇ ਤੇ ਉਹਦੇ ਤੋਂ ਵੀ ਰਿਕਵਰੀ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਰਿਟ ਆਫ ਡਿਮਾਂਡ ਆਪਾਂ ਦੇਖਿਆ ਨੋਟਸ ਹੁੰਦਾ ਹੈ। ਅਰੈਸਟ ਕੀ ਹੁੰਦਾ ਹੈ? ਸੈਕਸ਼ਨ ਅੱਗੇ ਸੈਕਸ਼ਨ 68 ਪੜ੍ਹਨ ਲੱਗੇ ਜੀ ਆਪਾਂ। ਸੈਕਸ਼ਨ 68 ਚ ਕੀ ਹੈ? ਨੋਟਿਸ ਹੈ। ਜਿਵੇਂ ਆਪਾਂ ਉੱਪਰ ਪਹਿਲਾਂ ਏ ਕਲੌਜ਼ ਦੇਖਿਆ, ਥੱਲੇ ਅੱਗੇ ਡਿਟੇਲ ਦੇ ਰਹੀ ਹੈ ਸੈਕਸ਼ਨ 68 ਦੇ ਵਿੱਚ ਕੰਟੀਨਿਊ ਇਹ ਚੱਲਦਾ ਹੈਗਾ ਨਹੀਂ। ਪਹਿਲਾਂ ਜਿਹੜੀ ਕਲੌਜ਼ ਏ ਹੈ ਇਹਦਾ ਸੈਕਸ਼ਨ 8 ਬਣ ਗਿਆ, 68 ਬਣ ਗਿਆ। ਇਹ ਚ ਨੋਟਿਸ ਜਾਰੀ ਕਰਾਂਗੇ। ਬੈਟਰ ਹੁੰਦਾ ਜਦੋਂ ਤੁਸੀਂ ਨੋਟਿਸ ਜਾਰੀ ਕਰਦੇ ਹੋ ਤੁਸੀਂ ਨੋਟਿਸ ਲਿਖ ਸਕਦੇ ਹੋ ਉੱਥੇ ਅੰਡਰ ਪੰਜਾਬ ਲੈਂਡ ਰੈਵਨਿਊ ਐਕਟ 1887 ਸੈਕਸ਼ਨ 68 ਤੇ ਤਹਿਤ ਜਿਹੜਾ ਨੋਟਿਸ ਹੈ ਉਹ ਜਾਰੀ ਕਰਦੇ ਆ। ਦੈਨ ਆ ਜਾਂਦਾ ਸੈਕਸ਼ਨ 69, ਇਹ ਹੈਗਾ ਜੀ ਅਰੈਸਟ ਐਂਡ ਡਿਟੈਂਸ਼ਨ। ਜਦੋਂ ਕੋਈ ਡਿਫਾਲਟਰ ਬਾਕੀ ਦਾ ਰਕਮ ਅਦਾ ਨਹੀਂ ਕਰਦਾ ਤਾਂ ਰੈਵਨਿਊ ਆਫਿਸਰ ਨੂੰ ਅਰੈਸਟ ਕਰ ਸਕਦਾ ਹੈ। ਅਰੈਸਟ ਕਰਨ ਦਾ ਪ੍ਰੋਸੈਸ ਕੀ ਹੈ? ਤੁਸੀਂ ਵਾਰੰਟ ਜਾਰੀ ਕਰੋਗੇ ਦਫਾ 69 ਦੇ ਤਹਿਤ। ਵਾਰੰਟ ਜਾਰੀ ਕਰਕੇ ਕੰਸਰਨਡ ਪੁਲਿਸ ਆਫਿਸਰ ਨੂੰ ਭੇਜੋਗੇ, ਇਸ ਵਿਅਕਤੀ ਨੂੰ ਪਕੜ ਕੇ ਇੰਨੀ ਤਰੀਕ ਨੂੰ ਮੇਰੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਤੇ ਜਦੋਂ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਉਸ ਪਾਰਟਿਕੂਲਰ ਵਿਅਕਤੀ ਨੂੰ ਪੁਲਿਸ ਆਫਿਸਰ ਵੱਲੋਂ ਅਰੈਸਟ ਕਰਕੇ ਤੁਹਾਡੇ ਪੇਸ਼ ਕੀਤਾ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਉੱਥੇ ਛੱਡ ਵੀ ਸਕਦੇ ਹੋ। ਉਹਨੂੰ 1 ਦਿਨ ਲਈ, 2 ਦਿਨ ਲਈ, 3 ਦਿਨ ਲਈ, 4 ਦਿਨ ਲਈ, ਮੈਕਸਿਮਮ 10 ਡੇਜ਼ ਦੇ ਲਈ ਤੁਸੀਂ ਜੇਲ੍ਹ ਵੀ ਭੇਜ ਸਕਦੇ ਹੋ। ਜਾਂ ਫਿਰ ਤੁਸੀਂ ਉਸ ਨੂੰ ਜਾ ਕੇ ਕਲੈਕਟਰ ਦੇ ਵੀ ਲੈ ਕੇ ਜਾ ਸਕਦੇ ਹੋ, ਕਲੈਕਟਰ ਦੇ ਵੀ ਪੇਸ਼ ਕਰ ਸਕਦੇ ਹੋ। ਜੇਕਰ ਉਹ 10 ਦਿਨ ਵੀ ਮੰਨ ਲਓ ਜੇਲ੍ਹ ਦੇ ਵਿੱਚ 10 ਦਿਨ ਰਹਿ ਗਿਆ, 10 ਦਿਨਾਂ ਬਾਅਦ ਵੀ ਉਸਨੇ ਕੋਈ ਰਕਮ ਅਦਾ ਨਹੀਂ ਕੀਤੀ, ਆਪਦੀ ਪੇਮੈਂਟ ਉਹ ਨਹੀਂ ਦਿੰਦਾ, ਤਾਂ ਤੁਸੀਂ ਉਸ ਨੂੰ ਤੁਹਾਡੇ ਦੁਬਾਰਾ 10 ਦਿਨਾਂ ਬਾਅਦ ਪੇਸ਼ ਕੀਤਾ ਜਾਵੇਗਾ ਪੁਲਿਸ ਆਫਿਸਰ ਵੱਲੋਂ। ਜੇਲ੍ਹ ਦੇ ਵਿੱਚੋਂ ਲੈ ਕੇ ਆ ਕੇ ਤੁਹਾਡੇ ਦੁਬਾਰਾ ਪੇਸ਼ ਕੀਤਾ ਜਾਵੇਗਾ ਵੀ ਦੱਸੋ ਜੀ ਹੁਣ ਕੀ ਕਰਨਾ ਹੈ। ਤਾਂ ਤੁਸੀਂ ਉਸ ਨੂੰ ਦੁਬਾਰਾ ਕਲੈਕਟਰ ਦੇ ਜਾ ਕੇ ਪੇਸ਼ ਕਰ ਸਕਦੇ ਹੋ। ਜੇ ਕਲੈਕਟਰ ਚਾਹੇ ਤਾਂ ਅੱਗੇ ਉਸ ਨੂੰ ਛੱਡ ਵੀ ਸਕਦਾ ਹੈ ਤੇ ਜੇ ਚਾਹੇ ਤਾਂ ਉਸ ਨੂੰ ਅੱਗੇ ਫਰਦਰ 1 ਦਿਨ ਲਈ, 2 ਦਿਨ ਲਈ, 10 ਦਿਨ ਲਈ, 15 ਦਿਨ ਲਈ, 20, 25, 30 ਮੈਕਸਿਮਮ 30 ਡੇਜ਼ ਦੇ ਲਈ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਸਕਦਾ ਹੈਗਾ। ਪਰ ਇੱਥੇ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ ਇਸ ਸੈਕਸ਼ਨ ਦੇ ਵਿੱਚ, ਕੋਈ ਫੀਮੇਲ ਹੋਵੇ, ਮਾਈਨਰ ਹੋਵੇ, ਲੂਨੈਟਿਕ ਹੋਵੇ ਤੇ ਇਡੀਅਟ ਹੋਵੇ, ਲੂਨੈਟਿਕ ਲੰਗੜਾ ਲੁੱਲਾ ਹੈ ਜੀ, ਇਡੀਅਟ ਪਾਗਲ ਫੀਮੇਲ ਹੋਵੇ ਜਾਂ ਮਾਈਨਰ ਹੋਵੇ, ਉਹਨਾਂ ਤੇ ਇਹ ਜਿਹੜਾ ਸੈਕਸ਼ਨ ਹੈਗਾ ਇਹਦੇ ਅਗੇਂਸਟ ਕਾਰਵਾਈ ਨਹੀਂ ਕੀਤੀ ਜਾ ਸਕਦੀ। ਅੱਗੇ ਅਸੀਂ ਸੈਕਸ਼ਨ 70 ਸੀਗਾ ਡਿਸਟ੍ਰੈਸ ਐਂਡ ਸੇਲ ਆਫ ਦ ਮੂਵੇਬਲ ਪ੍ਰਾਪਰਟੀ। ਮਤਲਬ ਮੂਵੇਬਲ ਪ੍ਰਾਪਰਟੀ ਜਿਹੜੀ ਫਸਲ ਹੈ ਉਹ ਮੂਵੇਬਲ ਹੁੰਦੀ ਹੈ, ਕੱਟੀ ਹੀ ਹੋਵੇ, ਅਣਕੱਟ ਹੋਵੇ, ਇਕੱਠੀ ਕਰਕੇ ਉਹਨੂੰ ਜਿਹੜਾ ਵੇਚਿਆ ਜਾ ਸਕਦਾ ਹੈ ਸੈਕਸ਼ਨ 70 ਦੇ ਤਹਿਤ, ਤੇ ਉਹਦੀ ਜਿਹੜੀ ਅਮਾਉਂਟ ਹੈ ਉਹ ਉਹਦੀ ਪੂਰਤੀ ਕੀਤੀ ਜਾ ਸਕਦੀ ਹੈ। ਟ੍ਰਾਂਸਫਰ ਆਫ ਹੋਲਡਿੰਗ 71, ਟ੍ਰਾਂਸਫਰ ਆਫ ਹੋਲਡਿੰਗ ਜਿਹੜੀ ਜ਼ਮੀਨ ਦੇ ਅਗੇਂਸਟ ਲੈਂਡ ਨੂੰ ਡਿਊ ਪਿਆ ਉਸ ਨੂੰ ਉਸ ਪ੍ਰਾਪਰਟੀ ਨੂੰ ਨਾਲ ਦੇ ਗੁਆਂਢੀ ਨੂੰ ਅਸੀਂ ਟ੍ਰਾਂਸਫਰ ਕਰਕੇ ਜਾਣੀ ਕਿ ਠੇਕੇ ਤੇ ਦੇ ਕੇ, ਕਹਿ ਲਈਏ ਚੁਕੌਤੇ ਤੇ ਦੇ ਕੇ, ਅਸੀਂ ਉਸ ਤੋਂ ਜਿਹੜੀ ਰਕਮ ਹੈ ਕਿੰਨੇ ਸਾਲ ਚ ਪੂਰੀ ਹੁੰਦੀ ਹੈ, 1 ਸਾਲ ਚ ਜਾਂ 2 ਸਾਲ ਚ, ਉਹ ਪੇਮੈਂਟ ਉਦੋਂ ਪੂਰੀ ਕਰਕੇ ਤੇ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਉਹ ਜਿਹੜੀ ਪ੍ਰਾਪਰਟੀ ਹੈ ਬਾਅਦ ਚ ਟ੍ਰਾਂਸਫਰ ਫਰਦਰ ਜਿਹੜਾ ਓਨਰ ਹੈਗਾ ਉਹਨੂੰ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਪਰ ਇੱਥੇ ਇੱਕ ਸ਼ਰਤ ਲਿਖੀ ਹੈ ਵੀ 15 ਸਾਲ ਤੋਂ ਵੱਧ ਤੁਸੀਂ ਇਸ ਜ਼ਮੀਨ ਨੂੰ ਏਦਾਂ ਤੁਸੀਂ ਅੱਗੇ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ। ਨੈਕਸਟ ਸੀਗਾ ਅਟੈਚਮੈਂਟ ਆਫ ਦਾ ਸਟੇਟ ਆਫ ਹੋਲਡਿੰਗ ਸੈਕਸ਼ਨ 72। ਇਹਦੇ ਵਿੱਚ ਆਪਾਂ ਨੂੰ ਪਤਾ ਹੈ ਪਰੂਜ ਐਗਜ਼ੀਕਿਊਟ ਕਰਦੇ ਆ, ਚਾਹੇ ਉਹ ਰੈਵਨਿਊ ਕੋਰਟ ਵਾਲਾ ਅਟੈਚਮੈਂਟ ਵਾਰੰਟ ਹੋਵੇ, ਚਾਹੇ ਸਿਵਲ ਕੋਰਟ ਦਾ ਵਾਰੰਟ ਆਫ ਅਟੈਚਮੈਂਟ ਹੋਵੇ। ਪ੍ਰਾਪਰਟੀ ਨੂੰ ਆਪਾਂ ਲੈਣ ਜਮਾਬੰਦੀ ਦੇ ਵਿੱਚ ਰਫਟ ਦਰਜ ਕਰਕੇ ਜਮਾਬੰਦੀ ਦੇ ਖਾਨਾ ਕੈਫੇ ਚ ਨੋਟ ਦਿੰਦੇ ਆ। ਤੇ ਇਹਦੇ ਵਿੱਚ ਆਪਾਂ ਜੋ ਪ੍ਰੈਕਟੀਕਲ ਚੱਲਦਾ ਆਪਾਂ ਕੱਲਾ ਕਾਗਜ਼ੀ ਕਾਰਵਾਈ ਕਰਦੇ ਆ, ਪਰ ਇਹ ਸੈਕਸ਼ਨ ਤਾਂ ਇਹਦੇ ਵਿੱਚ ਪ੍ਰੋਵੀਜ਼ਨ ਇਹ ਵੀ ਹੈਗੀ ਹੈ ਵੀ ਤੁਸੀਂ ਅਟੈਚਮੈਂਟ ਕਰਕੇ ਉਸ ਪ੍ਰਾਪਰਟੀ ਦਾ ਕਬਜ਼ਾ ਵੀ ਲੈ ਸਕਦੇ ਹੋ। ਠੀਕ ਹੈ ਜੀ। ਪਰ ਇਹ ਅਟੈਚਮੈਂਟ ਕਰਨ ਤੋਂ ਪਹਿਲਾਂ ਰੈਵਨਿਊ ਆਫਿਸਰ ਤੁਸੀਂ ਸਾਰਿਆਂ ਨੇ ਜਾ ਕੇ ਵਰਕਿੰਗ 'ਚ ਕੰਮ ਕਰਨਾ ਹੈ। ਇਹ ਜਿਹੜੀ ਅਟੈਚਮੈਂਟ ਸੈਕਸ਼ਨ 72 ਦੀ ਹੁੰਦੀ ਹੈ, ਅਟੈਚ ਕਰਨ ਤੋਂ ਅਟੈਚਮੈਂਟ ਕਰਨ ਦੇ ਲਈ ठीक है अटैच की जा सकती है ताकि बंदा फर्दर प्रॉपर्टी सेल ना कर पाए। ठीक है जी। जो अटैच करके उसकी रकम की पूर्ति होगी तो उस तो बाद असीं उसनूं प्रॉपर्टी वापस कर सकते हैं, ਜਾਂ ਉਸ ਤੋਂ ਪਹਿਲਾਂ ਜੇ ਕੋਈ ਰਕਮ ਅਦਾ ਕਰ ਦਿੰਦਾ ਹੈ ਤਦ ਵੀ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਜੇ ਸਿਵਲ ਕੋਰਟ ਨੇ ਅਟੈਚ ਕੀਤੀ ਹੈ ਤਾਂ ਸਿਵਲ ਕੋਰਟ ਅਦਾ ਕਰ ਸਕਦੀ ਹੈ, ਜੇਕਰ ਕਿਸੇ ਰੈਵਨਿਊ ਕੋਰਟ ਨੇ ਕੀਤੀ ਹੈ ਤਾਂ ਰੈਵਨਿਊ ਕੋਰਟ ਵੀ ਅਦਾ ਕਰ ਸਕਦੀ ਹੈ। 73 ਹੈਗਾ। 73 ਜੋ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਐਨਾਲਮੈਂਟ ਦੀ, ਉਹਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ ਜ਼ਮੀਨ ਹੈ
ਜਿਹਦੇ ਅਗੇਂਸਟ ਇਹ ਲੈਂਡ ਰਿਵਿਊ ਉਹਦੀ ਅਨਲਮੈਂਟ ਵੀ ਕੀਤੀ ਜਾਂਦੀ, ਅਸੈਸਮੈਂਟ ਨੂੰ ਨਲ ਕੀਤਾ ਜਾ ਸਕਦਾ ਹੈ। ਇਹ ਸੈਕਸ਼ਨ 73 ਹੈ। ਸੈਕਸ਼ਨ 74 ਦੇ ਵਿੱਚ ਹੀ ਹੈ ਪ੍ਰੋਕਲੇਮੇਸ਼ਨ ਆਫ ਅਟੈਚਮੈਂਟ ਆਫ ਅਨਲਮੈਂਟ। ਜੇ ਕਿਸੇ ਦੀ ਪ੍ਰਾਪਰਟੀ ਕੋਈ ਦੀ ਅਸੈਸਮੈਂਟ ਜਿਹੜੀ ਅਨਲਮੈਂਟ ਹੁੰਦੀ ਹੈ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਮਨਾਦੀ ਪਿੰਡ ਵਿੱਚ ਮਨਾਦੀ ਕਰਾਈ ਜਾਂਦੀ ਹੈ ਵੀ ਜਿਹੜੀ ਪ੍ਰਾਪਰਟੀ ਹੈ ਇਹਦੀ ਅਸੈਸਮੈਂਟ ਨਾਲ ਹੋ ਚੁੱਕੀ ਹੈ। ਇਹ ਜਿਹੜੀ ਪ੍ਰਾਪਰਟੀ ਹੁਣ ਇਹ ਸਰਕਾਰ ਵਿੱਚ ਇਨਵੈਸਟ ਕਰਦੀ ਹੈ। ਕਲੈਕਟਰ ਦਾ ਇਹਦੇ ਅਧਿਕਾਰ ਹੈਗਾ, ਕਲੈਕਟਰ ਦਾ ਜਾਨੀ ਕਿ ਉਹਦੇ ਆਫਿਸਰਸ ਰਾਹੀਂ ਪਟਵਾਰੀ ਕਾਨੂੰਗੋ ਹਲਕਾ ਦੇ ਰਾਹੀਂ ਤਹਿਸੀਲਦਾਰ ਦੇ ਰਾਹੀਂ ਕਲੈਕਟਰ ਦਾ ਅਧਿਕਾਰ ਹੁੰਦਾ ਹੈ। ਸੈਕਸ਼ਨ 75 ਹੈ ਜੀ ਵੈਰੀ ਇੰਪੋਰਟੈਂਟ ਹੈ। ਜਦੋਂ ਕੋਈ ਸਾਡੇ ਕੋਲ ਵਾਰੰਟ ਆਉਂਦੇ ਨੇ ਆਕਸ਼ਨ ਵਾਰੰਟ ਆਉਂਦੇ ਨੇ, ਹੁਣ ਤੁਸੀਂ ਦੇਖਦੇ ਹੋ ਆਕਸ਼ਨ ਦੇ ਜਿਹੜੇ ਵਾਰੰਟ ਨੇ ਜੇ ਸਿਵਲ ਕੋਰਟਾਂ ਸਾਡੇ ਕੋਲ ਭੇਜਦੀਆਂ ਨੇ, ਸਿਵਲ ਕੋਰਟਾਂ ਦਾ ਪਾਰਟਿਕੂਲਰ ਡੇਟ ਫਿਕਸ ਕਰਕੇ ਭੇਜਦੀਆਂ ਨੇ, ਡੇਟ ਐਂਡ ਟਾਈਮ ਐਂਡ ਪਲੇਸ ਫਿਕਸ ਕਰਕੇ ਭੇਜਦੀਆਂ ਨੇ। ਆਲਰੇਡੀ ਉਹਨਾਂ ਨੇ ਆਪਦੇ ਪੱਧਰ ਤੇ ਮਨਾਦੀ ਕਰਾਈ ਹੋਈ ਹੁੰਦੀ ਹੈ ਤੇ ਰੈਵਨਿਊ ਆਫਿਸਰ ਨੇ ਮੌਕੇ ਤੇ ਜਾ ਕੇ ਸੇਲ ਕਰਨੀ ਹੁੰਦੀ ਹੈ। ਪਰ ਜੇਕਰ ਅਸੀਂ ਆਪਣੇ ਲੈਂਡ ਰੈਵਨਿਊ ਐਕਟ ਦੇ ਤਹਿਤ ਅਸੀਂ ਕੋਈ ਰੈਵਨਿਊ ਆਫਿਸਰ ਕਿਸੇ ਪ੍ਰਾਪਰਟੀ ਨੂੰ ਸੇਲ ਕਰਦਾ ਹੈ ਤਾਂ ਕੀ ਇਹ ਸੇਲ ਕਰਨ ਤੋਂ ਪਹਿਲਾਂ ਕਮਿਸ਼ਨਰ ਤੋਂ ਪਰਮਿਸ਼ਨ ਲਈ ਜਾਂਦੀ ਹੈ। ਕੁਝ ਕੇਸਿਸ ਐਸੇ ਵੀ ਹੈਗੇ ਨੇ, ਕੁਝ ਆਧਾ ਅਮਾਉਂਟ ਤੱਕ ਨਵੀਆਂ ਸੈਕਸ਼ਨਸ ਕੋਈ ਜਾਰੀ ਹੋਈਆਂ ਵੀ ਨੇ, ਕਲੈਕਟਰ ਵੀ ਪ੍ਰਵਾਨਗੀ ਦੇ ਸਕਦਾ ਹੈ। ਪਰ ਜੇ ਅਮਾਉਂਟ ਦੇ ਕੋਈ ਕਿਸੇ ਲਿਮਿਟ ਦੀ ਅਮਾਉਂਟ ਤੋਂ ਉੱਪਰ ਚਲੀ ਜਾਂਦੀ ਹੈ ਤਾਂ ਉਹ ਕਮਿਸ਼ਨਰ ਤੋਂ ਪ੍ਰਵਾਨਗੀ ਆਉਂਦੀ ਹੈ। ਜਦੋਂ ਤੱਕ ਇਹ ਪਰਮਿਸ਼ਨ ਸਾਡੇ ਕੋਲ ਨਹੀਂ ਆਉਂਦੀ ਅਸੀਂ ਜਿਹੜੀ ਆਕਸ਼ਨ ਦੀ ਡੇਟ ਹੈ ਫਿਕਸ ਨਹੀਂ ਕਰ ਸਕਦੇ। ਜਦੋਂ ਸਾਡੇ ਕੋਲ ਪ੍ਰਵਾਨਗੀ ਆ ਜਾਂਦੀ ਹੈ ਫਿਰ ਅਸੀਂ ਜਿਹੜੀ ਡੇਟ ਹੈ ਇਹਦੀ ਫਿਕਸ ਕਰਨੀ ਹੁੰਦੀ ਹੈ ਵੀ ਕਿਹੜੇ ਪਿੰਡ ਦੇ ਵਿੱਚ ਕਿਸ ਤਰੀਕ ਨੂੰ ਕਿੰਨੇ ਵਜੇ ਕਿਸੇ ਪ੍ਰਾਪਰਟੀ ਨੂੰ ਆਕਸ਼ਨ ਕੀਤੀ ਜਾਣੀ ਹੈ। ਤੇ ਇਹ ਜਿਹੜਾ ਨੋਟਿਸ ਹੈ ਇਹ ਨੋਟਿਸ ਦਾ ਜਿਹੜਾ ਗੈਪ ਹੈ, ਜਦੋਂ ਇਹ ਨੋਟਿਸ ਅਸੀਂ ਐਗਜ਼ੀਕਿਊਟ ਕਰਦੇ ਹਾਂ, ਨੋਟਿਸ ਜਾਨੀ ਕਿ ਕਲੈਕਟਰ ਦੇ ਬੋਰਡ ਤੇ ਲੱਗਦਾ ਹੈ, ਕਾਪੀ ਤਹਿਸੀਲ ਦੇ ਬੋਰਡ ਤੇ ਲੱਗਦੀ ਹੈ, ਇੱਕ ਉਸ ਜਿਹੜਾ ਪਾਰਟਿਕੂਲਰ ਪਲੇਸ ਹੈ ਜਿੱਥੇ ਜਿਹੜੀ ਪਿੰਡ ਦੀ ਜ਼ਮੀਨ ਹੈ ਉਸ ਪਿੰਡ ਦੀ ਸਾਂਝੀ ਥਾਂ ਤੇ ਲਗਾਈ ਜਾਂਦੀ ਹੈ, ਰਾਫਟ ਰੋਲਨ ਤੇ ਦਰਜ ਕੀਤੀ ਜਾਂਦੀ ਹੈ। ਇੱਥੇ ਇਹ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਵੀ ਜਦੋਂ ਅਸੀਂ ਜਿਹੜਾ ਨੋਟਿਸ ਹੈ ਇਹ ਸਰਵ ਹੁੰਦਾ ਹੈ ਐਗਜ਼ੀਕਿਊਟ ਹੁੰਦਾ ਉਸ ਤੋਂ ਬਾਅਦ 30 ਡੇਜ਼ ਘੱਟੋ ਘੱਟ ਚਾਹੀਦੇ ਨੇ ਸਾਡੀ ਜਿਹੜੀ ਡੇਟ ਹੈਗੀ ਆ ਆਕਸ਼ਨ ਦੀ ਤਰੀਕ ਹੈਗੀ ਹੈ। ਇਸ ਕਰਕੇ ਜਦੋਂ ਅਸੀਂ ਕੋਈ ਨੋਟਿਸ ਐਸਾ ਜਾਰੀ ਕਰਨਾ ਹੈ ਤਾਂ ਘੱਟੋ ਘੱਟ 30 ਦਿਨ ਦੀ ਹੈ 40-45 ਦਿਨ ਦਾ ਡੇਟ ਸਮਾਂ ਨਿਯਤ ਕਰਕੇ ਇਹ ਨੋਟਿਸ ਜਾਰੀ ਕਰਨਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਟਾਈਮ ਹੈਗਾ ਪ੍ਰੋਸੈਸਿੰਗ ਦਾ ਨੋਟਿਸ ਦੇ ਲਗਾਉਣ ਦਾ ਕਰਨ ਦਾ ਉਹ ਵਿੱਚ ਹੀ ਪੂਰਾ ਹੋ ਜਾਵੇ, 30 ਡੇਜ਼ ਫਿਰ ਵੀ ਮਿਲ ਸਕਣ। ਸੈਕਸ਼ਨ 76 ਸੀਗਾ ਇਫੈਕਟ ਆਫ ਸੇਲ ਔਨ ਦਾ ਇਨਕੰਬਰੈਂਸਸ। ਜਿਹੜੀ ਪ੍ਰਾਪਰਟੀ ਇਹ ਸੇਲ ਕਰੀ ਜਾਏਗੀ ਇਹਦੇ ਤੇ ਕੋਈ ਭਾਰ ਮੁਕਤ ਹੋਵੇਗੀ, ਇਹ ਜਿਸ ਵਿਅਕਤੀ ਨੇ ਇਹ ਪਰਚੇਜ ਕੀਤੀ ਹੈ ਉਹਦੀ ਕੋਈ ਲਾਇਬਿਲਿਟੀ ਨਹੀਂ ਫਰਦਰ ਹੋਏਗੀ। ਆਕਸ਼ਨ ਦੇ ਵਿੱਚ ਕੋਈ ਬੰਦਾ ਪ੍ਰਾਪਰਟੀ ਨੂੰ ਉਸਨੂੰ ਖਰੀਦ ਕਰਦਾ ਹੈ ਤਾਂ ਉਸਨੂੰ ਇਹ ਇਨਕੰਬਰੈਂਸ ਫ੍ਰੀ ਕਰਕੇ ਦਿੱਤੀ ਜਾਂਦੀ ਹੈ। ਸੈਕਸ਼ਨ 77 ਸੀਗਾ ਪ੍ਰੋਸੀਡਿੰਗ ਅਗੇਂਸਟ ਅਦਰ ਮੂਵਲ ਪ੍ਰਾਪਰਟੀ। ਜੇ ਪ੍ਰਾਪਰਟੀ ਇਹਦੀ ਜਿਹੜੇ ਸਾਧਨ ਪਾਏ ਨੇ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਨਾ ਰਿਕਵਰੀ ਹੋਵੇ ਤਾਂ ਕਿਸੇ ਹੋਰ ਪ੍ਰਾਪਰਟੀ ਦੇ ਅਗੇਂਸਟ ਵੀ ਅਸੀਂ ਉਹਦਾ ਹੈਗਾ ਐਕਸ਼ਨ ਲੈ ਸਕਦੇ ਹਾਂ, ਰਿਕਵਰੀ ਕਰ ਸਕਦੇ ਹਾਂ। ਰੈਮਡੀਜ਼ ਓਪਨ ਟੂ ਦਾ ਪਰਸਨ ਡਿਨਾਈਂਗ। ਜੇ ਕੋਈ ਬੰਦਾ ਕਹਿੰਦਾ ਜਿਹੜਾ ਮੈਨੂੰ ਨੋਟਿਸ ਜਾਰੀ ਕੀਤਾ ਗਿਆ ਤਾਂ ਇਹ ਗਲਤ ਹੈ, ਸਹੀ ਨਹੀਂ ਹੈਗਾ ਤਾਂ ਉਹ ਆਪਣੀ ਐਪਲੀਕੇਸ਼ਨ ਵੀ ਦੇ ਸਕਦਾ ਹੈ। ਠੀਕ ਹੈ ਜੀ, ਐਪਲੀਕੇਸ਼ਨ ਦੀ ਕੰਸੀਡਰ ਕੀਤੀ ਜਾਏਗੀ, ਉਹਦਾ ਡਿਸੀਜਨ ਲਿਆ ਜਾਏਗਾ ਰੈਵਨਿਊ ਆਫਿਸਰ ਵੱਲੋਂ। ਪ੍ਰੋਕਲੇਮੇਸ਼ਨ ਆਫ ਸੇਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਮਨਾਦੀ ਕਰਾਈ ਜਾਏਗੀ 79 ਦੇ ਵਿੱਚ ਹੈਗੀ ਹੈ, ਮਨਾਦੀ ਕਰਾਏਗੀ, ਡੇਟ ਫਿਕਸ ਕੀਤਾ ਜਾਏਗੀ। ਠੀਕ ਹੈ ਜੀ। ਇੰਡੈਮਨਿਟੀ ਟੂ ਰੈਵਨਿਊ ਆਫਿਸਰਸ 80 ਸੈਕਸ਼ਨ very ਇੰਪੋਰਟੈਂਟ ਹੈਗਾ। ਜੇਕਰ ਇਹ ਨੋਟਿਸ ਜਾਰੀ ਕਰਦੇ ਸਮੇਂ ਆਕਸ਼ਨ ਵਗੈਰਾ ਦਾ ਰੈਵਨਿਊ ਆਫਿਸਰ ਵੱਲੋਂ ਕੋਈ ਉਹਦੇ ਵਿੱਚ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਹਦਾ ਇਹ ਮਤਲਬ ਨਹੀਂ ਹੈਗਾ ਵੀ ਜੋ ਦੂਜਾ ਵਿਅਕਤੀ ਜਾ ਕੇ ਤੁਹਾਨੂੰ ਕੋਰਟ ਦੇ ਵਿੱਚ ਕੋਰਟ 'ਚ ਖਿੱਚੇ ਜਾਂ ਤੁਹਾਡੇ ਅਗੇਂਸਟ ਕੋਰਟ ਦੇ ਵਿੱਚ ਕੋਈ ਦਾਅਵਾ ਪਾਵੇ। ਇਹਦੇ 80 ਸੈਕਸ਼ਨ ਦੇ ਵਿੱਚ ਤੁਹਾਨੂੰ ਇਹ ਦਿੱਤਾ ਹੈ ਇੰਡੈਮਨਿਟੀ ਟੂ ਰੈਵਨਿਊ ਆਫਿਸਰ ਵਿਦ ਰਿਸਪੈਕਟ ਟੂ ਦਾ ਕੰਟੈਂਟਸ ਆਫ ਦਾ ਪ੍ਰੋਕਲੇਮੇਸ਼ਨ। ਯਾਨੀ ਕਿ ਤੁਹਾਨੂੰ ਡਿਫੈਂਸ ਦਿੱਤਾ ਗਿਆ ਇਹਦੇ ਵਿੱਚ ਵੀ ਤੁਹਾਡੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। 81 ਜੀ ਪਬਲਿਕੇਸ਼ਨ ਆਫ ਪ੍ਰੋਕਲੇਮੇਸ਼ਨ, ਜਦੋਂ ਅਸੀਂ ਮਨਾਦੀ ਕਰਾਣੀ ਉਹਦੀ ਪਬਲਿਕੇਸ਼ਨ ਹੋਏਗੀ। 82 ਚ ਫਿਰ ਦੁਬਾਰਾ ਟਾਈਮ ਦੀ ਗੱਲ ਕੀਤੀ ਹੈ, ਟਾਈਮ ਐਂਡ ਕੰਡਕਟ ਆਫ ਸੇਲ ਸਮਾਂ ਨਿਯਤ ਕੀਤਾ ਜਾਵੇਗਾ। 83 ਚ ਹੈ ਪਾਵਰ ਟੂ ਪੋਸਟਪੋਨ ਸੇਲ। ਜੇਕਰ ਬੰਦਾ ਵਿਅਕਤੀ ਹੈ ਜਿਹੜਾ ਡਿਫਾਲਟਰ ਹੈ ਉਹ ਸਮੇਂ ਤੋਂ ਪਹਿਲਾਂ ਆਪਣੀ ਜਿਹੜੀ ਸੇਲ ਕਰਨ ਦੀ ਡੇਟ ਤੋਂ ਪਹਿਲਾਂ ਪੇਮੈਂਟ ਅਦਾ ਕਰ ਦਿੰਦਾ ਹੈ ਤਾਂ ਅਸੀਂ ਜਿਹੜੀ ਉਹਦੀ ਆਪਸ਼ਨ ਹੈ ਸੇਲ ਉਹਦੀ ਪੋਸਟਪੋਨ ਕੀਤੀ ਜਾ ਸਕਦੀ ਹੈ। ਜਾਂ ਕੋਈ ਹੋਰ ਵੀ ਕਾਰਨ ਹੈ, ਕੋਈ ਹੋਰ ਕਾਰਨ ਵੀ ਹੋ ਸਕਦਾ ਜੇ ਕਲੈਕਟਰ ਜਾ ਕੇ ਆਪਣੀ ਐਪਲੀਕੇਸ਼ਨ ਦਿੰਦਾ ਹੈ ਜਾਂ ਕਲੈਕਟਰ ਤੋਂ ਟਾਈਮ ਲੈਂਦਾ ਹੈ ਤਦ ਵੀ ਉਹਦੀ ਜਿਹੜੀ ਸੇਲ ਹੈ ਕਲੈਕਟਰ ਉਹਨੂੰ ਪੋਸਟਪੋਨ ਕਰ ਸਕਦਾ ਹੈ। ਸਟੇ ਆਫ ਸੇਲ ਕਰਤੀ ਅੱਗੇ 84 ਦੇ ਵਿੱਚ ਸਟੇ ਵੀ ਕੀਤੀ ਜਾ ਸਕਦੀ ਹੈ। 85 ਚ ਕੀ ਪੇਮੈਂਟ ਆਫ ਡਿਪੋਜ਼ਿਟ ਬਾਈ ਹਾਈਐਸਟ ਬਿਡਰ। ਜਦੋਂ ਕੋਈ ਆਕਸ਼ਨ ਹੋ ਜਾਂਦੀ ਹੈ ਅਸੀਂ ਦੇਖਦੇ ਹਾਂ ਜਦੋਂ ਆਕਸ਼ਨ ਹੋ ਗਈ ਫਾਈਨਲ ਆਕਸ਼ਨ ਹੋ ਗਈ ਹਾਈਐਸਟ ਬਿਡਰ ਹੈਗਾ ਉਸ ਨੂੰ ਮੌਕੇ ਤੇ 25% ਅਮਾਉਂਟ ਜਿਹੜੀ ਭਰਨੀ ਪੈਂਦੀ ਹੈ ਤੇ ਬਾਕੀ ਜਿਹੜੀ ਅਮਾਉਂਟ ਹੈ 75% ਉਹ 15 ਦਿਨ ਦੇ ਅੰਦਰ ਅਦਾ ਕਰਨੀ ਹੁੰਦੀ ਹੈ। 86 consequences of the failure of pay of deposit
जो 86 ਸੈਕਸ਼ਨ 86 ਦੇ ਤਹਿਤ ਜੇ ਉਹ ਮਤਲਬ ਕਿ 85 ਦੇ ਤਹਿਤ ਜਿਹੜੀ ਅਮਾਉਂਟ ਬਣਦੀ ਉਹਦੇ ਵੱਲ ਡਿਊ ਜੇ ਉਹ ਜਮ੍ਹਾਂ ਨਹੀਂ ਕਰਵਾਉਂਦਾ ਜਾਂ ਫੇਲ ਹੋ ਜਾਂਦਾ ਜਾਂ ਉਹ 25% ਅਮਾਉਂਟ ਨਹੀਂ ਦਿੰਦਾ ਜਾਂ 25% ਅਮਾਉਂਟ ਅਦਾ ਕਰ ਦਿੰਦਾ ਬਾਕੀ ਦੀ ਅਮਾਉਂਟ ਨਹੀਂ ਦਿੰਦਾ ਹੈਗਾ ਫਿਰ ਤਾਂ ਕੀ ਹੈ ਉਹਦੀ ਜਿਹੜੀ ਸਾਰੀ ਅਮਾਉਂਟ ਹੈਗੀ ਉਹ ਫੋਰਫਿਟ ਹੋ ਜਾਂਦੀ ਸਰਕਾਰ ਦੇ ਖਾਤੇ ਦੇ ਵਿੱਚ। ਪਰ ਜੇਕਰ ਕਲੈਕਟਰ ਚਾਹੇ ਤਾਂ ਸਾਰੇ ਆਕਸ਼ਨ ਟਾਈਮ ਦੇ ਜਿਹੜੇ ਖਰਚੇ ਆ ਉਹ ਕੱਢ ਕੇ ਬਾਕੀ ਜਿਹੜੀ ਰਿਕਵਰੀ ਆ ਉਹਦੀ ਰਿਕਵਰੀ ਉਹ ਡਿਡਕਟ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ 88 ਹੈ ਟਾਈਮ ਫਾਰ ਦਾ ਪੇਮੈਂਟ ਇਨ ਫੁੱਲ। ਇਹ ਆਪਾਂ ਗੱਲ ਕਰ ਚੁੱਕੇ ਹਾਂ। ਦਾ ਫੁੱਲ ਅਮਾਉਂਟ ਆਫ ਦਾ ਪਰਚੇਜ ਮਨੀ ਸ਼ੈਲ ਬੀ ਪੇਡ ਐਟ ਦ ਪਰਚੇਜ਼ਰ ਬਿਫੋਰ ਦਾ ਕਲੋਜ਼ ਆਫ ਦਾ 15 15 ਦਿਨ ਦੀ ਗੱਲ ਕਰ ਚੁੱਕੇ ਹਾਂ ਵੀ 15 ਦਿਨ ਤੋਂ ਪਹਿਲਾਂ ਅਦਾ ਕਰਨੀ ਕੀਤੀ ਜਾਣੀ ਹੁੰਦੀ ਹੈ। ਪ੍ਰੋਸੀਜਰ ਇਨ ਡਿਫਾਲਟ ਆਫ ਦਾ ਪੇਮੈਂਟ, ਜੇਕਰ ਉਹ ਪੇਮੈਂਟ ਪੇ ਕਰਨ ਦੇ ਵਿੱਚ ਡਿਫਾਲਟ ਹੋ ਜਾਂਦਾ ਤਾਂ ਫਿਰ ਕੀ ਹੁੰਦਾ ਉਹਦੀ ਪੇਮੈਂਟ ਹੈ ਉਹ ਸਾਰੀ ਫੇਰ ਫੋਰਫਿਟ ਹੋ ਜਾਂਦੀ ਹੈ ਤੇ ਦੁਬਾਰਾ ਆਪਸ਼ਨ ਕੀਤੀ ਜਾਂਦੀ ਹੈ। 90 ਦੇ ਵਿੱਚ ਰਿਪੋਰਟ ਆਫ ਸੇਲ ਟੂ ਦਾ ਕਮਿਸ਼ਨਰ। ਮੰਨ ਲਓ ਸੇਲ ਫਾਈਨਲ ਹੋ ਗਈ, ਸੇਲ ਫਾਈਨਲ ਹੋਣ ਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਕਲੈਕਟਰ ਦੇ ਥਰੂ ਕਮਿਸ਼ਨਰ ਨੂੰ ਰੈਵਨਿਊ ਅਫਸਰ ਵੱਲੋਂ ਭੇਜੀ ਜਾਂਦੀ ਹੈ। ਪਰ ਜਦੋਂ ਤੱਕ ਕਮਿਸ਼ਨਰ ਵੱਲੋਂ ਉਹ ਸੇਲ ਨੂੰ ਕਨਫਰਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਜਿਹੜੀ ਸੇਲ ਹੈ ਉਹ ਕਨਫਰਮ ਨਹੀਂ ਮੰਨੀ ਜਾਂਦੀ। ਤੇ ਜੇ ਕੋਈ ਅੱਗੇ ਫਰਦਰ ਹੈਗਾ ਐਪਲੀਕੇਸ਼ਨ ਟੂ ਸੈਟ ਅਸਾਈਡ ਦਾ ਸੇਲ, ਕੋਈ ਵੀ ਵਿਅਕਤੀ ਜਿਹੜਾ ਕੰਸਰਨਡ ਪਰਸਨ ਹੈਗਾ, ਕੋਈ ਅਗਰੀਵਡ ਪਰਸਨ ਹੈ ਜਾਂ ਕਿਸੇ ਨੂੰ ਸੇਲ ਕਰਨ ਦੇ ਵਿੱਚ ਆਕਸ਼ਨ ਦੇਣ ਦਾ ਬੋਲੀ ਦੇਣ ਦਾ ਮੌਕਾ ਨਹੀਂ ਮਿਲਿਆ ਜਾਂ ਉਹ ਸਮਝਦਾ ਜਾਣਬੁੱਝ ਕੇ ਕੋਈ ਇਦਾਂ ਦੀ ਗੱਲ ਹੋਈ ਹੈ ਵੀ ਮੈਨੂੰ ਤਾਂ ਪਤਾ ਨਹੀਂ ਚੱਲਿਆ ਤੇ ਇਨਫੈਕਟ ਮਨਾਦੀ ਹੋਈ ਨਹੀਂ ਪਿੰਡ ਦੇ ਵਿੱਚ, ਇਸ ਕਰਕੇ ਸਾਨੂੰ ਇਹ ਜਿਹੜਾ ਚਾਂਸ ਹੈ ਨਹੀਂ ਮਿਲਿਆ ਹੈਗਾ ਉਹ ਐਪਲੀਕੇਸ਼ਨ ਕਮਿਸ਼ਨਰ ਦੇ ਸਕਦਾ ਹੈ। ਕਮਿਸ਼ਨਰ ਉਸ ਦੀ ਐਪਲੀਕੇਸ਼ਨ ਨੂੰ ਕੰਸੀਡਰ ਕਰਕੇ ਡਿਨਾਈ ਵੀ ਕਰ ਸਕਦਾ ਹੈ ਤੇ ਜਿਹੜੀ ਸੇਲ ਹੈਗੀ ਆ ਉਸ ਨੂੰ ਕੈਂਸਲ ਵੀ ਕਰਾਇਆ ਜਾ ਸਕਦਾ ਹੈ। ਆਰਡਰ ਕਨਫਰਮਿੰਗ ਔਰ ਸੈਟਿੰਗ ਸਾਈਡ ਦਾ ਸੀ 92 ਹੈ ਜੀ ਸੈਕਸ਼ਨ ਦੇ ਵਿੱਚ 92 ਚ ਜਿਹੜੀ ਸੇਲ ਹੈਗੀ ਉਹ ਕਨਫਰਮ ਕੀਤੀ ਜਾ ਸਕਦੀ ਹੈ ਤੇ ਐਪਲੀਕੇਸ਼ਨ ਟਰਾਈ ਵੀ ਕੀਤੀ ਜਾ ਸਕਦੀ ਹੈ। ਰਿਫੰਡ ਆਫ ਪਰਚੇਜ ਮਨੀ ਔਨ ਸੈਟਿੰਗ ਸਾਈਡ ਦਾ ਸੇਲ। ਮੰਨ ਲਓ ਸੇਲ ਕਰ ਦਿੱਤੀ ਪ੍ਰੋਪਰਟੀ, ਹਾਈਐਸਟ ਬਿਡਰ ਨੂੰ ਜਿਹੜੀ ਹੈਗੀ ਹੈ ਉਹ ਸੇਲ ਹੋ ਗਈ, ਉਹਨੇ ਪੇਮੈਂਟ ਵੀ ਜਮ੍ਹਾਂ ਕਰਾਤੀ, 25% ਪੇਮੈਂਟ ਵੀ ਜਮ੍ਹਾਂ ਕਰਾਤੀ, 75% ਪੇਮੈਂਟ ਵੀ ਜਮ੍ਹਾਂ ਕਰਾਤੀ। ਫਿਰ ਕਿਸੇ ਬੰਦੇ ਨੇ ਐਪਲੀਕੇਸ਼ਨ ਦਿੱਤੀ ਕਮਿਸ਼ਨਰ ਦੇ ਜਾ ਕੇ, ਕਮਿਸ਼ਨਰ ਸੈਟੀਸਫਾਈ ਹੋਏ ਤੇ ਸੈਟੀਸਫਾਈ ਹੋਣ ਉਪਰੰਤ ਕੀ ਹੈਗਾ ਜਿਹੜੀ ਸੇਲ ਹੈ ਉਹ ਕੈਂਸਲ ਕਰ ਦਿੱਤੀ। ਸੇਲ ਕੈਂਸਲ ਹੋਣ ਤੋਂ ਬਾਅਦ ਔਨ ਦਾ ਪਾਰਟ ਉਹ ਵਿਅਕਤੀ ਜਿਹੜਾ ਹਾਈਐਸਟ ਬਿਡਰ ਹੈ ਉਹਦੀ ਕੋਈ ਗਲਤੀ ਨਹੀਂ, ਉਹਦੇ ਪਾਰਟ ਤੇ ਜਿਹੜੀ ਸੇਲ ਹੈ ਉਹ ਮਤਲਬ ਕੈਂਸਲ ਨਹੀਂ ਕੀਤੀ ਜਾ ਸਕਦੀ, ਕੈਂਸਲ ਨਹੀਂ ਹੋਈ, ਕਿਸੇ ਹੋਰ ਦੀ ਐਪਲੀਕੇਸ਼ਨ ਤੇ ਹੋਈ ਹੈ। ਇਸ ਕਰਕੇ ਜਿਹੜਾ ਉਹਦੀ ਪੇਮੈਂਟ ਹੈ ਉਹਦਾ ਰਿਫੰਡ ਨੂੰ ਸਾਰਾ ਦੇਣਾ ਪਏਗਾ ਗਵਰਨਮੈਂਟ ਵੱਲੋਂ। ਪ੍ਰੋਕਲੇਮੇਸ਼ਨ ਫॉर ਆਫਟਰ ਪੋਸਟਪੇਮੈਂਟ ਔਨ ਦਾ ਔਰ ਔਨ ਰੀਸੇਲ। ਜੇ ਦੁਬਾਰਾ ਅਸੀਂ ਰੀਸੇਲ ਕਰਾਂਗੇ ਉਸ ਪ੍ਰੋਪਰਟੀ ਨੂੰ ਫਿਰ ਸਾਨੂੰ ਦੁਬਾਰਾ ਉਹ ਨਵੇਂ ਸਿਰੇ ਤੋਂ ਉਹੀ ਪ੍ਰੋਸੈਸ ਜਿਹੜਾ ਨੋਟਿਸ ਵਾਲਾ ਹੈਗਾ ਪ੍ਰੋਕਲੇਮੇਸ਼ਨ ਵਾਲਾ 30 ਡੇਜ਼ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪਏਗਾ, ਮਨਾਦੀ ਕਰਨੀ ਪਏਗੀ। ਇਹ ਨਹੀਂ ਮਤਲਬ ਪ੍ਰਜੂਮ ਕੀਤਾ ਜਾਵੇਗਾ ਜੀ ਪਹਿਲਾਂ ਅਸੀਂ ਮਨਾਦੀ ਕਰਾ ਚੁੱਕੇ ਹਾਂ, ਸਭ ਕੁਝ ਹੋ ਚੁੱਕਿਆ ਹੈ, ਹੁਣ ਦੁਬਾਰਾ ਡੇਟ ਫਿਕਸ ਕਰ ਦਈਏ। ਨੋ, ਦੁਬਾਰਾ ਫਿਰ ਉਹੀ ਪ੍ਰੋਸੈਸ ਅਡਾਪਟ ਕਰਕੇ ਦੁਬਾਰਾ ਮਨਾਦੀ ਜਿਹੜੀ ਹੈਗੀ ਹੈ ਕਰਾਣੀ ਪਏਗੀ ਤੇ ਦੁਬਾਰਾ ਹੀ ਡੇਟ ਟਾਈਮ ਫਿਕਸ ਕਰਕੇ ਦੁਬਾਰਾ ਅਸੀਂ ਆਪਸ਼ਨ ਕਰ ਸਕਦੇ ਹਾਂ। 95 ਹੈ ਔਨ ਕਨਫਰਮੇਸ਼ਨ ਆਫ ਸੇਲ ਪੋਜੈਸ਼ਨ ਐਂਡ ਸਰਟੀਫਿਕੇਟ ਟੂ ਬੀ ਗ੍ਰਾਂਟਡ। ਜਦੋਂ ਸੇਲ ਫਾਈਨਲ ਹੋ ਗਈ ਕਿਸੇ ਵਿਅਕਤੀ ਦੇ ਨਾਮ ਤੇ ਤਾਂ ਉਸ ਵਿਅਕਤੀ ਨੂੰ ਜਿਹੜਾ ਸੇਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਤੇ ਉਹਨੂੰ ਪੋਜੈਸ਼ਨ ਦੀ ਕਾਰਵਾਈ ਇਸ 95 ਸੈਕਸ਼ਨ ਦੇ ਤਹਿਤ ਦਿੱਤੀ ਜਾਵੇਗੀ। ਪ੍ਰੋਸੀਡਸ ਆਫ ਦਾ ਸੇਲ 96 ਹੈ ਪ੍ਰੋਸੀਡਸ ਆਫ ਦਾ ਸੇਲ। ਪ੍ਰੋਸੀਡਸ ਆਫ ਦਾ ਸੇਲ ਕੀ ਹੈ? ਜੋ ਅਮਾਉਂਟ ਹੈ ਬੋਲੀ ਜ਼ਮੀਨ ਬੋਲੀ ਵੇਚਤੀ, ਬੋਲੀ ਤੇ ਜ਼ਮੀਨ ਮੰਨ ਲਓ 20 ਲੱਖ ਰੁਪਏ ਦੀ ਬੋਲੀ ਹੋ ਗਈ, ਬੰਦੇ ਵੱਲ ਪੈਸੇ ਸੀ 15 ਲੱਖ ਰੁਪਈਆ, ਤਾਂ ਜਿਹੜਾ 5 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈਗੀ ਹੈ ਖਰਚੇ ਕੱਢ ਕੇ ਜਿਹੜੀ 5 ਲੱਖ ਰੁਪਏ ਦੀ ਅਮਾਉਂਟ ਹੈ ਉਹ ਮਾਲਕ ਨੂੰ ਜਿਹੜੀ ਉਹ ਜ਼ਮੀਨ ਹੈ ਉਹਨੂੰ ਵਾਪਸ ਕੀਤੀ ਜਾਵੇਗੀ। ਜੇਕਰ ਉਹਦੇ ਵੱਲ ਡਿਊ 25 ਲੱਖ ਰੁਪਇਆ ਸੀਗਾ ਤਾਂ 20 ਲੱਖ ਰੁਪਏ ਉਹਦਾ ਐਡਜਸਟ ਹੋਏਗਾ, 5 ਲੱਖ ਰੁਪਏ ਦਾ ਫਿਰ ਉਹ ਬਾਕੀ ਦਾ ਰਹਿ ਜਾਏਗਾ। ਠੀਕ ਹੈ ਜੀ। ਇਹਦੇ ਨਾਲ ਜਿਹੜਾ ਆਪਾਂ ਕੱਲ ਡਿਸਕਸ ਕੀਤਾ ਸੀਗਾ ਉਹ ਇੱਥੇ ਖਤਮ ਹੁੰਦਾ ਤੇ ਅੱਜ ਅਸੀਂ ਸ਼ੁਰੂ ਕਰਾਂਗੇ ਚੈਪਟਰ ਚੈਪਟਰ 7 ਜੀ। ਅੱਜ ਅਸੀਂ ਸ਼ੁਰੂ ਕਰਾਂਗੇ ਚੈਪਟਰ 7 ਰਿਕਵਰੀ ਆਫ ਅਦਰ ਡਿਮਾਂਡਸ ਬਾਈ ਦਾ ਰੈਵਨਿਊ ਆਫਿਸਰਸ। ਇਹ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਜਿਹੜਾ ਚੈਪਟਰ 6 ਸੀਗਾ ਉਹ ਹੈਗਾ ਸੀ ਰਿਕਵਰੀ ਆਫ ਲੈਂਡ ਰੈਵਨਿਊ। ਹੁਣ ਇਹ ਨਹੀਂ ਜ਼ਰੂਰੀ ਵੀ ਇਕੱਲਾ ਲੈਂਡ ਰੈਵਨਿਊ ਹੀ ਰਿਕਵਰ ਕਰਨਾ ਹੁੰਦਾ ਹੈ, ਹੋਰ ਵੀ ਬਹੁਤ ਸਾਰੀਆਂ ਡਿਮਾਂਡਸ ਹੁੰਦੀਆਂ ਨੇ ਜਿਹੜੀਆਂ ਆਪਾਂ ਅੱਜ ਡਿਸਕਸ ਕਰਾਂਗੇ। ਹਾਂਜੀ ਚੈਪਟਰ 7 ਹੈ ਜੀ।
आवाज गूंजती है? हाँ जी, हाँ जी। ओके, थोड़ा मैं एक तो पीछे हटाऊं। हाँ जी, हाँ जी। ਅੱਜ ਅਸੀਂ ਨਵੇਂ ਸਿਰੇ ਤੋਂ ਡਿਸਕਸ ਕਰਾਂਗੇ ਚੈਪਟਰ 7। ਚੈਪਟਰ 7 ਹੈਗਾ ਜੀ ਰਿਕਵਰੀ ਆਫ ਅਦਰ ਡਿਮਾਂਡਸ ਬਾय ਦ ਰੈਵਨਿਊ ਆਫੀਸਰ। ਠੀਕ ਹੈ ਜੀ ਆਵਾਜ਼? हाँ जी, ठीक है जी। ਠੀਕ ਹੈ ਜੀ। रूम ਦਾ ਗੇਟ ਖੋਲ ਦਿਓ ਬੱਚੇ, रूम ਦਾ ਗੇਟ ਖੋਲ ਦਿਓ, ਆਵਾਜ਼ ਰਿਫਲੈਕਟ ਹੁੰਦੀ ਹੈ। Recovery of other demands by the revenue officers. Section 97. ठीक है जी, recovery of certain areas through revenue officer instead of suit. 97 section कहता है जी when a village officer ਜਦੋਂ ਕੋਈ ਪਟਵਾਰੀ ਹਲਕਾ ਜਾਂ ਨੰਬਰਦਾਰ required by rules under section 29 28 to collect the land revenue some recoverable as an area of the land revenue satisfies the revenue officer that the revenue or sum has fallen ਕੋਈ ਹੋਰ amount ਕਿਸੇ ਵਿਅਕਤੀ ਵੱਲ ਡਿਊ ਹੈ, ਲੈਂਡ ਰੈਵਨਿਊ ਨਹੀਂ ਹੈਗਾ, ਕੋਈ ਹੋਰ ਅਮਾਉਂਟ ਡਿਊ ਹੈ ਸਰਕਾਰੀ, ਤਾਂ ਉਹਦੀ ਰਿਕਵਰੀ ਵੀ ਰੈਵਨਿਊ ਆਫੀਸਰ ਵੱਲੋਂ ਐਜ਼ ਏਰੀਅਰ ਆਫ ਲੈਂਡ ਰੈਵਨਿਊ ਦੇ ਤਰੀਕੇ ਨਾਲ ਹੀ ਕੀਤੀ ਜਾ ਸਕਦੀ ਹੈ। ਜਿਵੇਂ ਆਪਾਂ ਨਹਿਰੀ ਦੀਵਾਨ ਦੀ ਗੱਲ ਕਰ ਲਈਏ, ਨਹਿਰੀ ਰਕਮ ਦੀ ਗੱਲ ਕਰ ਲਈਏ, ਲੋਕਲ ਰੇਟ ਦੀ ਗੱਲ ਕਰ ਲਈਏ, ਨੰਬਰਦਾਰੀ, ਪਚੋਤਰਾ, ਕਿਤੇ ਡਿਵੈਲਪਮੈਂਟ ਹੋਈ, ਇਰੀਗੇਸ਼ਨ ਦੀ ਕਿਤੇ ਨਵੀਂ ਨਹਿਰ ਨਿਕਲੀ, ਸਰਕਾਰ ਨੇ ਕੋਈ ਫੰਡ ਲਗਾ ਦਿੱਤੇ, ਡਿਸਟ੍ਰਿਕਟ ਬੋਰਡ ਐਕਟ ਦੇ ਤਹਿਤ ਕਿਸੇ ਨੂੰ ਰਿਕਵਰੀ ਪਾਤੀ, ਨਵੀਂ ਨਹਿਰ ਬਣੀ, ਸਾਰੇ ਪਿੰਡਾਂ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਨਵੇਂ ਖਾਲ ਬਣੇ, ਪਿੰਡ ਦੇ ਸਾਰੇ ਪਿੰਡ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਕੋਈ ਚਾਰਜ ਲਗਾ ਦਿੱਤੇ ਗਏ। ਇਹ ਮਤਲਬ ਅਦਰ ਡਿਮਾਂਡਸ ਆ ਜਾਂਦੀਆਂ। ਜਿਵੇਂ ਆਪਾਂ ਤੁਸੀਂ ਪਹਿਲਾਂ ਜਦੋਂ ਰਿਕਵਰੀ ਕਰਦੇ ਸੀਗੇ ਲੈਂਡ ਰੈਵਨਿਊ ਦੇ ਨਾਲ ਨਾਲ ਬਹੁਤ ਸਾਰੇ ਹੋਰ ਚਾਰਜਸ ਹੁੰਦੇ ਸੀ ਜਿਹੜੇ ਅਸੀਂ ਰਿਕਵਰ ਕਰਦੇ ਸੀਗੇ, ਉਹਨੂੰ ਪਰ ਲੈਂਡ ਰੈਵਨਿਊ ਨਹੀਂ ਕਹਿ ਸਕਦੇ ਸੀ। ਉਹ ਲੋਕਲ ਰੇਟ ਹੋ ਗਿਆ, ਪਚੋਤਰਾ ਹੋ ਗਿਆ, ਹੈ ਜੀ, ਇਰੀਗੇਸ਼ਨ, ਕਮਾਨ, ਨਹਿਰੀ ਪਾਣੀ ਦਾ ਖਰਚਾ, ਇਹ ਜਿਹੜੀਆਂ ਰਿਕਵਰੀਆਂ ਸੀਗੀਆਂ ਇਹਨਾਂ ਨੂੰ ਵੀ ਅਸੀਂ ਲੈਂਡ ਰੈਵਨਿਊ ਐਕਟ ਦੇ ਤਹਿਤ ਰਿਕਵਰ ਕਰ ਸਕਦੇ ਹਾਂ। ਇਹ 97 ਸੈਕਸ਼ਨ ਇਹ ਗੱਲ ਕਹਿੰਦੀ ਹੈ। ਹੈ ਜੀ, सरकारी भी हो सकती है जी। 47 ਦੀ ਕਰਦੇ ਆ, ਉਹ ਵੀ ਇਸੇ ਐਕਟ ਦੇ ਤਹਿਤ ਹੁੰਦੀ ਹੈ। ਦੇਖੋ, ਜੁਆਇੰਟ ਸਬ ਰਜਿਸਟਰਾਰ ਨੂੰ ਜਾਂ ਸਬ ਰਜਿਸਟਰਾਰ ਨੂੰ ਰਿਕਵਰੀ ਕਰਨ ਦੀਆਂ ਲੈਂਡ ਰੈਵਨਿਊ ਐਕਟ ਦੇ ਤਹਿਤ ਪਾਵਰਾਂ ਨਹੀਂ ਹੁੰਦੀਆਂ। ਠੀਕ ਹੈ, ਨੋਟਿਸ ਉਹ ਭੇਜ ਦਿੰਦੇ ਆ, ਨੋਟਿਸ ਭੇਜ ਕੇ ਰਿਕਵਰੀ ਦੀਆਂ ਪਾਵਰਾਂ ਜਿਹੜੀ ਰਿਕਵਰੀ ਕਰਦੇ ਆ ਉਹ ਐਜ਼ ਏ ਕਲੈਕਟਰ ਕਰਦੇ ਆ, ਅਸਿਸਟੈਂਟ ਕਲੈਕਟਰ ਲੈਂਡ ਰੈਵਨਿਊ ਐਕਟ ਦੇ ਤਹਿਤ। ਜਿਹੜੀ ਉਹ ਅਮਾਉਂਟ ਡਿਊ ਹੁੰਦੀ ਆ ਉਹ ਐਜ਼ ਏ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਡਿਊ ਹੁੰਦੀ ਹੈ। ਰਜਿਸਟ੍ਰੇਸ਼ਨ ਐਕਟ ਦੇ ਵਿੱਚ ਰਿਕਵਰੀ ਦੀ ਕੋਈ ਕਲੌਜ਼ ਨਹੀਂ ਹੈਗੀ। ਠੀਕ ਹੈ ਜੀ, ਉਹ ਕਲੌਜ਼ ਹੈਗੀਆਂ ਲੈਂਡ ਰੈਵਨਿਊ ਐਕਟ ਦੇ ਵਿੱਚ ਰਿਕਵਰੀ ਦੀਆਂ, ਜਿਵੇਂ ਕਿ ਐਜ਼ ਏ ਅਸਿਸਟੈਂਟ ਕਲੈਕਟਰ। ਅੱਗੇ ਸੈਕਸ਼ਨ 98 ਹੈਗਾ ਜੀ, ਉਹ ਕਹਿੰਦਾ ਵੀ ਕਿਹੜੇ ਕਿਹੜੇ ਸਮਝ ਨੇ, ਕਿਹੜੀ ਅਮਾਉਂਟਸ ਨੇ ਉਹ ਅਸੀਂ ਡਿਸਕਸ ਕਰਾਂਗੇ ਥੱਲੇ 98 ਦੇ ਵਿੱਚ, ਵੀ ਜਿਨ੍ਹਾਂ ਨੂੰ ਅਸੀਂ ਜਿਵੇਂ ਕਿ ਲੈਂਡ ਰੈਵਨਿਊ ਦੀ ਵਸੂਲੀ ਹੁੰਦੀ ਹੈ ਉਦਾਂ ਹੀ ਇਹਦੀ ਵਸੂਲੀ ਕਰ ਸਕਦੇ ਹਾਂ। ਆਵਾਜ਼ ਗੂੰਜ ਰਹੀ ਹੈ ਜੀ ਕਿ ਨਹੀਂ ਹੁਣ? ਠੀਕ ਹੈ ਆਵਾਜ਼? ਠੀਕ ਹੈ। ਹਾਂ, ਦੇਖੋ 98 ਦੀ ਕਲੌਜ਼ A ਹੈਗੀ ਹੈ। ਸੈਕਸ਼ਨ 98 ਦੀ ਕਲੌਜ਼ A ਪੜ੍ਹੋ ਜੀ। ਫੀਸ, ਫਾਈਨ, ਕਾਸਟ, ਅਦਰ ਚਾਰਜਸ ਇਨਕਲੂਡਿੰਗ ਵਿਲੇਜ ਆਫੀਸਰ ਸੈਸ, ਇਹਨਾਂ ਨੂੰ ਅਸੀਂ ਵਸੂਲੀ ਰੈਵਨਿਊ ਆਫੀਸਰ ਕਰ ਸਕਦਾ ਹੈ ਐਜ਼ ਏ ਲੈਂਡ ਰੈਵਨਿਊ ਦੀ ਤਰ੍ਹਾਂ। ਠੀਕ ਹੈ। B ਕਲੌਜ਼ ਹੈ ਜੀ। B ਕਲੌਜ਼ ਕੀ ਹੈ? ਜਦੋਂ ਕਿਸੇ ਖੇਤ ਦੇ ਵਿੱਚ, ਕਿਸੇ ਜ਼ਮੀਨ ਦੇ ਵਿੱਚ ਨੈਚੁਰਲ ਪ੍ਰੋਡਕਟ ਮਿਲ ਜਾਣ। ਠੀਕ ਹੈ, ਨੈਚੁਰਲ ਪ੍ਰੋਡਕਟ ਕਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰਕੇ ਹਟੇ ਹਾਂ, ਜਿਵੇਂ ਮਾਈਨਸ ਮਿਲ ਜਾਂਦੀਆਂ ਨੇ, ਜਿਵੇਂ ਸੈਕਸ਼ਨ 48 ਤੇ 41 ਤੇ 42 ਪੜ੍ਹਿਆ ਸੀ ਅਸੀਂ ਅਸੈਸਮੈਂਟ ਦੇ ਵਿੱਚ। ਮਾਈਨਸ ਮਿਲ ਜਾਂਦੀਆਂ, ਕੋਲ ਮਿਲ ਜਾਂਦਾ, ਗੋਲਡ ਮਿਲ ਜਾਂਦਾ, ਮਾਰਬਲ ਮਿਲ ਜਾਂਦਾ। ਉਹਨਾਂ ਦੇ ਅਗੇਂਸਟ ਕੀ ਹੁੰਦਾ, ਕੁਝ ਸਰਕਾਰ ਦੀ ਸ਼ੇਅਰਿੰਗ ਹੁੰਦੀ ਹੈ, ਕੁਝ ਵਿਅਕਤੀ ਦੀ ਸ਼ੇਅਰਿੰਗ ਹੁੰਦੀ ਹੈ। ਮੰਨ ਲਓ ਕੋਈ ਬੰਦੇ ਨੇ ਕੱਢ ਕੇ ਸਮਾਨ ਵੇਚ ਦਿੱਤਾ ਤਾਂ ਉਹ ਜਿਹੜੇ ਚਾਰਜਸ ਨੇ ਫਿਰ ਉਹ ਸਰਕਾਰ ਉਸ ਤੋਂ ਵਸੂਲ ਕਰ ਸਕਦੀ ਹੁੰਦੀ ਹੈ। ਠੀਕ ਹੈ, ਏਦਾਂ ਦੀ ਰਿਕਵਰੀ ਵੀ ਸਰਕਾਰ ਹੈ ਮਤਲਬ ਕਿ ਲੈਂਡ ਰੈਵਨਿਊ ਐਕਟ ਦੇ ਤਹਿਤ ਹੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਲੌਜ਼ C ਹੈ, ਫੀਸ ਟੂ ਦਾ ਡਿਸਟ੍ਰਿਕਟ ਬੋਰਡ। ਡਿਸਟ੍ਰਿਕਟ ਬੋਰਡ ਕੀ ਕੰਮ ਕਰਦਾ ਸੀ? ਡਿਸਟ੍ਰਿਕਟ ਬੋਰਡ ਔਰ ਲੋਕਲ ਬੋਰਡ। ਡਿਸਟ੍ਰਿਕਟ ਬੋਰਡ ਵੱਲੋਂ ਪੁਰਾਣੇ ਸਮੇਂ ਦੇ ਡਿਸਟ੍ਰਿਕਟ ਬੋਰਡ ਵੱਲੋਂ, ਲੋਕਲ ਬੋਰਡ ਵੱਲੋਂ ਕੁਝ ਏਰੀਆ, ਪਾਰਟਿਕੂਲਰ ਏਰੀਆ ਨੂੰ ਡਿਵੈਲਪ ਕੀਤਾ ਜਾਂਦਾ ਸੀਗਾ, ਜਾਂ ਲੋਕਲ ਰੇਟ
ਜਿਵੇਂ ਆਪਾਂ ਦੇਖਦੇ ਹਾਂ ਮਾਰਕੀਟ ਕਮੇਟੀ ਹੈ, ਸੜਕਾਂ ਬਣਾਉਂਦੀ ਹੈ ਪਿੰਡਾਂ ਦੇ ਵਿੱਚ, ਠੀਕ ਹੈ ਜੀ। ਉਸ ਵੇਲੇ ਜਿਹੜੇ ਚਾਰ, ਹੁਣ ਤਾਂ ਸਰਕਾਰ ਕੋਲੇ ਹੋਰ ਇਨਕਮ ਸੋਰਸ ਕਾਫੀ ਹੁੰਦੇ ਆ, ਉਸ ਵੇਲੇ ਇਨਕਮ ਸੋਰਸ ਹੋਰ ਜ਼ਿਆਦਾ ਨਾ ਹੋਣ ਕਰਕੇ ਤੇ ਜਿਹੜਾ ਇਹ ਸੀਗਾ ਪਿੰਡ ਦੇ ਲੈਂਡ ਓਨਰਸ ਤੋਂ ਹੀ ਰਿਕਵਰੀ ਕੀਤੀ ਜਾਂਦੀ ਸੀ, ਉਹਨਾਂ ਦੇ ਹੀ ਜਿਹੜਾ ਮਾਮਲਾ ਇਹ ਅਮਾਉਂਟ ਲਗਾ ਦਿੱਤੀ ਜਾਂਦੀ ਸੀਗੀ। ਇਸੇ ਕਰਕੇ ਇਹ 'ਚ ਲਿਖਿਆ ਗਿਆ ਵੀ ਫੀ ਪੇਏਬਲ ਟੂ ਦਾ ਡਿਸਟ੍ਰਿਕਟ ਬੋਰਡ ਔਰ ਲੋਕਲ ਬੋਰਡਸ ਅੰਡਰ ਸੈਕਸ਼ਨ 33 ਉਹਦਾ ਪੰਜਾਬ ਡਿਸਟ੍ਰਿਕਟ ਬੋਰਡ ਐਕਟ 1883 ਹੈਗਾ, ਸੈਕਸ਼ਨ 33 ਦੇ ਤਹਿਤ ਜਿਹੜੀ ਕੋਈ ਪੇਮੈਂਟ ਲਗਾਈ ਜਾਂਦੀ ਸੀਗੀ ਮਾਲਕਾਂ ਨੂੰ, ਪਿੰਡ ਦੇ ਮਾਲਕਾਂ ਨੂੰ, ਜਿੱਥੇ ਕੋਈ ਸਰਕਾਰ ਲੋਕਲ ਬੋਰਡ ਨੇ ਕੋਈ ਕੰਮ ਕੀਤੇ ਹੋਣੇ ਡਿਵੈਲਪਮੈਂਟ ਦੇ, ਉਸ ਇਲਾਕੇ 'ਚ ਪਰਟੀਕੂਲਰ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਕੁਝ ਪਿੰਡਾਂ ਦੇ ਵਿੱਚ, ਉੱਥੇ ਜਿਹੜੀ ਅਮਾਉਂਟ ਸੀਗੀ ਉਹ ਵੀ ਇਸੇ ਐਕਟ ਦੇ ਤਹਿਤ ਅਸੀਂ ਵਸੂਲ ਕਰ ਸਕਦੇ ਹਾਂ ਜੇ ਕੋਈ ਬੰਦਾ ਨਾ ਦਿੰਦਾ ਹੋਵੇ। ਫॉर द यूज ऑफ बेनिफिट्स ड्राइव ऑन सच वर्क्स, हाँ ठीक है। नेक्स्ट आ गया जी डी क्लॉज। डी क्लॉज क्या, सोर्स ऑफ इरिगेशन, वही सम्स लेविएबल बाय और अंडर द अथॉरिटी ऑफ द गवर्नमेंट एज वाटर रेट, अकाउंट ऑफ मेंटेनेंस मैनेजमेंट ऑफ द कैनाल्स। नहरां ਨੂੰ ਮੇਨਟੇਨੈਂਸ ਕਰਨ ਦੇ ਲਈ, ਨਹਿਰਾਂ ਦੀ ਮੇਨਟੇਨੈਂਸ ਕਰਨ ਦੇ ਲਈ, ਮੈਨੇਜਮੈਂਟ ਕਰਨ ਦੇ ਲਈ, ਉਹਦੇ ਕਿਨਾਰਿਆਂ ਨੂੰ, ਪਟੜੀਆਂ ਵਗੈਰਾ ਨੂੰ ਦੀ ਸਾਂਭ ਸੰਭਾਲ ਵਾਸਤੇ ਕੁਝ ਜੇ ਲੈਂਡ ਓਨਰ ਨੂੰ ਸਰਕਾਰ ਵੱਲੋਂ ਕੁਝ ਅਮਾਉਂਟ ਲਗਾਈ ਜਾਂਦੀ ਸੀਗੀ ਤਾਂ ਉਹਦੀ ਰਿਕਵਰੀ ਵੀ ਇਸੇ ਐਕਟ ਦੇ ਤਹਿਤ ਕੀਤੀ ਜਾ ਸਕਦੀ ਹੈ। ਅੱਗੇ ਡਬਲ ਡੀ ਕਲੌਜ਼ ਹੈ ਜੀ, ਇਹਦੀ ਡਬਲ ਡੀ ਸੈਕਸ਼ਨ 98 ਦੀ ਕਲੌਜ਼ ਡਬਲ ਡੀ, ਇਹ ਲੋਨ, ਹਾਊਸ ਲੋਨ ਵਗੈਰਾ ਦੀ ਗੱਲ ਕੀਤੀ ਗਈ ਹੈ ਇੱਥੇ। ਅ ਲੋਨ ਐਡਵਾਂਸਡ ਬਾਈ ਦ ਸਟੇਟ ਗਵਰਨਮੈਂਟ ਟੂਵਰਡਸ ਦ ਕਾਸਟ ਆਫ ਏ ਹਾਊਸ, ਘਰ ਬਣਾਉਣ ਦੇ ਲਈ ਕਿਸੇ ਨੂੰ ਐਡਵਾਂਸ ਦਿੱਤਾ ਜਾਂਦਾ ਸੀਗਾ। ਸਾਈਟ ਅੰਡਰ ਗਵਰਨਮੈਂਟ ਸਪਾਂਸਰਡ ਹਾਊਸਿੰਗ ਸਕੀਮ, ਕੋਈ ਗਵਰਨਮੈਂਟ ਸਪਾਂਸਰਡ ਹਾਊਸਿੰਗ ਸਕੀਮ ਹੈ, ਉਸ ਸਕੀਮ ਦੇ ਤਹਿਤ ਘਰ ਬਣਾ ਕੇ ਸਰਕਾਰ ਨੇ ਦਿੱਤੇ ਸੀਗੇ ਪਬਲਿਕ ਦੇ ਵਿੱਚ ਲੋਕਾਂ ਨੂੰ। ਉਸ ਸਕੀਮ ਦੇ ਤਹਿਤ ਜਿਹੜੀ ਕੋਈ ਕਿਸ਼ਤਾਂ ਬਣਾਈਆਂ ਸੀਗੀਆਂ ਜਾਂ ਕੋਈ ਅਮਾਉਂਟ ਫਿਕਸ ਕੀਤੀ ਸੀ, ਉਹ ਬੰਦਾ ਜਦੋਂ ਨਹੀਂ ਦਿੰਦਾ ਤਦ ਵੀ ਉਹ ਜਿਹੜੀ ਰਿਕਵਰੀ ਹੈ ਇਹਦੇ ਤਹਿਤ ਕੀਤੀ ਜਾਂਦੀ ਹੈ। ਡਬਲ ਡੀ ਕਲੌਜ਼ ਹੈ ਜੀ ਸੈਕਸ਼ਨ 98 ਦੀ। ਅੱਗੇ ਟ੍ਰਿਪਲ ਡੀ ਕਲੌਜ਼ ਹੈ, ਲੋਨ ਟੂ ਦਾ ਇੰਡਸਟਰੀਅਲ ਵਰਕਰਸ। ਪਾਕਿਸਤਾਨ ਦੀ ਵਾਰ ਹੋਈ, ਲੜਾਈ ਹੋਈ, ਜੰਗ ਹੋਈ, ਕਿਸੇ ਵਰਕਰਸ ਨੂੰ ਇੰਡਸਟਰੀਅਲਿਸਟ ਨੇ, ਫੈਕਟਰੀਆਂ ਬੰਦ ਹੋ ਗਈਆਂ, ਜਿਵੇਂ ਹੁਣ ਕਰੋਨਾ 'ਚ ਫੈਕਟਰੀਆਂ ਬੰਦ ਹੋਈਆਂ ਸੀਗੀਆਂ। ਇਸੇ ਤਰ੍ਹਾਂ ਜਦੋਂ ਪਾਕਿਸਤਾਨ ਦੀ ਵਾਰ ਹੋਈ 1965 ਦੇ ਵਿੱਚ, ਉਸ ਵੇਲੇ ਬਹੁਤ ਸਾਰੇ ਜਿਹੜੇ ਇੰਡਸਟਰੀਅਲ ਵਰਕਰ ਸੀਗੇ, ਇੰਡਸਟਰੀਆਂ ਬੰਦ ਹੋਣ ਦੇ ਕਾਰਨ ਇੰਡਸਟਰੀਅਲ ਵਰਕਰ ਸੀ ਬੇਰੁਜ਼ਗਾਰ ਹੋ ਗਏ ਸੀਗੇ। ਉਹਨਾਂ ਨੂੰ ਰੁਜ਼ਗਾਰ ਦੇਣ ਦੀ ਖਾਤਰ ਸਰਕਾਰ ਨੇ ਕੋਈ ਉਹਨਾਂ ਨੂੰ ਲੋਨ ਦਿੱਤੇ ਵੀ ਤੁਸੀਂ ਆਪਣਾ ਬਿਜ਼ਨਸ ਸੈਟਅਪ ਕਰ ਸਕਦੇ ਹੋ। ਉਹ ਲੋਨ ਦੀ ਰਿਕਵਰੀ ਵੀ ਜੇ ਕੋਈ ਬੰਦਾ ਸਮੇਂ ਸਿਰ ਨਹੀਂ ਸੀ ਅਦਾ ਕਰਦਾ, ਉਹਦੀ ਰਿਕਵਰੀ ਵੀ ਇਸ ਐਕਟ ਦੇ ਤਹਿਤ ਕੀਤੀ ਜਾ ਸਕਦੀ ਹੈ। ਨੈਕਸਟ ਆ ਗਿਆ ਜੀ ਡਬਲ ਡੀ ਕਲੌਜ਼, ਅ ਲੋਨ ਐਡਵਾਂਸ ਬਾਈ ਦ ਸਟੇਟ ਗਵਰਨਮੈਂਟ ਅੰਡਰ ਏ ਗਵਰਨਮੈਂਟ ਸਪਾਂਸਰਡ ਸਕੀਮ। ਕਿਹੜੀ ਸਕੀਮ? ਟੂ ਗਿਵ ਰਿਲੀਫ ਟੂ ਦ ਪਰਸਨਸ ਹੂ ਵਰ ਅਪਰੂਟਡ ਫਰੋਮ देयर ਹੋਮਸ, ਪ੍ਰੋਫੈਸ਼ਨ, ਟ੍ਰੇਡ। ਉਹੀ ਗੱਲ ਆ ਗਈ ਦੁਬਾਰਾ, 1965 ਦੀ ਜੰਗ ਦੇ ਵਿੱਚ ਕਿਸ ਦਾ ਘਰ ਖਤਮ ਹੋ ਗਿਆ, ਕਿਸ ਦਾ ਪ੍ਰੋਫੈਸ਼ਨ ਖਤਮ ਹੋ ਗਿਆ, ਕਿਸ ਦਾ ਵਪਾਰ ਖਤਮ ਹੋ ਗਿਆ, ਹੈ ਜੀ। ਪਾਕਿਸਤਾਨ ਦੀ ਜਦੋਂ ਸਤੰਬਰ 1965 ਦੇ ਕੋਈ ਜਦੋਂ ਜੰਗ ਲੱਗੀ ਹੈ, ਉਸ ਵੇਲੇ ਜਿਹੜੇ ਬੰਦਿਆਂ ਨੂੰ ਲਾਸ ਹੋਇਆ ਉਹਨਾਂ ਨੂੰ ਸਰਕਾਰ ਨੇ ਕੋਈ ਲੋਨ ਦਿੱਤੇ, ਉਹਦੀ ਰਿਕਵਰੀ, ਜਦੋਂ ਲੋਨ ਨਹੀਂ ਭਰੇ ਤਾਂ ਉਹਦੀ ਰਿਕਵਰੀ ਵੀ ਇਸ ਐਕਟ ਤਹਿਤ ਕਰ ਸਕਦੇ ਹਾਂ। ਫਿਰ ਕੀ ਹੈ ਡਬਲ ਡੀ ਦੀ ਕਲੌਜ਼ 2, ਉਹ 'ਚ ਕੀ ਹੈ? ਉਹ 'ਚ ਇਹ ਹੈ ਵੀ ਜਦੋਂ ਐਂਟੀ ਪੰਜਾਬੀ ਸੂਬਾ ਐਜੀਟੇਸ਼ਨ ਚੱਲੀ, ਐਂਟੀ ਪੰਜਾਬੀ ਸੂਬਾ ਐਜੀਟੇਸ਼ਨ ਚੱਲੀ, ਉਸ ਐਜੀਟੇਸ਼ਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਲਾਸ ਹੋਇਆ, ਕਿਸੇ ਦੇ ਘਰ ਫੁੱਗੇ, ਕਿਸੇ ਦੇ ਬਿਜ਼ਨਸ ਫੁੱਗੇ, ਦੁਕਾਨਾਂ ਫੁੱਗੀਆਂ, ਠੀਕ ਹੈ ਜੀ। ਗੁੱਡਸ ਸਟਾਕ ਸੀਗੇ ਉਹ ਵੀ ਫੁੱਗੇ। ਇਹ ਮਾਰਚ 1966 ਦੀ ਗੱਲ ਕਰ ਰਿਹਾ ਜੀ। ਮਾਰਚ 1966 ਦੇ ਵਿੱਚ ਪੰਜਾਬੀ ਸੂਬਾ ਐਜੀਟੇਸ਼ਨ ਚੱਲੀ ਸੀ ਪੰਜਾਬ ਦੇ ਵਿੱਚ। ਉਦੋਂ ਵੀ ਦੰਗੇ ਹੋਏ, ਲੋਕਾਂ ਦੇ ਬਿਜ਼ਨਸ ਖਰਾਬ ਹੋ ਗਏ, ਨੌਕਰੀਆਂ ਚਲੀਆਂ ਗਈਆਂ। ਉਹਦੇ ਵਿੱਚ ਵੀ ਕੀ ਹੈ, ਸਰਕਾਰ ਵੱਲੋਂ ਜਦੋਂ ਕੋਈ ਲੋਨ ਦਿੱਤੇ ਗਏ ਲੋਕਾਂ ਨੂੰ ਸਟੈਬਲਿਸ਼ ਹੋਣ ਦੇ ਲਈ, ਤਾਂ ਉਹਦੀ ਜਿਹੜੀ ਰਿਕਵਰੀ ਹੈ ਕਿਸੇ ਨੇ ਨਹੀਂ ਅਦਾ ਕੀਤੀ, ਉਹ ਵੀ ਇਸੇ ਐਕਟ ਦੇ ਤਹਿਤ ਅਮੈਂਡਮੈਂਟ ਕੀਤੀ ਗਈ ਹੈ ਤੇ ਇਸੇ ਐਕਟ ਤਹਿਤ ਰਿਕਵਰੀ ਕੀਤੀ ਜਾ ਸਕਦੀ ਹੈ। ਫਿਰ ਕੀ ਕਲੌਜ਼ ਸਬ ਕਲੌਜ਼ 3 ਹੈ ਜੀ, ਇਹਨੂੰ ਅਸੀਂ ਸਬ ਕਲੌਜ਼ ਕਹਿੰਦੇ ਆ। ਦੇਖੋ ਬੜਾ ਦੇਖਣ ਵਾਲੀ ਗੱਲ ਹੈਗੀ ਆ, ਆਪਾਂ ਪੜ੍ਹ ਰਹੇ ਪਹਿਲਾਂ ਕਲੌਜ਼ A B C D, ਫਿਰ ਡਬਲ ਡੀ, ਫਿਰ ਟ੍ਰਿਪਲ ਡੀ, ਫਿਰ 4D, ਇਹ ਕਲੌਜ਼ਾਂ ਨੇ। ਅੱਗੇ ਹੁਣ 4D ਦੀਆਂ ਅਸੀਂ ਸਬ ਕਲੌਜ਼ ਪੜ੍ਹ ਰਹੇ ਹਾਂ। ਸਬ ਕਲੌਜ਼ 1, ਸਬ ਕਲੌਜ਼ 2, ਸਬ ਕਲੌਜ਼ 3। ਜਦੋਂ ਅਸੀਂ ਆਨਸਰ ਲਿਖਣਾ ਹੈ ਤਾਂ ਉਸਨੂੰ ਪਹਿਲਾਂ ਸੈਕਸ਼ਨ ਲਿਖਣਾ ਹੈ, ਸੈਕਸ਼ਨ ਦੇ ਨਾਲ ਫਿਰ ਸਬ ਸੈਕਸ਼ਨ ਲਿਖਣਾ ਹੈ, ਸਬ ਸੈਕਸ਼ਨ ਦੇ ਨਾਲ ਫਿਰ ਅਸੀਂ ਕਲੌਜ਼ ਲਿਖਣੀ ਹੈ, ਕਲੌਜ਼ ਦੇ ਨਾਲ ਫਿਰ ਅਸੀਂ
सब क्लॉज लिखनी है, यानी कि इको लाइन ਦੇ ਵਿੱਚ ਹੀ ਲਿਖ ਦੇਣਾ ਸਾਰਾ ਕੁਝ ਹੀ, ਅਲੱਗ-ਅਲੱਗ ਕਰਨ ਦੀ ਲੋੜ ਨਹੀਂ ਹੈ। देखो मान लो सेक्शन 98 है, सेक्शन 98 ਇਹਦਾ सब सेक्शन ਇਹਦਾ ਅਸੀਂ ਪढ़ ਰਹੇ ਹਾਂ। सब सेक्शन ने बनाया नहीं, इन्हें सीधी क्लॉज दे दिया। क्लॉज ए आप डिस्कस कर रहे हैं, क्लॉज डी 4D क्लॉज 4D अगे सब क्लॉज सब क्लॉज 3 ਇੱਥੇ ਸੀ ਪਾਣਾ ਹੈ पंजाब लैंड रेवेन्यू एक्ट 1887। ऐदा ਅਸੀਂ ਇਹ ਇੱਥੇ ਲਿਖਾਂਗੇ आंसर, ऊपर पावांगे क्वेश्चन नंबर, मान लो क्वेश्चन नंबर 7 है, आंसर आंसर 7 पाके क्वेश्चन नंबर सी 7 पाता, इधर थले आंसर लिखता, आंसर लिख के फिर सी आ लिखेंगे पहला। देखो जी सानू ज्यादा कुछ लिखने की लोड़ नहीं होती, असि क्लॉज सब सेक्शन एरा वगैरह लिखने की जरूरत नहीं है, असि ऐसे लिखांगे। क्वेश्चन नंबर 7 ਉਹਦਾ आंसर लिख के PLA चाहे इतने लिख दो, PLA 18/7, ठीक है जी। क्वेश्चन ਤੇ ਨਹੀਂ ਮੈਂਸ਼ਨ ਕਰਨ ਦੀ ਲੋੜ ਸਰ, है जी, क्वेश्चन ਤੇ ਨਹੀਂ ਮੈਂਸ਼ਨ ਕਰਨ ਦੀ ਲੋੜ ਜੀ। क्वेश्चन नंबर 7 का लिखता, ਨਹੀਂ ਕੱਲਾ ਨੰਬਰ ਹੀ ਪਾ ਕੇ ਆਨਸਰ ਇੱਥੇ ਵੀ आंसर पा दो, ਇੱਥੇ पा दो ना आंसर। ਓਕੇ ਸਰ ਇੱਕ ਕੁਐਸਚਨ ਹੋਰ ਆ ਸਰ ਜੀ। ਇਹ ਡੈਫੀਨੇਸ਼ਨ ਵਿੱਚ ਆਪਣੇ ਸਾਰਾ ਦੇਣਾ ਹੁੰਦਾ है जी, ਜੋ ਡੈਫੀਨੇਸ਼ਨ ਵਗੈਰਾ ਆਉਂਦੀਆਂ ਵਾ हाँ ਉਹਦੇ ਵਿੱਚ ਵੀ ਇੱਕ ਸਾਰਾ ਵੇਰਵਾ ਦੇਣਾ ਹੈ। बिल्कुल देना है, बिल्कुल देना है। इस तो बगैर एग्जामिनर कितने देखेगा जाके, एग्जामिनर ने ਤੁਸੀਂ ਇਹ ਦੇਖਣਾ ਹੈ ਵੀ ਜਿਹੜਾ ਐਗਜ਼ਾਮੀਨਰ ਹੈ ਜਿਹਨੇ ਤੁਹਾਡਾ ਪੇਪਰ ਚੈੱਕ ਕਰਨਾ ਹੈ ਉਹਦੀ ਤੁਸੀਂ ਪਹੁੰਚ ਬਣਾਉਣੀ ਹੈ ਵੀ ਉਹ ਕਿੱਥੇ ਜਾਵੇ, ਕਿੱਥੇ ਜਾ ਕੇ ਤੁਹਾਡਾ ਆਨਸਰ ਦੇਖ ਕੇ ਚੈੱਕ ਕਰੇ। ਹੁਣ ਦੇਖੋ ਤੁਸੀਂ ਇਹ ਸੈਕਸ਼ਨ 98 ਲਿਖ ਦਿੱਤਾ, ਜਿਹੜਾ ਐਗਜ਼ਾਮੀਨਰ ਹੈ ਸੈਕਸ਼ਨ 98 ਖੋਲੇਗਾ, ਫਿਰ ਤੁਸੀਂ ਇਹ ਕਲੌਜ਼ ਲਿਖਤੀ 4D ਡਬਲ ਡੀ, ਠੀਕ ਹੈ। ਅੱਗੇ ਤੁਸੀਂ ਸਬ ਕਲੌਜ਼ ਲਿਖਤੀ 3, ਹੁਣ ਇਸ ਦਾ ਜਿਹੜਾ ਆਪਾਂ ਹੁਣ ਪੜ੍ਹ ਰਹੇ ਸੀਗੇ 3 ਕਲੌਜ਼ ਸਬ ਕਲੌਜ਼ 3 ਪੜ੍ਹ ਰਹੇ ਸੀਗੇ, ਐਗਜ਼ਾਮੀਨਰ ਇੱਥੇ ਪਹੁੰਚੇਗਾ, ਤੁਹਾਨੂੰ ਇੱਥੇ ਕਲੌਜ਼ ਸਬ ਕਲੌਜ਼ ਵਗੈਰਾ ਲਿਖਣ ਦੀ ਲੋੜ ਨਹੀਂ, ਸਿੰਪਲ ਇਦਾਂ ਲਿਖੋ ਤੁਸੀਂ ਸੈਕਸ਼ਨ 98 ਇਹਦੀ ਬੈਕ ਪਾ ਦੋ ਇਹ ਕਲੌਜ਼ਸ, ਜੇ ਇੱਥੇ ਵਿਚਕਾਰ ਇੱਥੇ ਇਹ ਇਦਾਂ ਵੀ ਹੋ ਸਕਦਾ ਹੈ सेक्शन 98 सबसेक्शन 1 अगे क्लॉज ए भी हो सकती है, अगे सब क्लॉज 1 हो सकती है, इतना भी हो सकता है। मतलब ज्यादा उलझन की लोड़ नहीं है, सिंपल जिहा मेथड है बिल्कुल। ਤੁਸੀਂ ਆਪਣਾ ਆਨਸਰ ਲਿਖਣ ਤੋਂ ਪਹਿਲਾਂ ਇਹ ਲਿਖੋਗੇ ਸਾਰਾ ਵੀ ਕਿਹੜੀ ਬੁੱਕ ਹੈ ਉਹਦੀ ਸੈਕਸ਼ਨ ਕਿਹੜੀ ਹੈ, ਇਹ ਲਿਖ ਕੇ ਫਿਰ ਤੁਸੀਂ ਆਪਣਾ ਆਨਸਰ ਸ਼ੁਰੂ ਕਰੋਗੇ। ਆਨਸਰ ਲਿਖ ਕੇ ਇਹ ਲਿਖਣੀ ਹੈ ਪਹਿਲਾਂ, फिर अगे फर्द कार्रवाई तुसी पा लो जो भी है, ठीक है जी। अगे ਆਪਾਂ 4D ਦੀ क्लॉज पढ़ रहे सी 3 uprooted due to war aggression। हाँ मैं ਆਪਾਂ ਪੜਿਆ ਸੀਗਾ to give the relief to the such class of persons who are uprooted after the commencement of Punjab Land Act from their homes, professions, trade due to any war, aggression, internal disturbance। किसी भी स्टेट ਦੇ ਵਿੱਚ ਕਿ ਕੋਈ ਇੰਟਰਨਲ ਡਿਸਟਰਬੈਂਸ ਹੋ ਜਾਏ, ਕੋਈ ਝਗੜਾ ਹੋ ਜਾਏ, ਕੋਈ ਵਾਰ ਹੋ ਜਾਵੇ, ਕੋਈ ਐਗਰੈਸ਼ਨ ਹੋ ਜਾਏ, ਕੋਈ ਮੁਜ਼ਾਹਰਾ ਹੋ ਜਾਵੇ, ਕੋਈ ਨੈਚੁਰਲ ਕਲੈਮਿਟੀ ਆ ਜਾਵੇ, ਠੀਕ ਹੈ ਜੀ, ਕੋਈ ਵਾਰ ਹੋ ਜਾਏ, ਕੋਈ ਨੈਚੁਰਲ ਕਲੈਮਿਟੀ ਆ ਜਾਏ, ਕੋਈ ਦੰਗੇ ਹੋ ਜਾਣ, ਕਿਸੇ ਵੀ ਕਾਰਨ ਕੋਈ ਵੀ ਲਾਸ ਤੋਂ ਕੋਈ ਹੋ ਜਾਂਦਾ ਹੈ ਕਿਸੇ ਵਿਅਕਤੀ ਨੂੰ,
ਜਾਂ ਕਲਾਸ ਆਫ ਵਰਕਰਸ ਨੂੰ, ਕਲਾਸ ਆਫ ਪੀਪਲਸ ਨੂੰ ਕਿਸੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਕੋਈ ਦੰਗਾ ਫੈਲ ਜਾਂਦਾ ਹੈ, ਕਿਸੇ ਵੀ ਕਾਰਨ ਕੋਈ ਕਲੈਮਿਟੀ ਆ ਜਾਂਦੀ ਹੈ, ਕੋਈ ਫਲੱਡ ਆ ਜਾਂਦਾ ਹੈ, ਤੇ ਉਦੋਂ ਸਰਕਾਰ ਵੱਲੋਂ ਜਦੋਂ ਕੋਈ ਰਿਲੀਫ ਦਿੱਤੀ ਜਾਂਦੀ ਹੈ ਫਾਰ ਦਾ ਟਾਈਮਿੰਗ, ਜਿਹੜੀ ਰਿਲੀਫ ਦਿੱਤੀ ਜਾਂਦੀ ਹੈ ਉਹਦੀ ਰਿਕਵਰੀ ਬਾਅਦ ਵਿੱਚ ਕੀਤੀ ਜਾਂਦੀ ਹੈ ਸਮਾਂ ਪੈਣ ਤੇ। ਜਦੋਂ ਉਹ ਰਿਕਵਰੀ ਕੋਈ ਬੰਦਾ ਅਦਾ ਨਹੀਂ ਕਰਦਾ ਤਾਂ ਤੁਸੀਂ ਉਸ ਰਿਕਵਰੀ ਨੂੰ ਵੀ ਇਸੇ ਐਕਟ ਦੇ ਤਹਿਤ ਰਿਕਵਰ ਕਰ ਸਕਦੇ ਹੋ। ਨੈਕਸਟ ਹੈਗਾ ਜੀ ਈ, ਸਮਸ ਪੇਬਲ ਟੂ ਦ ਗਵਰਨਮੈਂਟ ਬਾਈ ਅ ਪਰਸਨ ਹੂਜ਼ ਸ਼ੋਰਟੀ। ਜਦੋਂ ਕਿਸੇ ਬੰਦੇ ਨੇ ਕਿਸੇ ਦੀ ਸ਼ੋਰਟੀ ਦਿੱਤੀ ਹੀ ਹੁੰਦੀ ਹੈ, ਉਹ ਬੰਦਾ ਆਪ ਤਾਂ ਡਿਫਾਲਟਰ ਨਹੀਂ ਹੁੰਦਾ ਪਰ ਉਹਨੇ ਕਿਸੇ ਦੀ ਸ਼ੋਰਟੀ ਦਿੱਤੀ ਹੀ ਹੁੰਦੀ ਹੈ, ਉਹ ਸ਼ੋਰਟੀ ਦੀ ਰਕਮ ਵੀ ਅਦਾ ਕਰਦਾ ਜਾਂ ਡਿਫਾਲਟਰ ਤਾਂ ਅਦਾ ਕਰਦੀ ਨਹੀਂ ਕਰਦਾ, ਜੇ ਸ਼ੋਰਟੀ ਤੋਂ ਅਸੀਂ ਲੈਣ ਦੇ ਹੱਕਦਾਰ ਹੁੰਦੇ ਆ ਉਹ ਵੀ ਇਸ ਐਕਟ ਦੇ ਤਹਿਤ ਰਿਕਵਰੀ ਕੀਤੀ ਜਾ ਸਕਦੀ ਹੈ। ਨੈਕਸਟ ਹੈ ਸੈਕਸ਼ਨ 99, ਐਪਲੀਕੇਸ਼ਨ ਆਫ ਚੈਪਟਰ 6 ਟੂ ਸਮਸ ਰਿਕਵਰੇਬਲ ਅੰਡਰ ਦਿਸ ਚੈਪਟਰ। ਇਹਦੇ ਵਿੱਚ ਕਿਹਾ ਹੈਗਾ ਵੀ ਜਿਹੜਾ ਆਪਾਂ ਪਿਛਲੇ ਚੈਪਟਰ 6 ਪੜ੍ਹ ਕੇ ਗਏ ਆ, ਰਿਕਵਰੀ ਆਫ ਲੈਂਡ ਰੈਵਨਿਊ, ਠੀਕ ਹੈ ਜੀ, ਇੱਥੇ 99 ਚ ਨੇ ਇਹੀ ਕਿਹਾ ਵੀ ਉਹ ਜਿਹੜੀ ਰਿਕਵਰੀਆਂ ਇਦਾਂ ਦੀਆਂ ਹੁੰਦੀਆਂ ਨੇ ਉਹ ਚੈਪਟਰ 6 ਦੇ ਤਹਿਤ ਰਿਕਵਰੇਬਲ ਨੇ, ਚੈਪਟਰ 6 ਦੇ ਤਹਿਤ ਰਿਕਵਰੇਬਲ ਨੇ। ਇਸ ਮਤਲਬ ਕਿ ਐਕਟ ਦੇ ਚੈਪਟਰ 6 ਤਹਿਤ ਅਸੀਂ ਰਿਕਵਰ ਕਰ ਸਕਦੇ ਹਾਂ, ਛੋਟੀ ਕੋਲੋਂ ਵੀ ਕੋਈ ਵੀ ਹੋਵੇ। ਨੈਕਸਟ ਆ ਗਿਆ ਜੀ ਆਪਣਾ ਜਿਹੜਾ ਚੈਪਟਰ ਹੈ 8, ਸਰਵੇ ਐਂਡ ਬਾਉਂਡਰੀਜ਼। ਸਰਵੇ ਐਂਡ ਬਾਉਂਡਰੀਜ਼ ਇਹ ਤੁਹਾਡੇ ਸਾਰਿਆਂ ਨਾਲ ਰਿਲੇਟਡ ਚੈਪਟਰ ਹੈ ਤੇ ਸਾਨੂੰ ਹਰ ਰੋਜ਼ ਇਹਦੀ ਲੋੜ ਪੈਂਦੀ ਹੈ। ਅਸੀਂ ਇਸ ਐਕਟ ਦੇ ਤਹਿਤ ਕੰਮ ਕਰਦੇ ਹਾਂ, ਜਦੋਂ ਨਿਸ਼ਾਨਦੇਹੀਆਂ ਵਗੈਰਾ ਕਰਦੇ ਹਾਂ ਅਸੀਂ, ਹੈ ਜੀ। ਤੁਹਾਨੂੰ ਕੋਈ ਪੁੱਛ ਲੈਂਦਾ ਕਈ ਵਾਰੀ ਵੀ ਤੁਸੀਂ ਨਿਸ਼ਾਨਦੇਹੀ ਕਰਨਾ ਤੁਹਾਡੇ ਕੋਲ ਕੀ ਅਧਿਕਾਰ ਹੈ, ਤੁਸੀਂ ਕਿਸੇ ਦੇ ਖੇਤ 'ਚ ਕਿਵੇਂ ਐਂਟਰ ਕਰ ਸਕਦੇ ਹੋ ਡਿਮਾਰਕੇਸ਼ਨ ਕਰਨ ਦੇ ਲਈ, ਜਾਂ ਕੋਈ ਬੁਰਜੀ ਕਿਵੇਂ ਲਗਾ ਸਕਦੇ ਹੋ, ਬੁਰਜੀ ਲਗਾਉਣ ਦਾ ਤੁਹਾਡੇ ਕੋਲ ਕੀ ਰਾਈਟ ਹੈ, ਠੀਕ ਹੈ ਜੀ। ਇਹ ਜਿਹੜਾ ਸੈਕਸ਼ਨ ਜਿਹੜਾ ਇਹ ਚੈਪਟਰ ਹੈ 8 ਹੈ, ਸਰਵੇ ਐਂਡ ਬਾਉਂਡਰੀਜ਼, ਇਹਦੀ ਸੈਕਸ਼ਨ 100 ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋਗਾ ਜਿਹੜੇ ਬੰਦੇ ਆਪਣੇ ਕੋਈ ਆਫਿਸ ਕਾਨੂੰ ਕੋਲ ਲੱਗੇ ਹੋਏ ਨੇ ਜਾਂ ਰੀਡਰ ਲੱਗੇ ਹੋਏ ਨੇ ਤਹਿਸੀਲਦਾਰਾਂ ਦੇ, ਕਈ ਵਿਅਕਤੀ ਕੋਈ ਪੁੱਛ ਲੈਂਦੇ ਨੇ ਆਰਟੀ ਐਕਟ ਦੇ ਵਿੱਚ ਵੀ ਨਿਸ਼ਾਨਦੇਹੀ ਕਰਨ ਦੀਆਂ ਹਦਾਇਤਾਂ ਦੱਸੋ ਜੀ ਕੀ ਨੇ, ਆਰਟੀ 'ਚ ਮੰਗ ਕਰ ਲੈਂਦੇ ਆ, ਡਿਮਾਂਡ ਕਰ ਲੈਂਦੇ ਨੇ, ਤਾਂ ਉਹਦੇ 'ਚ ਕੀ ਕਰਨਾ ਹੁੰਦਾ, ਤੁਸੀਂ ਫਿਰ ਲੱਭੀ ਜਾਂਦੇ ਹੋ ਕਿੱਥੇ ਨੇ ਜੀ ਹਦਾਇਤਾਂ, ਕਿੱਥੋਂ ਦੀ ਹੈ ਜੀ, ਹੈ ਜੀ। ਕੋਈ ਐਸੀਆਂ ਨਹੀਂ ਮਿਲਦੀਆਂ ਆਪਾਂ ਨੂੰ, ਉੱਥੇ ਕੁਝ ਨਹੀਂ ਕਰਨਾ ਤੁਸੀਂ। ਜਦੋਂ ਕੋਈ ਇਦਾਂ ਦੀ ਡਿਮਾਂਡ ਕਰਦਾ ਹੈ ਆਰਟੀ ਐਕਟ ਦੇ ਤਹਿਤ ਵੀ ਨਿਸ਼ਾਨਦੇਹੀ ਦੀਆਂ ਹਦਾਇਤਾਂ ਦਿਓ, ਤਾਂ ਕਿ ਆ ਜਿਹੜਾ ਪੇਜ ਹੈਗਾ 100 ਸੈਕਸ਼ਨ 100 ਤੋਂ ਲੈ ਕੇ ਇਹ ਜਿਹੜਾ ਚੈਪਟਰ ਹੈਗਾ ਇਹਦੀ ਫੋਟੋ ਸੈਟ ਕਾਪੀ ਕਰਕੇ ਭੇਜ ਦਿਓ ਵਾਲਿਆਂ ਨੂੰ, ਠੀਕ ਹੈ ਜੀ। ਇਹ ਇਨਫੈਕਟ ਮਤਲਬ ਕਿ ਬਹੁਤ ਸਾਰੀ ਤੁਸੀਂ ਜਦੋਂ ਕੰਮ ਕਰੋਗੇ ਤੁਹਾਨੂੰ ਤੁਹਾਡੇ ਧਿਆਨ 'ਚ ਵੀ ਆਊਗਾ, ਤੁਹਾਨੂੰ ਵੀ ਲੋੜ ਪਏਗੀ ਇਹਦੀ। ਸੈਕਸ਼ਨ 100 ਦੀ ਗੱਲ ਕਰਾਂਗੇ ਜੀ ਆਪਾਂ। ਪਾਵਰ ਆਫ ਫਾਈਨੈਂਸ਼ੀਅਲ ਕਮਿਸ਼ਨਰ ਟੂ ਮੇਕ ਰੂਲਸ, ਆਦੇ ਲਈ ਫਾਰ ਦਾ ਡਿਮਾਰਕੇਸ਼ਨ ਆਫ ਦਾ ਬਾਉਂਡਰੀਜ਼ ਐਂਡ ਡਾਇਰੈਕਸ਼ਨ ਆਫ ਦਾ ਸਰਵੇ ਮਾਰਕਸ। ਜਦੋਂ ਕਿਸੇ ਬਾਉਂਡਰੀ ਦੀ ਡਿਮਾਰਕੇਸ਼ਨ ਕਰਨੀ ਹੈ ਜਾਂ ਸਰਵੇ ਮਾਰਕ ਲਗਾਉਣੇ ਨੇ, ਇਰੈਕਸ਼ਨ ਕਰਨੀ ਹੈ ਸਰਵੇ ਮਾਰਕ ਦੀ, ਤਾਂ ਕੀ ਹੈ FCR ਵੱਲੋਂ ਰੂਲ ਬਣਾਏ ਜਾਂਦੇ, ਠੀਕ ਹੈ ਜੀ। ਉਹਨਾਂ ਰੂਲਾਂ ਦੇ ਤਹਿਤ ਅਸੀਂ ਸਾਰੀ ਕਾਰਵਾਈ ਆਪਣੀ ਕਰਦੇ ਹਾਂ। What is this? Okay. Subsection 2 ਹੈਗਾ ਜੀ ਦਾ 100 ਦਾ, rules under this section may prescribe among other matters the forms of survey marks। ਜਿਹੜੇ ਸਰਵੇ ਮਾਰਕ ਨੇ ਉਹਦੀ ਕੀ ਕਿਸਮ ਹੋਏਗੀ, ਉਹ ਕਿੱਦਾਂ ਦੇ ਹੋਣਗੇ, ਉਹਦਾ ਸਾਈਜ਼ ਕੀ ਹੋਏਗਾ, ਕਿੰਨਾ ਲੰਮਾ ਹੋਏਗਾ, ਕਿੰਨਾ ਚੌੜਾ ਹੋਏਗਾ, ਕਿੰਨਾ ਉਹਦੀ ਲੈਂਥ ਕਿੰਨੀ ਹੋਏਗੀ, ਉਹਦੀ ਜਿਹੜੀ ਹੈਗੀ ਸਾਈਜ਼ ਕੀ ਹੋਏਗਾ, ਕਿੰਨੇ ਇੰਚ ਚੌੜਾ, ਕਿੰਨੇ ਇੰਚ ਮਤਲਬ ਉਹਦਾ ਸਕੇਅਰ ਸਾਈਜ਼ ਹੈ ਜਾਂ ਰੈਕਟੈਂਗਲ ਦੇ ਵਿੱਚ ਹੈ ਜਾਂ ਸਕੇਅਰ ਦੇ ਵਿੱਚ ਹੈ, ਲੈਂਥ ਕਿੰਨੀ ਹੈ, ਇਹ ਰੂਲ ਦੇ ਵਿੱਚ ਪ੍ਰਸਕ੍ਰਾਈਬ ਕੀਤਾ ਜਾ ਸਕਦਾ ਹੈ FCR ਵੱਲੋਂ। ਤੇ ਉਹਦਾ ਮਟੀਰੀਅਲ ਕਿਹੜਾ ਯੂਜ਼ ਹੋਏਗਾ, ਸੀਮੈਂਟ ਦਾ ਹੋਏਗਾ, ਕੰਕਰੀਟ ਕਿਹੜੀ ਹੋਏਗੀ, ਠੀਕ ਹੈ ਜੀ। ਇਹ ਵੀ ਜਿਹੜੇ ਰੂਲਸ ਨੇ, ਰੂਲਸ ਦੇ ਵਿੱਚ FCR ਵੱਲੋਂ ਦੱਸਿਆ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 101, ਪਾਵਰ ਆਫ ਰੈਵਨਿਊ ਆਫਿਸਰ ਟੂ ਡਿਫਾਈਨ ਦਾ ਬਾਉਂਡਰੀਜ਼। ਹੁਣ ਦੇਖੋ 101 ਹੈਗਾ, ਰੈਵਨਿਊ ਆਫਿਸਰ ਕੋਲੇ ਪਾਵਰ ਹੈ ਡਿਫਾਈਨ ਦਾ ਬਾਉਂਡਰੀਜ਼, ਜਿਹੜੀ ਬਾਉਂਡਰੀਆਂ ਨੂੰ ਡਿਫਾਈਨ ਕਰਨ ਦੀ। ਜਦੋਂ ਤੁਸੀਂ ਡਿਮਾਰਕੇਸ਼ਨ ਕਰਦੇ ਹੋ ਤੁਸੀਂ ਵਿਦ ਦਾ ਪਾਵਰਸ ਆਫ ਰੈਵਨਿਊ ਆਫਿਸਰ ਹੀ ਕੰਮ ਕਰਦੇ ਹੋ ਨਾ। ਜਿਹੜੀ ਐਪਲੀਕੇਸ਼ਨ ਹੁੰਦੀ ਹੈ ਪਾਰਟੀਸ਼ਨ, ਉਹਦੀ ਡਿਮਾਰਕੇਸ਼ਨ ਦੀ ਜਿਹੜੀ ਐਪਲੀਕੇਸ਼ਨ ਹੈ ਐਜ਼ ਏ ਕੋਰਟ ਕੇਸ ਡੀਲ ਹੁੰਦੀ ਹੈ, ਉਹਦੇ ਨਾਲ ਕੀ ਕਹਿੰਦੇ ਉਸ ਨੂੰ ਪਰਚਾ ਲੱਗਦਾ ਨਾਲ, ਜਿਹਦੇ ਨਾਲ ਅਸੀਂ ਅੱਗੇ ਫਰਦਰ ਪਾਰਟੀ ਨੂੰ ਸਮਨਿੰਗ ਕਰਵਾਉਂਦੇ ਹਾਂ, ਫੀਸ ਲੱਗਦੀ ਹੈ ਨਾਲ, ਐਪਲੀਕੇਸ਼ਨ ਦਿੱਤੀ ਜਾਂਦੀ ਹੈ ਪਾਰਟੀ ਵੱਲੋਂ, ਠੀਕ ਹੈ ਜੀ। ਉਹ ਜਿਹੜੀ ਐਪਲੀਕੇਸ਼ਨ ਹੈ ਰੈਵਨਿਊ ਆਫਿਸਰ ਦੇ ਰਿਕਾਰਡ ਵਿੱਚ ਐਂਟਰ ਹੋ ਕੇ ਫਰਦਰ ਤੁਹਾਨੂੰ
ਕਾਰਵਾਈ ਦੇ ਲਈ ਕਾਨੂੰਨ ਹਲਕ ਨੂੰ ਭੇਜੀ ਜਾਂਦੀ ਹੈ, ਯਾਨੀ ਕਿ ਤੁਸੀਂ ਐਜ਼ ਏ ਕੋਰਟ ਕੇਸ ਉਹਦੀ ਮਿਸਲ ਤਿਆਰ ਹੁੰਦੀ ਹੈ ਤੇ ਉਹ ਤੁਹਾਡੇ ਵੱਲੋਂ ਨਿਸ਼ਾਨਦੇਹੀ ਹੋ ਕੇ ਆ ਜਾਂਦੀ ਹੈ, ਤਾਂ ਉਹਦੀ ਮਿਸਲ ਬਣ ਕੇ ਤਹਿਸੀਲਦਾਰ ਦੇ ਜਮ੍ਹਾਂ ਹੋ ਕੇ ਫਾਈਨਲ ਹੋ ਕੇ ਤੇ ਰਿਕਾਰਡ ਰੂਮ ਜਮ੍ਹਾਂ ਹੋ ਜਾਂਦੀ ਹੈ। ਇਸ ਕਰਕੇ ਇੱਥੇ ਲਿਖਿਆ ਗਿਆ ਪਾਵਰ ਆਫ ਦਾ ਰੈਵਨਿਊ ਆਫਿਸਰ ਟੂ ਡਿਫਾਈਨ ਦਾ ਬਾਉਂਡਰੀਜ਼। ਕੋਈ ਰਿਕਾਰਡ ਫਰੇਮ ਕਰਨਾ ਹੋਵੇ, ਰੈਵਨਿਊ ਆਫਿਸਰ ਨੇ, ਪਟਵਾਰੀ ਹਲਕਾ ਨੇ ਕੋਈ ਰਿਕਾਰਡ ਫਰੇਮ ਕਰਨਾ ਹੋਵੇ ਜਾਂ ਅਸੈਸਮੈਂਟ ਕਰਨੀ ਹੋਵੇ ਕਿਸੇ ਸਰਕਲ ਦੀ, ਕਿਸੇ ਫੀਲਡ, ਕਿਸੇ ਸਟੇਟ ਦੀ, ਕਿਸੇ ਪਿੰਡ ਦੀ, ਕਿਸੇ ਖੇਵੜ ਦੀ, ਕਿਸੇ ਖੇਤ ਦੀ ਜਾਂ ਖੇਤ ਦੇ ਕਿਸੇ ਪੋਰਸ਼ਨ ਦੀ, ਠੀਕ ਹੈ ਜੀ। ਅਸੈਸਮੈਂਟ ਕਰਨੀ ਹੋਵੇ ਜਾਂ ਰੈਵਨਿਊ ਰਿਪੋਰਟ ਤਿਆਰ ਕਰਨਾ ਹੋਵੇ ਜਾਂ ਕਿਸੇ ਦੀ ਅਰਜ਼ੀ ਆਈ ਹੋਵੇ ਨਿਸ਼ਾਨਦੇਹੀ ਕਰਨ ਦੇ ਮਕਸਦ ਦੇ ਲਈ, ਤਾਂ ਤੁਸੀਂ ਹੋਲਡਿੰਗ ਫੀਲਡ ਔਰ other portion of an estate may for the purpose of indicating those limits require survey marks to be erected or repaired। ਤੁਸੀਂ ਸਰਵੇ ਮਾਰਕ ਇਰੈਕਟ ਕਰ ਸਕਦੇ ਹੋ, ਨਵੀਂ ਬੁਰਜੀ ਲਗਵਾ ਸਕਦੇ ਹੋ, ਤਾਂ ਜੇ ਕੋਈ ਪੁਰਾਣੀ ਬੁਰਜੀ ਕਿਸੇ ਨੇ ਪੱਟਦੀ, ਤੋੜਦੀ, ਭੰਨਤੀ, ਉਹਦੀ ਰਿਪੇਅਰ ਵੀ ਕਰਵਾਈ ਜਾ ਸਕਦੀ ਹੈ। ਕਿਹੜੇ ਮਕਸਦ ਨੇ? ਕੋਈ ਨਵਾਂ ਰਿਕਾਰਡ ਤਿਆਰ ਹੋ ਰਿਹਾ ਹੈ ਜੀ, ਅਸੈਸਮੈਂਟ ਹੋ ਰਹੀ ਹੈ, ਜਾਂ ਕਿਸੇ ਵਿਅਕਤੀ ਨੇ ਅਰਜ਼ੀ ਦੇਤੀ ਵੀ ਮੇਰੀ ਜਿਹੜੀ ਬਾਉਂਡਰੀ ਹੈ ਉਹ ਖਰਾਬ ਹੋ ਗਈ, ਮੈਨੂੰ ਲੱਭ ਨਹੀਂ ਰਹੀ, ਪਤਾ ਨਹੀਂ ਲੱਗਦਾ ਮੇਰੀ ਕਿੱਥੇ ਹੁੰਦੀ ਹੈ, ਉਹਦੇ ਸੰਬੰਧ ਵਿੱਚ ਮਿਣਤੀ ਕਰਕੇ ਤੁਸੀਂ ਨਵੀਂ ਬੁਰਜੀ ਵੀ ਲਗਾ ਸਕਦੇ ਹੋ ਜਾਂ ਰਿਪੇਅਰ ਵੀ ਕਰਵਾਈ ਜਾ ਸਕਦੀ ਹੈ। ਨੈਕਸਟ ਹੈ 101 ਦਾ 2 ਪਾਰਟ ਹੈ ਜੀ। Defining the limits of any land under subsection 1, the revenue officer may cause survey marks to be erected on any boundary already determined। ਜਿਹੜੀ ਬਾਉਂਡਰੀ ਪਹਿਲਾਂ ਤੋਂ ਹੀ ਡਿਟਰਮਾਈਨ ਕੀਤੀ ਗਈ ਹੈ ਉਹਦੇ ਤੇ ਦੁਬਾਰਾ ਬੁਰਜੀ ਲਗਾਈ ਜਾ ਸਕਦੀ ਹੈ। ਕਿਸੇ ਨੇ ਬੁਰਜੀ ਪੱਟ ਦਿੱਤੀ ਹੋਵੇ ਜਾਂ ਕੋਈ ਕੋਰਟ ਦਾ ਆਰਡਰ ਆਇਆ ਹੋਵੇ ਵੀ ਇੱਥੇ ਤੁਸੀਂ ਬੁਰਜੀ ਨਹੀਂ ਹੈਗੀ, ਕਿਸੇ ਨੇ ਪੱਟ ਦਿੱਤੀ, ਬੁਰਜੀ ਲਗਵਾਓ, ਬਾਉਂਡਰੀ ਆਲਰੇਡੀ ਮਾਰਕ ਹੋਈ ਵੀ ਹੈ। ਬਾਈ ਆਰਡਰ ਆਫ ਐਨੀ ਕੋਰਟ, ਐਨੀ ਕੋਰਟ ਮਤਲਬ ਸਿਵਲ ਕੋਰਟ ਵੀ ਹੋ ਸਕਦੀ ਹੈ, ਰੈਵਨਿਊ ਕੋਰਟ ਵੀ ਹੋ ਸਕਦੀ ਹੈ, ਜਾਂ ਫਿਰ ਫੋਰੈਸਟ ਸੈਟਲਮੈਂਟ ਆਫਿਸਰ ਦੀ ਵੀ ਕੋਰਟ ਹੋ ਸਕਦੀ ਹੈ। ਕਿਸੇ ਨੇ ਜੰਗਲਾਤ ਦੀ ਕੋਈ ਬੁਰਜੀ ਪੱਟ ਦਿੱਤੀ ਹੋਵੇ, ਆਲਰੇਡੀ ਬਾਉਂਡਰੀ ਡਿਮਾਰਕੇਟ ਕੀਤੀ ਹੋਈ ਹੈ, ਕਿਸੇ ਨੇ ਫੋਰੈਸਟ ਦੀ ਬੁਰਜੀ ਪੱਟ ਦਿੱਤੀ ਹੋਵੇ, ਕਿਸੇ ਨੇ ਦੂਜੇ ਨੇ ਜਾ ਕੇ ਕੰਪਲੇਂਟ ਕਰਤੀ ਹੋਵੇ, ਡਿਪਾਰਟਮੈਂਟ ਨੇ ਕੰਪਲੇਂਟ ਕੀਤੀ ਹੋਵੇ ਜਾ ਕੇ ਰੈਵਨਿਊ ਆਫਿਸਰ ਦੀ ਵੀ ਉਹ ਫਲਾਣੇ ਬੰਦੇ ਨੇ ਬੁਰਜੀ ਪੱਟ ਦਿੱਤੀ, ਉਹ ਵੱਖਰੀ ਕ੍ਰਿਮੀਨਲ ਕਾਰਵਾਈ ਤੋਂ ਇਲਾਵਾ ਇਸ ਸੈਕਸ਼ਨ ਦੇ ਤਹਿਤ ਅਸੀਂ ਦੁਬਾਰਾ ਉਹ ਜਿਹੜੀ ਬੁਰਜੀ ਹੈਗੀ ਹੈ ਜਾ ਕੇ ਲਵਾ ਸਕਦੇ ਹਾਂ। Restore any survey mark already set up or by order of any court or any such officer। ਠੀਕ ਹੈ ਜੀ, ਇਰੈਕਟ ਵੀ ਕਰ ਸਕਦੇ ਹਾਂ ਤੇ ਰੀਸਟੋਰ ਵੀ ਕਰ ਸਕਦੇ ਹਾਂ, ਉਹਦੀ ਰਿਪੇਅਰ ਵੀ ਕਰਵਾ ਸਕਦੇ ਹਾਂ। ਅੱਗੇ ਆ ਗਿਆ ਜੀ ਸੈਕਸ਼ਨ 101A। ਦੇਖੋ ਇਹਦੇ ਵਿੱਚ ਹਰ ਇੱਕ ਸੈਕਸ਼ਨ ਦੇ ਵਿੱਚ ਨਾ ਇੱਕ ਲੈਂਡ ਦੀ ਅਲੱਗ-ਅਲੱਗ ਮੀਨਿੰਗ ਨਿਕਲਦਾ ਹੈ। ਬੜੇ ਧਿਆਨ ਦੇ ਨਾਲ ਤੁਹਾਨੂੰ ਪ੍ਰੈਕਟੀਕਲੀ ਤੌਰ ਤੇ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋ, ਸਭ ਨੂੰ ਤੁਸੀਂ ਕੰਮ ਕਰ ਹੀ ਰਹੇ ਹੋ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕੰਮ ਅਸੀਂ ਕਿਵੇਂ ਕਰ ਰਹੇ ਹਾਂ, ਕਿਸ ਆਰਡਰ ਦੇ ਤਹਿਤ ਕਰ ਰਹੇ ਹਾਂ, ਕਿਸ ਰੂਲ ਦੇ ਤਹਿਤ ਕਰ ਰਹੇ ਹਾਂ। ਠੀਕ ਹੈ, ਕਰਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਸਾਰੇ ਕਰਦੇ ਹਾਂ, ਰੋਜ਼ ਰੂਟੀਨ 'ਚ ਕਰਦੇ ਹਾਂ। ਕਿਵੇਂ ਕਰਦੇ ਹਾਂ, ਕਿੱਥੋਂ ਕਰਦੇ ਹਾਂ, ਕੀ ਸਾਡੇ ਕੋਲ ਅਧਿਕਾਰ ਖੇਤਰ ਸਾਡਾ ਕੀ ਹੈ, ਉਹਦੇ ਬਾਰੇ ਕਈ ਵਾਰੀ ਜਾਣਕਾਰੀ ਦੀ ਘਾਟ ਹੁੰਦੀ ਹੈ। ਇਸ ਕਰਕੇ ਹੁਣ ਅਸੀਂ ਦੁਬਾਰਾ ਦੇਖਦੇ ਹਾਂ 101A ਸੈਕਸ਼ਨ, ਪਾਵਰ ਟੂ ਫਿਕਸ ਬਾਉਂਡਰੀਜ਼ ਬਿਟਵੀਨ ਦ ਰਿਵਰਿੰਗ ਸਟੇਟਸ। ਜਿੱਥੇ ਆਮ ਤੌਰ ਤੇ ਹੁਣ ਤਾਂ ਚਲੋ ਮੇਰੇ ਖਿਆਲ ਹੈ ਇਹ ਇਨ ਪ੍ਰੈਕਟਿਸ ਘੱਟ ਹੋਏਗਾ, ਪਰ ਜਦੋਂ ਦਰਿਆਈ ਇਲਾਕਾ ਹੁੰਦਾ ਸੀਗਾ, ਦਰਿਆਵਾਂ ਦਾ ਇਲਾਕਾ ਸੀਗਾ, ਜਦੋਂ ਕੀ ਹੈਗਾ ਪਿੰਡਾਂ ਦੀਆਂ ਜਿਹੜੀਆਂ ਬਾਉਂਡਰੀਆਂ ਸੀਗੀਆਂ ਉਹ ਦਰਿਆ ਰੁੜ ਕੇ ਲੈ ਜਾਂਦਾ ਸੀ, ਖਤਮ ਕਰ ਦਿੰਦਾ ਸੀਗਾ ਕਿਸੇ ਸਮੇਂ ਤੇ ਜਾ ਕੇ, ਉਦੋਂ ਇਹ ਜਿਹੜਾ ਹੈਗਾ ਯੂਜ਼ ਹੁੰਦਾ ਸੀਗਾ ਸੈਕਸ਼ਨ 101A, ਪਾਵਰ ਟੂ ਫਿਕਸ ਬਾਉਂਡਰੀਜ਼ ਬਿਟਵੀਨ ਦਾ ਰੀਜਨਲ ਸਟੇਟਸ। ਮੰਨ ਲਓ 2 ਪਿੰਡਾਂ ਦੀ ਬਾਉਂਡਰੀ, 3 ਪਿੰਡਾਂ ਦੀ ਬਾਉਂਡਰੀ ਪੈਂਦੀ ਹੈ ਦਰਿਆ ਦੇ ਅਧਿਕਾਰ ਉਹਦੇ ਵਿੱਚ ਏਰੀਏ ਦੇ ਵਿੱਚ, ਉਹ ਬਾਉਂਡਰੀ ਨੂੰ ਦਰਿਆ ਰੁੜ ਕੇ ਲੈ ਜਾਂਦਾ, ਖਤਮ ਕਰ ਦਿੰਦਾ, ਪਤਾ ਨਹੀਂ ਚੱਲਦਾ ਕਿਹੜਾ ਖੇਤ ਕਿਹਦਾ, ਕਿਹੜਾ ਖੇਤ ਕਿਹਦਾ। ਉਦੋਂ ਫਿਰ ਦੁਬਾਰਾ ਜਿਹੜਾ ਪਾਣੀ ਹੈ ਉਹ ਚਲਾ ਜਾਂਦਾ ਹੈ, ਏਰੀਆ ਛੱਡ ਦਿੰਦਾ, ਦਰਿਆ ਦਾ ਏਰੀਆ ਬਦਲ ਲੈਂਦਾ, ਜ਼ਮੀਨ ਫਿਰ ਖਾਲੀ ਹੋ ਜਾਂਦੀ ਹੈ, ਫਿਰ ਉਸ ਬਾਉਂਡਰੀ ਨੂੰ ਦੁਬਾਰਾ ਡਿਮਾਰਕੇਟ ਕਰਕੇ ਸੈਟਅਪ ਅਸੀਂ ਕਰਦੇ ਹਾਂ 2 ਪਿੰਡਾਂ ਦੀ ਬਾਉਂਡਰੀ ਨੂੰ, ਉਹ ਇਸ ਸੈਕਸ਼ਨ ਦੇ ਤਹਿਤ ਕਰਦੇ ਹਾਂ। When any 2 or more states are subject to the river action and limits of any such state by the law, custom, decree or order applicable thereto liable to vary according as variations may from time to time. State government order a permanent boundary line to be fixed between any states। ਤਾਂ ਗਵਰਨਮੈਂਟ ਆਰਡਰ ਕਰੇਗੀ ਵੀ ਇਹਨਾਂ ਪਿੰਡਾਂ ਦੀ ਜਿਹੜੀ ਬਾਉਂਡਰੀ ਲੈਣਾ ਦੁਬਾਰਾ ਫਿਕਸ ਕੀਤੀ ਜਾਵੇ, ਜਾਂ ਜਿੰਨਾ ਪੋਰਸ਼ਨ ਖਤਮ ਹੋ ਗਿਆ ਉਸ ਪੋਰਸ਼ਨ ਦੀ ਦੁਬਾਰਾ ਮਿਣਤੀ ਕਰਕੇ ਦੁਬਾਰਾ ਫਿਕਸ ਕੀਤਾ ਜਾਵੇ। ਫਿਰ ਕੀ ਸਬਸੈਕਸ਼ਨ 2 ਕੀ ਕਹਿੰਦਾ 101A ਦਾ? ਸਬਸੈਕਸ਼ਨ 2 ਦੇ ਵਿੱਚ ਇਹ ਹੈਗਾ ਜਿਸ ਦਾ ਕਲੈਕਟਰ ਹੈ ਅਪਨ ਐਨ ਆਰਡਰ ਬੀਇੰਗ ਮੇਡ ਅੰਡਰ ਸਬਸੈਕਸ਼ਨ 1। ਸਬਸੈਕਸ਼ਨ 1 ਦੇ ਵਿੱਚ ਕੀ ਹੈ,
ਆਰਡਰ ਕਰਤਾ ਕਲੈਕਟਰ ਨੇ ਵੀ ਦੁਬਾਰਾ ਫਿਕਸ ਕੀਤੀ ਜਾਵੇ ਬਾਉਂਡਰੀ। ਸੈਕਸ਼ਨ 2 ਚ ਕੀ ਹੋਏਗਾ? ਦ ਕਲੈਕਟਰ ਸ਼ੈਲ ਫਿਕਸ ਏ ਬਾਉਂਡਰੀ ਲਾਈਨ ਬਿਟਵੀਨ ਸੱਚ ਸਟੇਟਸ। ਬਾਉਂਡਰੀ ਲਾਈਨ ਫਿਕਸ ਕੀਤੀ ਜਾਵੇਗੀ ਰੈਵਨਿਊ ਆਫਿਸਰ ਵੱਲੋਂ ਉਸ ਪਿੰਡ ਦੀ, ਦੋ ਪਿੰਡਾਂ ਦੀ ਆਪਸ ਦੇ ਵਿੱਚ। ਪੋਰਸ਼ਨ ਆਫ ਸੱਚ ਸਟੇਟ ਜਾਂ ਕੋਈ ਪਾਰਟਿਕੂਲਰ ਏਰੀਆ ਹੋਏਗਾ। ਐਂਡ ਸ਼ੈਲ ਡਿਮਾਰਕੇਟ ਦਾ ਸੇਮ ਇਨ ਅਕੋਰਡੈਂਸ ਵਿਦ ਦਾ ਰੂਲਸ ਮੇਡ ਅੰਡਰ ਸੈਕਸ਼ਨ 100 ਐਂਡ ਪ੍ਰੋਵੀਜ਼ਨਸ ਮੇਡ ਅੰਡਰ ਸੈਕਸ਼ਨ 101। ਜਿਹੜੇ ਆਪਾਂ ਉੱਪਰਲੇ ਪਹਿਲਾ ਸੈਕਸ਼ਨ ਪੜ੍ਹੇ ਨੇ 100 ਤੇ 101, ਉਹੀ ਪ੍ਰੋਵੀਜ਼ਨ ਇੱਥੇ ਲਾਗੂ ਹੋਣਗੀਆਂ। ਮਤਲਬ ਬੁਰਜੀਆਂ ਲਗਾਈਆਂ ਜਾਣਗੀਆਂ, ਕਿਹੜੇ ਸਾਈਜ਼ ਦੀਆਂ ਬੁਰਜੀਆਂ ਲਗਾਈਆਂ ਜਾਣਗੀਆਂ, ਜੋ ਰੂਲ ਪ੍ਰੋਵਾਈਡ ਕਰਨਗੇ। ਠੀਕ ਹੈ ਜੀ। ਸਬ ਸੈਕਸ਼ਨ 'ਚ 2 'ਚ ਇਹੀ ਕਿਹਾ ਵੀ ਸੈਕਸ਼ਨ 100 ਤੇ 101 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਜਦੋਂ ਦੋ ਪਿੰਡਾਂ ਦੀ ਜਿਹੜੀ ਬਾਉਂਡਰੀ ਹੈ ਉਹਦੀ ਜਿਹੜੀ ਡਿਮਾਰਕੇਸ਼ਨ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਬਾਉਂਡਰੀ ਸੈਟਅਪ ਕਰਨੀ ਹੈ। ਸਬ ਸੈਕਸ਼ਨ 3 ਕੀ ਹੈ ਜੀ? ਐਵਰੀ ਸੱਚ ਬਾਉਂਡਰੀ ਲਾਈਨ ਸ਼ੈਲ ਬੀ ਫਿਕਸਡ ਵਿਦ ਡਿਊ ਰਿਗਾਰਡ ਟੂ ਦਾ ਹਿਸਟਰੀ ਆਫ ਦਾ ਸਟੇਟਸ। ਉਹ ਕਹਿੰਦੇ ਵੀ ਇੱਥੇ ਪਿੰਡ ਦੀ ਜਿਹੜੀ ਹਿਸਟਰੀ ਚਲੀ ਆ ਰਹੀ ਹੈ ਉਹਨੂੰ ਵੀ ਰਿਗਾਰਡ 'ਚ ਧਿਆਨ 'ਚ ਰੱਖਣਾ ਹੈਗਾ। ਉਹਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਕਾਰਵਾਈ ਕਰਨੀ ਹੈ। ਐਂਡ ਦਾ ਇੰਟਰਸਟ ਆਫ ਦਾ ਪਰਸਨਸ, ਉਹਨਾਂ ਲੋਕਾਂ ਦੇ ਇੰਟਰਸਟ ਵੀ ਅਸੀਂ ਬਾਤ ਕਰਨੇ ਨਾਲ ਨਾਲ ਜਿਹੜੇ ਪਿੰਡਾਂ ਦੀ ਜਿਹੜੀ ਬਾਉਂਡਰੀ ਨਵੀਂ ਸਿਰੇ ਤੋਂ ਕਾਇਮ ਕਰਨੀ ਹੈ, ਰਿਸਪੈਕਟਿਵਲੀ ਓਇੰਗ ਦੈਮ ਔਰ ਪੋਜੈਸਿੰਗ ਰਾਈਟਸ, ਜਿਹੜਾ ਉਹਦੇ ਪੋਜੈਸਰੀ ਰਾਈਟਸ ਨੇ ਉਹਨਾਂ ਨੂੰ ਵੀ ਬੰਦੇ ਨਜ਼ਰ ਰੱਖਣਾ ਹੈਗਾ। ਇਨ ਸਚ ਮੈਨਰ ਐਜ਼ ਮੇ ਬੀ ਜਸਟ ਐਂਡ ਇਕੁਇਟੇਬਲ ਇਨ ਦਾ ਸਰਕਮਸਟੈਂਸਸ ਆਫ ਦਾ ਈਚ ਕੇਸ। ਹਰ ਕੇਸ ਵੱਖਰਾ ਵੱਖਰਾ ਹੋ ਸਕਦਾ ਹੈ। ਹਰ ਕੇਸ ਦੇ ਜਿਹੜੇ ਇੰਟਰਸਟ ਨੇ, ਪਰਸਨ ਦੇ ਇੰਟਰਸਟ ਨੇ, ਉਹ ਵੱਖਰੇ ਵੱਖਰੇ ਹੋ ਸਕਦੇ ਹੈ। ਇਸ ਕਰਕੇ ਜਿਹੜੀ ਪਿੰਡ ਦੀ ਜਿਹੜੀ ਹਿਸਟਰੀ ਹੈ ਉਹਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਕੰਮ ਉੱਤੇ ਨਵੀਂ ਬਾਉਂਡਰੀ ਲਾਈਨ ਕਾਇਮ ਕਰਨੀ ਹੈ ਉਹਦੇ ਮੁਤਾਬਕ ਕੀਤੀ ਜਾਂਦੀ ਹੈ। ਫਿਰ ਕੀ ਹੈ? ਸੈਕਸ਼ਨ 4 ਸਬ ਸੈਕਸ਼ਨ 4 ਕੀ ਹੈ ਜੀ? ਨੋ ਸਚ ਬਾਉਂਡਰੀ ਲਾਈਨ ਸ਼ੈਲ ਬੀ ਡੀਮਡ ਟੂ ਹੈਵ ਬੀਨ permanently fixed. It has been approved by the financial commissioner. सबसेक्शन 4 की कहते हैं ਤੁਸੀਂ ਬਾਉਂਡਰੀ ਪਰਮਾਨੈਂਟ ਤੁਸੀਂ ਬਾਉਂਡਰੀ ਬਣਾਤੀ, ਡਿਮਾਰਕੇਟ ਹੋ ਗਈ, ਦੋ ਪਿੰਡਾਂ ਦੀ ਲਾਈਨ ਬਣ ਗਈ। ਠੀਕ ਹੈ ਜੀ। ਹਰ ਮੋੜ ਦੇ ਉੱਪਰ, ਹਰ ਖੁੰਝੇ ਦੇ ਉੱਪਰ ਜਿੱਥੇ ਵੀ ਕੋਈ ਟੇਢਾ ਮੋੜ, ਕੋਈ ਐਂਗਲ ਬਣਿਆ, ਚਾਹੇ ਉਹ ਐਂਗਲ ਤੁਹਾਡੇ ਕੋਲੇ 60 ਦਾ ਬਣਿਆ, 70 ਦਾ ਬਣਿਆ, 80 ਦਾ ਬਣਿਆ, 85 ਦਾ, 90 ਦਾ ਐਂਗਲ ਬਣਿਆ, ਜਿੱਥੇ ਵੀ ਕੋਈ ਐਂਗਲ ਬਣਦਾ ਉਸ ਐਂਗਲ ਦੇ ਉੱਪਰ ਜਿਹੜਾ ਕੋਰਨਰ ਹੁੰਦਾ ਹੈ ਉੱਥੇ ਬੁਰਜੀ ਤੁਸੀਂ ਲਗਾਓਗੇ। ਤੁਸੀਂ ਬੁਰਜੀਆਂ ਲਗਾਤੀਆਂ, ਬਾਉਂਡਰੀ ਲਾਈਨ ਫਿਕਸ ਬਣ ਗਈ। ਪਰ ਇਹਦੀ ਜਿਹੜੀ ਰਿਪੋਰਟ ਹੈਗੀ ਹੈ ਕਲੈਕਟਰ ਥਰੂ FCR ਕੋਲ ਜਾਏਗੀ। FCR ਵੱਲੋਂ ਹੀ ਜਿਹੜੀ ਬਾਉਂਡਰੀ ਲਾਈਨ ਉਹ ਫਿਕਸ ਹੋ ਗਈ, ਜਦੋਂ ਤੱਕ ਉਹ ਅਪਰੂਵ ਨਹੀਂ ਹੋ ਜਾਂਦੀ ਇਹ ਫਾਈਨਲ ਨਹੀਂ ਮੰਨੀ ਜਾਂਦੀ। ਜਦੋਂ FCR ਵੱਲੋਂ ਇਹ ਬਾਉਂਡਰੀ ਲਾਈਨ ਤੁਹਾਡੀ ਬਣਾਈ ਗਈ ਹੈ, ਅਪਰੂਵ ਕੀਤੀ ਜਾਂਦੀ ਹੈ, ਤਾਂ ਫਿਰ ਇਸ ਬਾਉਂਡਰੀ ਲਾਈਨ ਨੂੰ ਅਸੀਂ ਮੰਨਾਂਗੇ ਵੀ ਇਹ ਬਾਉਂਡਰੀ ਲਾਈਨ ਫਿਕਸ ਹੈਗੀ ਹੈ, ਫਿਕਸ ਹੋ ਗਈ ਹੈ। ਠੀਕ ਹੈ ਜੀ। ਨੈਕਸਟ ਸੈਕਸ਼ਨ ਹੈਗਾ ਜੀ 101B, effect of fixing a boundary between the regional states। ਇਹ ਕੀ ਹੈ? ਇਹਦਾ ਇਫੈਕਟ ਕੀ ਹੋਏਗਾ? ਤੁਸੀਂ ਬਾਉਂਡਰੀ ਲਾਈਨ ਦੇ ਵਿੱਚ ਦੋ ਪਿੰਡਾਂ ਦੀ ਬਾਉਂਡਰੀ ਲਾਈਨ ਨੂੰ ਇਫੈਕਟ, ਤੁਸੀਂ ਬਾਉਂਡਰੀ ਲਾਈਨ ਕਾਇਮ ਕਰਤੀ, ਮੇਜਰਮੈਂਟ ਕਰਕੇ ਤੁਸੀਂ ਬੁਰਜੀਆਂ ਲਗਾਤੀਆਂ, ਤਾਂ ਇਹਦਾ ਇਫੈਕਟ ਕੀ ਹੋਏਗਾ? ਪ੍ਰੋਪਰਾਈਟਰੀ ਐਂਡ ਆਲ ਅਦਰ ਰਾਈਟਸ, ਮਾਲਕੀ ਦੇ ਹੱਕ ਤੇ ਹੋਰ ਹੱਕ, ਇਨ ਐਵਰੀ ਹੋਲਡਿੰਗ, ਖੇਵੜ ਦੇ, ਖੇਤ ਦੇ ਜਾਂ ਕਿਸੇ ਪੋਰਸ਼ਨ ਦੇ, ਸੈਚੂਏਟ ਔਨ ਈਚ ਸਾਈਡ ਆਫ ਦਾ ਬਾਉਂਡਰੀ। ਮੰਨ ਲਓ ਬਾਉਂਡਰੀ ਬਣ ਗਈ, ਬਾਉਂਡਰੀ ਦੇ ਵਿੱਚ ਕੁਛ ਰਕਬਾ ਦੂਜੇ ਪਾਸੇ ਚਲਾ ਗਿਆ ਪਿੰਡ ਦੇ, ਕੁਛ ਰਕਬਾ ਦੂਜੇ ਪਾਸੇ ਚਲਾ ਗਿਆ ਪਿੰਡ ਦੇ। ਠੀਕ ਹੈ ਜੀ। ਜਿਹੜੇ ਪਾਸੇ ਚਲਾ ਗਿਆ ਉਸ ਪਿੰਡ ਦੇ ਮਾਲਕਾਂ ਦਾ ਬਣ ਗਿਆ ਉਹ। ਇੱਕ A ਪਿੰਡ ਹੈ, ਇੱਕ B ਪਿੰਡ ਹੈ। ਕੁਛ ਖੇਤ ਨੇ A ਵਾਲੇ ਪਾਸੇ ਚਲੇ ਗਏ, ਬੇਸ਼ੱਕ ਉਹਨੂੰ B ਖੇਤ ਵਾਲੇ ਬਾਹਰ ਸੀ ਹੁਣ ਮੌਕੇ ਤੇ। ਕੁਛ ਖੇਤ ਜਿਹੜੇ A ਵਾਲੇ ਨੇ ਬਾਹਰ A ਵਾਲੇ ਰਹੇ ਨੇ ਪਰ ਚਲੇ ਗਏ B ਖੇਤ ਦੇ, B ਪਿੰਡ ਦੇ ਵਿੱਚ ਚਲੇ ਗਏ। ਠੀਕ ਹੈ ਜੀ। ਜਦੋਂ ਬਾਉਂਡਰੀ ਲਾਈਨ ਬਣ ਗਈ ਤਾਂ ਜਿਹੜੇ ਉਹ ਰਾਈਟਸ ਨੇ, ਜਿਹੜੇ A ਪਿੰਡ ਚਲੇ ਗਏ ਉਹ A ਪਿੰਡ ਦੇ ਮਾਲਕਾਂ ਦੇ ਹੋ ਗਏ, ਜਿਹੜੇ ਖੇਤ B ਪਿੰਡ ਚਲੇ ਗਏ ਉਹ B ਪਿੰਡ ਦੇ ਮਾਲਕਾਂ ਦੇ ਹੋ ਗਏ। ਠੀਕ ਹੈ ਜੀ। ਇਹ ਸਿੰਪਲ ਜੀ ਗੱਲ ਹੈਗੀ ਹੈ। ਇਹ ਸੈਕਸ਼ਨ ਜਿਹੜਾ ਹੈਗਾ 4 ਹੈਗਾ, 101B ਹੈਗਾ। which lies on that side of the boundary in the landowners of the state which lies on the side of the boundary line on which such holding, field or other portion of an estate is situated। ਜਿਹੜੇ ਪਾਸੇ ਪਿੰਡ, ਜਿਹੜੇ ਪਾਸੇ ਖੇਤ ਚਲਾ ਗਿਆ ਉਸ ਪਿੰਡ ਦੇ ਮਾਲਕ ਦਾ ਬਣ ਗਿਆ। ਅੱਗੇ ਜਿਹੜਾ ਸੈਕਸ਼ਨ ਇਹਦੀ ਪ੍ਰੋਵੀਜ਼ੋ ਦਿੱਤੀ ਹੈ, ਪ੍ਰੋਵੀਜ਼ੋ 1, 101B ਦੀ ਪ੍ਰੋਵੀਜ਼ੋ 1, ਇਹ ਥੋੜਾ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਜੀ। ਮੰਨ ਲਓ A ਪਿੰਡ ਦੇ ਵਿੱਚ
ਰਕਬਾ ਫਾਲ ਕਰਦਾ ਸੀਗਾ। ਧਿਆਨ ਨਾਲ ਸੁਣਨਾ ਜਰਾ, ਇਹ ਪਿੰਡ ਦੇ ਵਿੱਚ ਰਕਬਾ ਫਾਲ ਕਰਦਾ ਸੀਗਾ, ਠੀਕ ਹੈ। ਉਹਨੂੰ ਕੋਈ ਐਫ ਜਾਂ ਜੀ ਐਚ ਨਾਮ ਦਾ ਕੋਈ ਬੰਦਾ ਉਹਨੂੰ ਕਲਟੀਵੇਟ ਕਰਦਾ ਸੀ, ਉੱਥੇ ਉਹ ਆਪਣੀ ਫਸਲ ਬੀਜਦਾ ਸੀਗਾ, ਖੇਤੀ ਕਰ ਰਿਹਾ ਸੀਗਾ। ਡਿਮਾਰਕੇਸ਼ਨ ਹੋਈ, ਉਹ ਰਕਬਾ ਸਪੋਜ਼ ਕਰੋ B ਪਿੰਡ ਚਲਾ ਗਿਆ, ਠੀਕ ਹੈ ਜੀ। ਖੇਤੀ ਕਰ ਰਿਹਾ ਸੀ ਕੋਈ ਬੰਦਾ ਸੰਤ ਸਿੰਘ ਦੇ ਨਾਮ ਦਾ, ਮੰਨ ਲਓ ਪਿੰਡ A ਸੀਗਾ, ਇਹ ਪਿੰਡ ਦਾ ਕੋਈ ਵਿਅਕਤੀ ਸੰਤ ਸਿੰਘ ਨਾਮ ਦਾ ਕੋਈ ਬੰਦਾ ਖੇਤੀ ਕਰ ਰਿਹਾ ਸੀਗਾ। ਜਦੋਂ ਬਾਉਂਡਰੀ ਲਾਈਨ ਦੁਬਾਰਾ ਨਵੀਂ ਬਣੀ, ਉਹ ਜਿਹੜਾ ਏਰੀਆ ਸੀਗਾ ਉਹ B ਪਿੰਡ ਚਲਾ ਗਿਆ। ਸੰਤ ਸਿੰਘ ਨੂੰ ਲੱਗਿਆ ਵੀ ਇਹ ਤਾਂ ਗਲਤ ਹੋਇਆ ਹੈ, ਇਹ ਜਿਹੜੀ ਬਾਉਂਡਰੀ ਲਾਈਨ ਸਹੀ ਨਹੀਂ ਹੈਗੀ, ਇਹ ਖੇਤ ਤਾਂ ਮੇਰਾ ਪਾਰਟੀਕੂਲਰ ਮੇਰਾ ਖੇਤ ਹੈਗਾ, ਮੈਂ ਇੰਨੀ ਦੇਰ ਤੋਂ ਬੰਦ ਆ ਰਿਹਾ, ਪੁਰਾਣੇ ਜ਼ਮਾਨੇ ਤੋਂ ਬੰਦ ਆ ਰਹੇ ਹਾਂ, ਸਾਲਾਂ ਤੋਂ ਬਾਅਦ ਸਾਲਾਂ ਬੱਧੀ ਬੰਦ ਆ ਰਿਹਾ, ਮੇਰੇ ਬਜ਼ੁਰਗ ਬੰਦੇ ਆ ਰਹੇ ਪਹਿਲਾਂ। ਉਹਨੂੰ ਜਸਟ ਆਈਡੀਆ ਲੱਗਦਾ ਵੀ ਇਹ ਖੇਤ ਹੈ ਹੀ ਮੇਰਾ, ਇਹ ਡਿਮਾਰਕੇਸ਼ਨ 'ਚ ਕੋਈ ਗਲਤੀ ਲੱਗਦੀ ਹੈ, ਹੋ ਸਕਦਾ ਹੋਈ ਹੋਵੇ, ਤੇ ਖੇਤ ਉਹ ਚਲਾ ਗਿਆ B ਪਿੰਡ ਦੇ ਵਿੱਚ, ਤਾਂ ਕੀ ਹੈ ਉਹ ਆਪਣੀ ਅਰਜ਼ੀ ਦੇ ਸਕਦਾ ਹੈ। ਉਹਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ, ਕਲੈਕਟਰ ਦੀ ਐਪਲੀਕੇਸ਼ਨ, ਉਹਦੀ ਅਰਜ਼ੀ ਜਾਏਗੀ। ਤਾਂ ਜੇ ਕਲੈਕਟਰ ਸੈਟੀਸਫਾਈ ਹੁੰਦਾ ਇਸ ਗੱਲ ਤੋਂ, ਤਾਂ ਉਸ ਨੂੰ ਹੋਲਡ ਕਰ ਸਕਦਾ ਹੈ, ਜਿਹੜਾ ਉਹਦਾ ਦਰਦ ਹੈ, ਉਹਦਾ ਰਾਈਟਸ ਹੈ। ਅਦਰਵਾਈਜ਼ ਤਾਂ ਜਦੋਂ A ਪਿੰਡ ਦਾ ਰਕਬਾ ਬਾਉਂਡਰੀ ਲਾਈਨ ਬਣ ਗਈ, ਜਿਹੜੇ ਖੇਤ A 'ਚ ਆ ਗਏ ਇਹਦੇ ਲੋਕਾਂ ਦੇ ਬਣ ਗਏ, ਜਿਹੜੇ ਖੇਤ B ਪਿੰਡ 'ਚ ਆ ਗਏ ਉਹ B ਪਿੰਡ ਦੇ ਲੋਕਾਂ ਦੇ ਬਣ ਗਏ। ਪਰ ਜਦੋਂ ਇਦਾਂ ਦਾ ਕੋਈ ਕੇਸ ਪਾਰਟੀਕੂਲਰ ਨਜ਼ਰ ਦੇ ਵਿੱਚ ਆਉਂਦਾ ਹੈ, ਤਾਂ ਜਿਹੜਾ ਕਲੈਕਟਰ ਵੱਲੋਂ ਉਹਦਾ ਜਿਹੜਾ ਰਾਈਟ ਹੈ ਰਿਜ਼ਰਵ ਕਰ ਲਿਆ ਜਾਂਦਾ ਹੈ ਫਾਰ ਫਰਦਰ ਪ੍ਰੋਸੀਡਿੰਗ, ਫਰਦਰ ਇਨਕੁਆਇਰੀ ਦੇ ਲਈ ਉਹਦਾ ਰਾਈਟ ਹੈ ਰਿਜ਼ਰਵ ਕਰ ਲਿਆ ਜਾਂਦਾ ਹੈ। ਉਹ ਰਕਬਾ ਜਿਹੜਾ ਟ੍ਰਾਂਸਫਰ ਨਹੀਂ ਕੀਤਾ ਜਾਂਦਾ B ਪਿੰਡ ਨੂੰ, ਉਸ ਰਕਬੇ ਨੂੰ ਰਿਜ਼ਰਵ ਕਰਕੇ ਫਰਦਰ ਕਾਰਵਾਈ ਸਟਾਰਟ ਕੀਤੀ ਜਾਂਦੀ ਹੈ। ਜਾਣੀ ਕਿ ਜਿਹੜੀ ਬਾਉਂਡਰੀ ਲਾਈਨ ਪਹਿਲਾਂ ਬਣਾ ਦਿੱਤੀ ਗਈ, ਉਹ ਜਿਹੜਾ ਆਰਡਰ ਕਲੈਕਟਰ ਨੇ ਕੀਤਾ ਸੀਗਾ, ਉਸ ਆਰਡਰ ਨੂੰ ਸਸਪੈਂਡ ਕਰਤਾ ਜਾਂਦਾ ਹੈ, ਉਸ ਬਾਉਂਡਰੀ ਲਾਈਨ ਨੂੰ, ਉਸ ਆਰਡਰ ਨੂੰ, provided that if the by the operation of this section the proprietary or any other rights in any land which at the time of the boundary line is fixed under cultivation reasonably, collector shall by written order direct that the rights of such land shall transferred under, ਜਦੋਂ ਪ੍ਰਾਪਰਟੀ A ਪਿੰਡ ਦੇ ਮਾਲਕਾਂ ਦੀ ਪ੍ਰਾਪਰਟੀ A ਕੋਲੇ ਆ ਗਈ, B ਪਿੰਡ ਦੇ ਮਾਲਕਾਂ ਦੀ ਪ੍ਰਾਪਰਟੀ B ਕੋਲੇ ਆ ਗਈ, ਪਰ ਬਾਹਰ ਹੈ ਆਪੋਜ਼ਿਟ ਪਾਰਟੀਆਂ, ਤਾਂ ਕਲੈਕਟਰ ਵੱਲੋਂ ਇੱਕ ਆਰਡਰ ਕੀਤਾ ਜਾਂਦਾ ਹੈ ਵੀ ਇਹ ਰਕਬਾ ਉਹਨੂੰ ਟ੍ਰਾਂਸਫਰ ਕੀਤਾ ਜਾਵੇ, ਇਹ ਰਕਬਾ ਉਹਨਾਂ ਲੋਕਾਂ ਨੂੰ ਟ੍ਰਾਂਸਫਰ ਕੀਤਾ ਜਾਵੇ। ਇਹ ਜਿਹੜਾ ਕਲੈਕਟਰ ਵੱਲੋਂ ਆਰਡਰ ਹੋਇਆ ਹੁੰਦਾ ਹੈ, ਇਸ ਨੂੰ ਫਾਰ ਦਾ ਟਾਈਮ ਬਿੰਗ ਸਸਪੈਂਡ ਰੱਖਿਆ ਜਾਂਦਾ ਹੈ, ਰਿਜ਼ਰਵ ਰੱਖਿਆ ਜਾਂਦਾ ਹੈ ਐਪਲੀਕੇਸ਼ਨ ਆਉਣ ਤੇ। ਉਹ ਆਰਡਰ ਦਾ ਜਿਹੜਾ ਹੈਗਾ ਉਹ ਇੰਪਲੀਮੈਂਟ ਐਗਜ਼ੀਕਿਊਟ ਨਹੀਂ ਕੀਤਾ ਜਾਂਦਾ। ਫਿਰ ਕੀ ਹੁੰਦਾ ਹੈ ਉਸ ਤੋਂ ਬਾਅਦ, provided further that when any portion of the land specified in any produce cease to be reasonably fit for cultivation, ਜਦੋਂ ਇਨਕੁਆਇਰੀ ਕਰਨ ਉਪਰੰਤ ਕਲੈਕਟਰ ਨੂੰ ਲੱਗਦਾ ਨਹੀਂ ਇਹ ਗੱਲ ਗਲਤ ਹੈਗੀ ਹੈ, ਜਿਹੜਾ ਮੇਰਾ ਆਰਡਰ ਹੈ ਮੈਂ ਸਸਪੈਂਡ ਕੀਤਾ ਸੀ, ਰਿਜ਼ਰਵ ਕੀਤਾ ਸੀਗਾ, ਉਹ ਗਲਤ ਹੈਗਾ, ਤੇ ਜਿਹੜੀ ਇਹ ਪ੍ਰਾਪਰਟੀ ਉਸ ਨੂੰ ਵਾਪਸ ਜਾਣੀ ਚਾਹੀਦੀ ਹੈ, ਤਾਂ ਜਿਹੜਾ ਆਪਦੇ ਕੀਤੇ ਹੋਏ ਆਰਡਰ ਨੂੰ ਹੈ ਉਹ ਰਿਵੋਕ ਕਰ ਸਕਦਾ ਹੈ ਰੈਵਨਿਊ ਆਫਿਸਰ ਕਲੈਕਟਰ ਵੱਲੋਂ। ਰਿਵੋਕ ਆਰਡਰ ਮੇਕ ਅੰਡਰ ਪ੍ਰੋਵੀਜ਼ੋ 1, ਪ੍ਰੋਵੀਜ਼ੋ 1 ਦੇ ਵਿੱਚ ਜਿਹੜਾ ਆਰਡਰ ਦਿੱਤਾ ਹੋਇਆ ਕਲੈਕਟਰ ਵੱਲੋਂ ਰਿਜ਼ਰਵ ਰਾਈਟ ਰੱਖੇ ਸੀ, ਉਹਦੀ ਪ੍ਰਾਪਰਟੀ ਟ੍ਰਾਂਸਫਰ ਨਹੀਂ ਸੀ ਕੀਤੀ ਗਈ। ਜੇਕਰ ਇਨਕੁਆਇਰੀ ਉਪਰੰਤ ਲੱਗਦਾ ਵੀ ਇਹ ਜਿਹੜਾ ਆਰਡਰ ਮੈਂ ਰਿਜ਼ਰਵ ਰੱਖਿਆ ਸੀਗਾ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਗਲਤ ਹੈਗੀ ਹੈ, ਤੇ ਫਿਰ ਆਪਦੇ ਆਰਡਰ ਨੂੰ ਰਿਵੋਕ ਕਰਕੇ ਤੇ ਜਿਹੜਾ ਹੈਗਾ ਟ੍ਰਾਂਸਫਰ ਦਾ ਜਿਹੜਾ ਪ੍ਰਾਪਰਟੀ ਦੁਬਾਰਾ ਟ੍ਰਾਂਸਫਰ ਕੀਤੀ ਜਾ ਸਕਦੀ ਹੈ ਫਰਦਰ B ਪਿੰਡ ਦੇ ਲੋਕਾਂ। ਅੱਗੇ ਆ ਗਿਆ ਜੀ ਇਹਦਾ 101 ਦਾ ਸਬਸੈਕਸ਼ਨ B, ਸਬਸੈਕਸ਼ਨ 2, the decision of the collector as to whether for the purpose of the proviso 1 of this section any land is or is not reasonably fit for cultivation or does not yield any produce of substantial value shall be final। ਜਿਹੜਾ ਵੀ ਆਰਡਰ ਕਮਿਸ਼ਨਰ ਵੱਲੋਂ, ਜਿਹੜਾ ਵੀ ਆਰਡਰ ਕਲੈਕਟਰ ਵੱਲੋਂ ਕੀਤਾ ਗਿਆ ਹੈ,
ਕਲੌਜ਼ ਪ੍ਰੋਵੀਜ਼ੋ 1 ਦੇ ਵਿੱਚ ਤੇ ਪ੍ਰੋਵੀਜ਼ੋ 2 ਦੇ ਵਿੱਚ, that will be final। ਇਹ ਸਬਸੈਕਸ਼ਨ 2 ਦੇ ਵਿੱਚ ਕਿਹਾ ਗਿਆ। ਅੱਗੇ ਸੈਕਸ਼ਨ 101C, application for immediate transfer of rights reserved under the proviso to subsection 1 of section 100B। ਇੱਥੇ ਕਿਹਾ ਗਿਆ ਜੀ, ਮੰਨ ਲਓ ਉਹੀ ਗੱਲ ਆਪਾਂ ਕਰਦੇ ਹਾਂ, ਪ੍ਰਾਪਰਟੀ ਸੀਗੀ, ਇਹ ਪਿੰਡ ਦੇ ਬੰਦੇ ਵਾਹ ਰਹੇ ਸੀਗੇ, ਸੰਤ ਸਿੰਘ ਨਾਮ ਦਾ ਬੰਦਾ ਵਿਅਕਤੀ ਸੀ ਜਿਹੜਾ ਪ੍ਰਾਪਰਟੀ ਏ ਨੂੰ ਵਾਹ ਰਿਹਾ ਸੀਗਾ, ਪ੍ਰਾਪਰਟੀ ਚਲੀ ਗਈ ਬੀ ਪਿੰਡ ਦੇ ਵਿੱਚ। ਇੱਥੇ ਆ ਕੇ ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਜੇ ਕੋਈ ਵਿਅਕਤੀ ਬੰਦਾ ਐਪਲੀਕੇਸ਼ਨ ਦਿੰਦਾ ਵੀ ਮੈਂ ਤੋਂ ਜੀ ਮੁਆਵਜ਼ਾ ਲੈ ਲਓ, ਇਹ ਜ਼ਮੀਨ ਨੂੰ ਮੈਂ ਨਹੀਂ ਛੱਡ ਸਕਦਾ, ਇਹ ਮੈਨੂੰ ਹੀ ਦਿੱਤੀ ਜਾਵੇ ਕਿਉਂਕਿ ਮੈਂ ਇੰਨੇ ਸਾਲ ਤੋਂ ਬਾਹਰ ਹਾਂ, ਤੁਹਾਡੀ ਡਿਮਾਰਕੇਸ਼ਨ ਹੈ ਪਤਾ ਨਹੀਂ, ਮੈਨੂੰ ਸਮਝ ਨਹੀਂ ਆਈ ਵੀ ਗਲਤ ਹੈ ਜਾਂ ਠੀਕ ਹੈਗੀ ਹੈ, ਪਰ ਚਲੋ ਠੀਕ ਹੈ। ਫਿਰ ਵੀ ਜੇ ਤੁਸੀਂ ਇਹ ਪ੍ਰਾਪਰਟੀ ਬੀ ਪਿੰਡ ਨੂੰ ਦੇਣਾ ਚਾਹੁੰਦੇ ਹੋ, ਬੀ ਪਿੰਡ ਨੂੰ ਨਾ ਦਿਓ ਤੇ ਪ੍ਰਾਪਰਟੀ ਮੇਰੇ ਕੋਲ ਹੀ ਛੱਡ ਦਿਓ, ਮੈਂ ਤੁਹਾਨੂੰ ਇਹਦਾ ਮੁਆਵਜ਼ਾ ਅਦਾ ਕਰਦਾ। ਠੀਕ ਹੈ ਜੀ। ਇਹਦੇ ਵਿੱਚ ਫਿਰ ਕੀ ਹੁੰਦਾ ਹੈ, apply in writing to the collector, ਉਹ ਆਪਣੀ ਅਰਜ਼ੀ ਦੇਗਾ ਕਲੈਕਟਰ ਦੇ, forfeit transfer of the rights, the transfer of which has been suspended by such order upon the payment of the compensation for the same। ਜੋ ਕੰਪਨਸੇਸ਼ਨ ਜਮ੍ਹਾਂ ਕਰਾ ਹੁੰਦਾ ਹੈ ਤਾਂ ਜਿਹੜਾ ਟ੍ਰਾਂਸਫਰ ਦਾ ਜਿਹੜਾ ਆਰਡਰ ਕੀਤਾ ਹੈ ਕਲੈਕਟਰ ਵੱਲੋਂ ਉਹ ਸਸਪੈਂਡ ਕਰਤਾ ਜਾਂਦਾ ਹੈ, ਉਹ ਤੋਂ ਪੇਮੈਂਟ ਜਮ੍ਹਾਂ ਕਰਵਾ ਕੇ ਉਹ ਜਿਹੜੀ ਪੇਮੈਂਟ ਹੈਗੀ ਆ ਉਹ ਕੰਸਰਨ ਪਰਸਨ ਨੂੰ ਜਿਹਦੇ ਚ ਉਹ ਫਾਲ ਕਰਦੀ ਸੀ ਪ੍ਰਾਪਰਟੀ, ਜਿਹੜੇ ਪਿੰਡ ਚ ਫਾਲ ਕਰਦੀ ਸੀ, ਉਹਦੇ ਜਿਹੜਾ ਲੈਂਡ ਓਨਰ ਜਿਹੜਾ ਬੰਦਾ ਸੀਗਾ, ਉਹ ਜਿਹੜੀ ਕੰਪਨਸੇਸ਼ਨ ਦੀ ਅਮਾਉਂਟ ਹੈਗੀ ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਉਸ ਵਿਅਕਤੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਜਿਹੜਾ ਪੋਜੀਸ਼ਨ ਹੈ ਟ੍ਰਾਂਸਫਰ ਨਹੀਂ ਕੀਤਾ ਜਾਂਦਾ। ਠੀਕ ਹੈ ਜੀ। ਫਿਰ ਹੁਣ ਇੱਥੇ ਆ ਗਿਆ ਅਵਾਰਡ ਆਫ ਕੰਪਨਸੇਸ਼ਨ ਐਂਡ ਐਕਸਟਿੰਗੁਇਸ਼ ਆਫ ਦ ਰਾਈਟਸ ਆਫ देयर बाय। ਵੀ ਜਿਹੜੀ ਅਵਾਰਡ ਹੈ ਕੰਪਨਸੇਸ਼ਨ ਕਿੰਨਾ ਦੇਣਾ ਹੈ, ਹੁਣ ਪ੍ਰਾਪਰਟੀ ਦਾ ਅਸੀਂ ਸੰਤ ਸਿੰਘ ਕੋਲੇ ਛੱਡ ਦਿੱਤੀ, ਏ ਪਿੰਡ ਦੇ ਵਿਅਕਤੀ ਕੋਲੇ ਪ੍ਰਾਪਰਟੀ ਜਾਣੀ ਸੀ ਬੀ ਪਿੰਡ ਦੇ ਵਿਅਕਤੀ ਕੋਲੇ, ਅਸੀਂ ਛੱਡਤੀ ਸੰਤ ਸਿੰਘ ਏ ਪਿੰਡ ਦੇ ਵਿਅਕਤੀ ਕੋਲੇ ਪ੍ਰਾਪਰਟੀ ਛੱਡ ਦਿੱਤੀ, ਤਾਂ ਜਿਹੜੀ ਉਹਦੀ ਅਵਾਰਡ ਦੀ ਅਮਾਉਂਟ ਹੈ ਉਸ ਬੀ ਪਿੰਡ ਦੇ ਮਾਲਕਾਂ ਨੂੰ ਜਿਹੜੀ ਪ੍ਰਾਪਰਟੀ ਜਾਣੀ ਸੀ ਉਹ ਅਵਾਰਡ ਕਿੰਨੀ ਹੋਣੀ ਚਾਹੀਦੀ ਹੈ, ਉਹਦੀ ਅਮਾਉਂਟ ਕਿੰਨੀ ਹੋਣੀ ਚਾਹੀਦੀ ਹੈ, ਉਹ ਆਪਾਂ ਗੱਲ ਕਰ ਰਹੇ ਹਾਂ ਵੀ ਉਹਦੇ ਲਈ ਕੀ ਪ੍ਰੋਸੈਸ ਹੋਏਗਾ। ਮੰਨ ਲਓ ਬੰਦੇ ਨੇ ਐਪਲੀਕੇਸ਼ਨ ਦਿੱਤੀ ਵੀ ਮੈਂ ਕੰਪਨਸੇਸ਼ਨ ਦੇਣ ਲਈ ਤਿਆਰ ਹਾਂ, ਫਿਰ ਕੀ ਹੋਏਗਾ, ਸਬਸੈਕਸ਼ਨ 2 ਦੇ ਤਹਿਤ ਕਲੌਜ਼ ਏ, ਫਿਕਸ ਏ ਡੇ ਫਾਰ ਦਾ ਹੀਅਰਿੰਗ ਆਫ ਦਾ ਐਪਲੀਕੇਸ਼ਨ, ਉਹਦੀ ਅਰਜ਼ੀ ਦੀ ਸੁਣਵਾਈ ਹੈ ਕਲੈਕਟਰ ਵੱਲੋਂ ਕੀਤੀ ਜਾਏਗੀ। ਉਹਦੇ ਲਈ ਕੀ ਹੈ, ਕਲੌਜ਼ ਏ ਦੇ ਤਹਿਤ ਇੱਕ ਡੇ ਫਿਕਸ ਕੀਤਾ ਜਾਵੇਗਾ ਵੀ ਜਿਹਦੀ ਅਰਜ਼ੀ ਹੈ ਉਹਦੇ ਤੇ ਸੁਣਵਾਈ ਰੱਖੀ ਜਾਂਦੀ ਹੈ। ਫਿਰ ਕੀ ਹੈ, ਕਲੌਜ਼ ਬੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ, ਜਿਹੜੇ ਦੂਜੇ ਪਿੰਡ ਦੇ ਮਾਲਕ ਨੇ ਜਿਨ੍ਹਾਂ ਨੂੰ ਉਹ ਰਕਬਾ ਜਾਂਦਾ ਸੀਗਾ, ਠੀਕ ਹੈ ਜੀ, ਜਿਨ੍ਹਾਂ ਨੂੰ ਜਿਹੜੇ ਇੰਟਰਸਟਡ ਪਰਸਨ ਸੀਗੇ ਜਿਨ੍ਹਾਂ ਨੂੰ ਰਕਬਾ ਇਹ ਜਾਂਦਾ ਸੀ ਬੀ ਪਿੰਡ ਦੇ ਮਾਲਕਾਂ ਨੂੰ, ਉਹਨਾਂ ਸਾਰਿਆਂ ਨੂੰ ਨੋਟਿਸ ਦਿੱਤਾ ਜਾਏਗਾ, ਨੋਟਿਸ ਹੋਵੇਗਾ ਅਪੋਨ ਦਾ ਡੇ ਸੋ ਫਿਕਸ, ਜਿਹੜਾ ਦਿਨ ਫਿਕਸ ਕੀਤਾ ਗਿਆ। ਅੱਗੇ ਸੀ ਪਾਰਟ ਹੈ, ਸੀ ਕਲੌਜ਼ ਹੈ, ਜਿਹੜਾ ਦਿਨ ਫਿਕਸ ਕੀਤਾ ਗਿਆ ਉਸ ਦਿਨ ਦੇ ਉੱਪਰ ਧਿਰਾਂ ਨੂੰ ਸੁਣਿਆ ਜਾਏਗਾ, ਸਾਰੀਆਂ ਨੂੰ, ਐਪਲੀਕੈਂਟ ਨੂੰ ਨਹੀਂ ਸੁਣਿਆ ਜਾਏਗਾ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਨੇ ਕੰਸਰਨ ਇੰਟਰਸਟਡ ਪਾਰਟੀਜ਼, ਕੰਸਰਨ ਪਾਰਟੀਜ਼, ਸਾਰਿਆਂ ਨੂੰ ਸੁਣਿਆ ਜਾਏਗਾ। ਇਨਕੁਆਇਰੀ ਇਨਟੂ ਦਾ ਰਾਈਟਸ in the land and award compensation in respect of the rights found established therein to the persons severally entitled thereto। ਉਹਦੀ ਜਿਹੜੀ ਕੰਪਨਸੇਸ਼ਨ ਦੀ ਜਿਹੜੀ ਅਮਾਉਂਟ ਹੈ ਉਹ ਪਿੰਡ ਦੇ ਲੋਕਾਂ ਤੋਂ ਪੁੱਛਾ ਕੇ ਵੀ ਕਿੰਨੀ ਬਣਨੀ ਚਾਹੀਦੀ ਹੈ, ਜ਼ਮੀਨ ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ, ਉਹ ਫਿਕਸ ਕਰ ਦਿੱਤੀ ਜਾਂਦੀ ਹੈ। to the persons severally entitled thereto, ਵੱਖ-ਵੱਖ ਬੰਦੇ ਵੀ ਹੋ ਸਕਦੇ ਨੇ, ਪ੍ਰੋਪੋਰਸ਼ਨਲੀ ਕਿੰਨਾ ਏਰੀਆ ਕਿਸ ਦਾ ਬਣਦਾ ਸੀਗਾ ਉਹਦੇ ਅਕੋਰਡਿੰਗ ਪ੍ਰੋਪੋਰਸ਼ਨਲੀ ਜਿਹੜੀ ਅਮਾਉਂਟ ਹੈ ਉਹ ਫਿਕਸ ਕੀਤੀ ਜਾਂਦੀ ਹੈ। ਆਰਡਰ ਮਤਲਬ ਕਿ ਇੱਕ ਰਿਕਾਰਡ ਤਿਆਰ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕਲੈਕਟਰ ਵੱਲੋਂ ਇਸ ਵੇਲੇ ਜਦੋਂ LAC ਦੇ ਤਹਿਤ ਅਸੀਂ ਕੋਈ ਜ਼ਮੀਨ ਅਕਵਾਇਰ ਕਰਦੇ ਹਾਂ ਤਾਂ ਪਿੰਡਾਂ ਦੇ ਜਿਹੜਾ ਅਸੈਸਮੈਂਟ ਰਜਿਸਟਰ ਹੈ ਉਹ ਬਣਾਇਆ ਜਾਂਦਾ, ਡਿਸਬਰਸਮੈਂਟ ਰਜਿਸਟਰ ਬਣਾਇਆ ਜਾਂਦਾ ਹੈ। ਇੱਦਾਂ ਦਾ ਜਿਹੜਾ ਰਿਕਾਰਡ ਹੈ ਅਸੈਸਮੈਂਟ ਤੇ ਡਿਸਬਰਸਮੈਂਟ ਦਾ ਉਹ ਤਿਆਰ ਕੀਤਾ ਜਾਵੇਗਾ ਪੇਮੈਂਟ ਦੇਣ ਦੀ ਖਾਤਰ। ਕਲੌਜ਼ ਡੀ ਕੀ ਕਹਿੰਦੀ ਹੈ ਜੀ, ਇਨਫੋਰਮ ਦਾ ਐਪਲੀਕੈਂਟ ਆਫ ਦਾ ਐਗਰੀਗੇਟ ਅਮਾਊਂਟ ਆਫ ਦਾ ਕੰਪਨਸੇਸ਼ਨ ਸੋ ਆਰਡਰਡ and require him to deposit the amount with the collector on or before a date to be so fixed by fix him in the behalf। यानी कि अवार्ड तैयार करके रिकॉर्ड तैयार करके टोटल अमाउंट का ਜਿਹੜਾ ਹੈਗਾ ਅਵਾਰਡ ਦੀ ਜਿਹੜੀ ਅਮਾਉਂਟ ਹੈ ਐਪਲੀਕੈਂਟ ਨੂੰ ਉਹਦੇ ਤੋਂ ਜਾਣੂ ਕਰਵਾਇਆ ਜਾਂਦਾ ਹੈ ਵੀ ਇਹ ਜਿਹੜੀ ਤੁਹਾਡੀ ਤੁਸੀਂ ਜੇ ਜ਼ਮੀਨ ਇਹ ਰੱਖਣੀ ਹੈ ਤਾਂ ਜਿਹੜੀ ਇਹਦੀ ਅਮਾਉਂਟ ਹੈ 5 ਲੱਖ ਜਾਂ 6 ਲੱਖ ਬਣਦੀ ਹੈ, ਤੁਸੀਂ ਉਹ ਕਲੈਕਟਰ ਦੇ ਖਾਤੇ 'ਚ ਜਮ੍ਹਾਂ ਕਰਾਓ
जो तक जे तुसी जमा करवाओगे ਤਾਂ ਜਿਹੜਾ ਇਹ ਆਰਡਰ ਹੈਗਾ ਤਦ ਹੀ ਉਹਨੂੰ ਸਸਪੈਂਡ ਕੀਤਾ ਜਾਵੇਗਾ ਜਦੋਂ ਉਹ ਉਸ ਤੋਂ ਮਤਲਬ ਕਿ ਡਿਮਾਂਡ ਕੀਤੀ ਜਾਂਦੀ ਹੈ ਵੀ ਤੁਸੀਂ ਪੇਮੈਂਟ ਜਮ੍ਹਾਂ ਕਰਵਾਓ। ਠੀਕ ਹੈ ਜੀ। ਅਮਾਉਂਟ ਡੇ ਫਿਕਸਡ ਵਿਦ ਅ ਕਲੈਕਟਰ ਪ੍ਰੋਵਾਈਡਡ ਫਰਦਰ ਕੀ ਹੈਗਾ notwithstanding anything in this subsection contained it shall be the lawful for the collector in his discretion and at any time before an award of compensation thereon has been made to reject any application made under this subsection। ਇੱਥੇ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਇਦਾਂ ਦੀ ਜਿਹੜੀ ਕੋਈ ਅਰਜ਼ੀ ਆਂਦੀ ਹੈ ਤਾਂ ਉਹਨੂੰ ਜੇ ਕਲੈਕਟਰ ਚਾਹੇ ਤਾਂ ਕਿਸੇ ਵੇਲੇ ਰਿਜੈਕਟ ਵੀ ਕਰ ਸਕਦਾ ਹੈ। ਨੈਕਸਟ ਹੈਗਾ ਜੀ ਸਬਸੈਕਸ਼ਨ 3 in awarding compensation under subsection 2 the collector shall be guided by the provisions of section 23 ਤੇ 24 on land acquisition act 1894। ਦੇਖੋ ਇੱਥੇ ਉਹੀ ਗੱਲ ਆ ਜਿਹੜੇ ਆਪਾਂ ਪਹਿਲਾਂ ਮੂਹਰੇ ਕਰ ਰਹੇ ਹਾਂ ਵੀ ਇੱਥੇ ਲੈਂਡ ਐਕੁਜੀਸ਼ਨ ਐਕਟ ਦੀ ਐਪਲੀਕੇਸ਼ਨ ਅਪਲਾਈ ਹੋਏਗਾ। ਮਤਲਬ ਕੀ ਹੈ ਉਹ ਪਿੰਡ ਦੇ ਰਜਿਸਟਰੀਆਂ ਦੀ ਵੈਲਿਊ ਦੇਖੀ ਜਾਵੇਗੀ, ਐਵਰੇਜ ਵੈਲਿਊ ਕੱਢੀ ਜਾਏਗੀ, ਪਿੰਡ ਦੀ ਮਾਰਕੀਟ ਰੇਟ ਦੇਖਿਆ ਜਾਵੇਗਾ। ਠੀਕ ਹੈ ਜੀ। ਲੈਂਡ ਐਕੁਜੀਸ਼ਨ ਐਕਟ ਦੀ ਜਿਹੜੀ ਧਾਰਾ 23 ਹੈ ਤੇ 24 ਹੈ ਵੈਸੇ ਤਾਂ ਹੁਣ ਦੇਖਿਆ ਜਾਵੇ ਇਹ ਨਵਾਂ ਫੇਅਰ ਕੰਪਨਸੇਸ਼ਨ ਐਕਟ ਬਣ ਚੁੱਕਿਆ ਪਰ ਚਲੋ ਇਹ ਪਹਿਲਾਂ ਤੋਂ ਬਣੇ ਹੋਏ ਨੇ ਸਾਰੇ ਸੈਕਸ਼ਨਸ ਵੀ ਲੈਂਡ ਐਕਟ ਦੀ ਲੈਂਡ ਐਕੁਜੀਸ਼ਨ ਐਕਟ ਦੇ ਅਕੋਰਡਿੰਗ ਜਿਹੜੀ ਅਮਾਉਂਟ ਹੈ ਉਹ ਫਿਕਸ ਕੀਤੀ ਜਾਵੇਗੀ। ਫਿਰ ਕੀ ਹੈ ਜੀ ਸੈਕਸ਼ਨ ਸਬਸੈਕਸ਼ਨ 4 ਚ ਕੀ ਹੈਗਾ ਅਪੋਨ ਦਾ 15 ਡੇ ਆਫ ਮਈ ਮੰਨ ਲਓ ਬੰਦਾ ਪੇਮੈਂਟ ਜਮ੍ਹਾਂ ਕਰਾ ਦਿੰਦਾ ਹੈ। ਪੇਮੈਂਟ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜੀ 15 ਮਈ ਦੀ ਡੇਟ ਆਉਂਦੀ ਹੈ ਪੇਮੈਂਟ ਜਮ੍ਹਾਂ ਕਰਵਾਤੀ 15 ਮਈ ਦੀ ਡੇਟ ਜਿਹੜੀ ਆਉਂਦੀ ਹੈ 15 ਮਈ ਦਾ ਮਤਲਬ ਇੱਥੇ ਕਿਉਂ ਲਿਆ ਗਿਆ ਵੀ ਜਿਹੜੇ ਪੋਜੈਸ਼ਨ ਹੈ ਕਬਜ਼ੇ ਟ੍ਰਾਂਸਫਰ ਹੁੰਦੇ ਨੇ ਉਹ 15 ਮਈ ਤੋਂ ਪਹਿਲਾਂ ਹੋ ਜਾਂਦੇ ਨੇ ਤਾਂ ਕਿ ਜਿਹੜੀ ਸੋਨੇ ਦੀ ਫਸਲ ਹੈ ਦੂਜਾ ਵਿਅਕਤੀ ਬੀਜ ਸਕੇ ਜਿਹਨੂੰ ਉਹ ਪੋਜੈਸ਼ਨ ਦਿੱਤਾ ਜਾਂਦਾ ਹੈ। ਇਸ ਕਰਕੇ ਜਦੋਂ ਵੀ ਅਮਾਉਂਟ ਡਿਪੋਜ਼ਿਟ ਜਦੋਂ ਹੋਗੀ ਤਾਂ ਉਸ ਤੋਂ ਬਾਅਦ ਜਿਹੜੀ 15 ਮਈ ਦੀ ਤਰੀਕ ਆਏਗੀ ਆਰਡਰ ਸੀਜ਼ ਡਿਸਟ੍ਰੀਬਿਊਸ਼ਨ ਆਫ ਦਾ ਪੇਮੈਂਟ ਤੇ ਅਵਾਰਡ ਸੁਣਾ ਦਿੱਤੀ ਜਾਂਦੀ ਹੈ। ਜਿਹੜਾ ਆਰਡਰ ਪਹਿਲਾਂ ਕੀਤਾ ਹੋਇਆ ਹੁੰਦਾ ਰਿਜ਼ਰਵ ਦਾ ਉਹ ਖਤਮ ਹੋ ਜਾਂਦਾ ਹੈ ਤੇ ਜਿਹੜੀ ਪੇਮੈਂਟ ਹੈ ਮਾਲਕਾਂ 'ਚ ਵੰਡ ਦਿੱਤੀ ਜਾਂਦੀ ਹੈ ਤੇ ਕਬਜ਼ਾ ਉਸ ਵਿਅਕਤੀ ਕੋਲੇ ਰਹਿ ਜਾਂਦਾ ਹੈ। ਠੀਕ ਹੈ ਜੀ। ਅੱਗੇ ਸਬਸੈਕਸ਼ਨ 5 ਹੈਗੀ ਹੈ when any order made under proviso to subsection 1 of section 101B under the provision of section 4 of this section cease to operate any determines rights reserved to any person by such order shall be extinguished। ਜਿਹੜਾ ਰਿਜ਼ਰਵ ਦਾ ਰਾਈਟ ਰੱਖਿਆ ਗਿਆ ਸੀ ਕਲੈਕਟਰ ਨੇ ਆਪਦੇ ਕੋਲੇ ਰਾਈਟ ਰਿਜ਼ਰਵ ਕੀਤੇ ਗਏ ਸੀ ਜਿਹੜੇ ਉਹ ਉੱਪਰ ਦੀ ਸਾਰੀ ਕਾਰਵਾਈ ਖਤਮ ਹੋ ਗਈ ਜਦੋਂ ਤਾਂ ਜਿਹੜਾ ਰਾਈਟ ਹੈ ਉਹ ਰਿਜ਼ਰਵ ਦਾ ਉਹ ਵੀ ਆਪਣੇ ਆਪ ਖਤਮ ਹੋ ਜਾਂਦਾ ਹੈ। ਠੀਕ ਹੈ ਜੀ। ਆਪਾਂ ਦੇਖੋ ਜਿਹੋ ਜਿਹਾ ਸਾਡੇ ਤੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਐਗਜ਼ਾਮੀਨਰ ਨੇ ਅਸੀਂ ਉਹ ਮੇਨ ਜਿਹੜਾ ਸੈਕਸ਼ਨ ਹੈ ਉਹ ਤਾਂ ਲਿਖਾਂਗੇ ਮੇਨ ਸੈਕਸ਼ਨ ਜੇ ਲਿਖਾਂਗੇ ਤਾਂ ਹੀ ਅਸੀਂ ਉਹਦਾ ਸਬ ਸੈਕਸ਼ਨ ਲਿਖਾਂਗੇ ਤਦੀ ਹੀ ਅਸੀਂ ਉਹਦੀ ਕਲੌਜ਼ ਲਿਖਾਂਗੇ ਸਬ ਕਲੌਜ਼ ਲਿਖਾਂਗੇ ਤਦੀ ਜਿਹੜਾ ਐਗਜ਼ਾਮੀਨਰ ਹੈ ਉਸ ਪੁਆਇੰਟ ਤੇ ਪਹੁੰਚ ਪਾਏਗਾ ਜਿਹੜਾ ਅਸੀਂ ਆਨਸਰ ਦੇ ਰਹੇ ਹਾਂ। ਪਹਿਲਾਂ ਮੂਰੇ ਐਕਟ ਦਾ ਨਾਮ ਲਿਖਾਂਗੇ, ਐਕਟ ਦਾ ਨਾਮ ਲਿਖ ਕੇ ਸੈਕਸ਼ਨ ਲਿਖਾਂਗੇ, ਸੈਕਸ਼ਨ ਦਾ ਲਾ ਕੇ ਮੰਨ ਲਓ ਅਸੀਂ ਕੁਐਸਚਨ ਇਹ ਜਿਹੜਾ ਪਿੱਛੇ ਲੱਗਿਆ ਹੈਗਾ ਮੰਨ ਲਓ ਸਬਸੈਕਸ਼ਨ 5 ਹੈ ਅਸੀਂ ਸਿਰਫ ਇਹਦਾ ਹੀ ਆਨਸਰ ਦੇਣਾ ਹੈ ਬਾਕੀ ਅਸੀਂ ਸੈਕਸ਼ਨ ਦੇ ਨਾਲ ਕਿਸੇ ਨਾਲ ਕੰਸਰਨ ਨਹੀਂ ਹੈਗੇ ਆਨਸਰ ਦੇ ਨਾਲ। ਕੁਐਸਚਨ ਦਾ ਜਿਹੜਾ ਆਨਸਰ ਹੈ ਸਿਰਫ ਸਬਸੈਕਸ਼ਨ 5 ਦੇ ਵਿੱਚ ਹੈ ਤਾਂ ਅਸੀਂ ਇੱਥੇ ਲਿਖਾਂਗੇ ਇੱਥੋਂ ਸ਼ੁਰੂ ਕਰਕੇ ਪੰਜਾਬ ਲੈਂਡ ਰੈਵਨਿਊ ਐਕਟ 1887 ਸੈਕਸ਼ਨ 101C 101C ਲਿਖ ਕੇ ਇਹਦਾ ਇਹ ਸਬਸੈਕਸ਼ਨ 1 ਹੈ ਫਿਰ ਸਬਸੈਕਸ਼ਨ 2 ਹੈ ਫਿਰ ਸਬਸੈਕਸ਼ਨ 5 ਹੈ 101.5 ਲਿਖਾਂਗੇ 101.5 ਸੈਕਸ਼ਨ 101 ਸੈਕਸ਼ਨ 101C ਤੇ ਉਹਦਾ ਸਬਸੈਕਸ਼ਨ 5 ਇਹ ਲਿਖਾਂਗੇ ਆਪਾਂ। ਠੀਕ ਹੈ ਜੀ। ਅੱਜ ਦਾ ਜਿਹੜਾ ਇਹ ਲੈਸਨ ਹੈਗਾ ਇਹ ਕਾਫੀ ਲੰਮਾ ਪਿਆ ਉਹ ਅੱਜ ਦਾ ਲੈਂਡ ਰੈਵਨਿਊ ਐਕਟ ਦਾ ਜਿਹੜਾ ਸੈਕਸ਼ਨ ਹੈ ਐਕਟ ਦਾ ਜਿਹੜਾ ਆਪਣੀ ਜਿਹੜੀ ਕਲਾਸ ਹੈ ਇੱਥੇ ਮੈਂ ਬੰਦ ਕਰਨ ਲੱਗਿਆ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਜੀ ਉਰਦੂ ਦੀ ਕਲਾਸ ਜੀ। ਇੱਕ 24/2 ਦੇ ਵਿੱਚ ਪੜਾਇਆ ਕਿ ਹੌਲੀਡੇ 'ਚ ਅਸੀਂ ਕੰਮ ਕਰ ਸਕਦੇ ਹਾਂ ਕੰਮ ਕਰ ਸਕਦੇ ਹਾਂ ਨਹੀਂ ਕਿਹਾ
ਕੰਮ ਕਰ ਸਕਦੇ ਨਹੀਂ ਕਿਹਾ, ਵੀ ਕੰਮ ਕਰ ਸਕਦੇ। ਨਹੀਂ ਕੰਮ ਕਰ ਸਕਦੇ ਨਹੀਂ ਕਿਹਾ, ਸਾਨੂੰ ਉੱਥੇ ਖੁੱਲੀ ਛੂਟ ਨਹੀਂ ਦਿੱਤੀ ਗਈ ਵੀ ਅਸੀਂ ਕੰਮ ਕਰ ਸਕਦੇ ਹਾਂ। ਉੱਥੇ ਇਹ ਹੈਗਾ ਵੀ ਜਿਹੜੀ ਹੌਲੀਡੇਜ਼ ਹੈ, ਜੇ ਸਾਡੇ ਤੋਂ ਉਸ ਹੌਲੀਡੇ 'ਚ ਕੋਈ ਕੰਮ ਹੋ ਗਿਆ, that will be valid, not invalid, ਠੀਕ ਹੈ। ਪਰ ਸਾਨੂੰ ਖੁੱਲੀ ਛੂਟ ਨਹੀਂ। there may be some ਸੇਲ ਜਿਹੜੀ ਆ ਉਹ ਫਿਰ ਸੰਡੇ ਨੂੰ ਜਾਂ ਹੌਲੀਡੇ ਨੂੰ ਨਹੀਂ ਕਰਦੇ। there may be some reasons, ਕੋਈ ਕਾਰਨ ਹੋ ਸਕਦਾ ਹੈ ਵੀ ਜਿਹਦੇ ਕਾਰਨ ਸਾਨੂੰ ਜਾਣ ਉੱਥੇ ਫਲੱਡ ਆ ਗਿਆ, ਮੰਨ ਲਓ ਉੱਥੇ ਆਪਾਂ ਇਹ ਥੋੜਾ ਦੇਖਾਂਗੇ ਵੀ ਸੰਡੇ ਹੈ ਜਾਂ ਸੈਟਰਡੇ ਹੈ ਤੇ ਰਾਤ ਦੇ 12 ਵਜੇ ਸਾਨੂੰ ਕੋਈ ਐਸੀ ਘਟਨਾ ਵਾਪਰ ਗਈ, ਅਸੀਂ ਤੇ 24 ਘੰਟੇ ਦੇ ਮੁਲਾਜ਼ਮ ਹਾਂ, ਸਾਨੂੰ ਤਾਂ ਉਸੇ ਵੇਲੇ ਜਾਣਾ ਪਏਗਾ। ਉੱਥੇ ਦੂਜੀ ਵਿਅਕਤੀ ਜੇ ਕਹੇ ਜਾ ਕੇ ਕਹੇਗਾ ਵੀ ਤੁਸੀਂ ਸੰਡੇ ਸੀ ਤੁਸੀਂ ਕੀ ਕਰਨ ਗਏ ਸੀਗੇ, ਸੈਟਰਡੇ ਸੀ ਤੁਸੀਂ ਕੀ ਕਰਨ ਗਏ ਸੀਗੇ, there may be some reasons ਵੀ ਸਾਨੂੰ ਕੋਈ ਜਾ ਕੇ ਕੋਈ ਕੰਮ ਕਰਨਾ ਪੈ ਗਿਆ, ਠੀਕ ਹੈ। ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਵਰਕਲੋਡ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਸਾਡੇ ਕੋਲ 2 ਹਲਕੇ ਨਹੀਂ ਸੀ, ਅਸੀਂ ਤਾਂ ਗਏ ਸੀ, ਮੇਰੇ ਕੋਲ ਵਰਕਲੋਡ ਜ਼ਿਆਦਾ ਸੀ, ਮੇਰੇ ਕੋਲ 20 ਐਪਲੀਕੇਸ਼ਨਾਂ ਪਈਆਂ ਸੀ, ਮੈਂ ਡਿਸਪੋਜ਼ ਆਫ ਕਰਨੀਆਂ ਸੀਗੀਆਂ, ਠੀਕ ਹੈ। ਮਤਲਬ ਕਿ ਸਾਨੂੰ ਇੱਕ ਸਰ ਸੀਗਾ ਕਿ ਜਿਸ ਵੇਲੇ ਹਾਈਐਸਟ ਬਿਡ ਨੂੰ ਅਸੀਂ ਕਰ ਦਿੱਤਾ ਰੈਵਨਿਊ ਅਥਾਰਟੀ ਨੇ ਜੀ, ਬੋਲੀ ਇਹਦੇ ਫਿਰ ਕਰ ਦਿੱਤੀ ਫਾਈਨਲ, ਠੀਕ ਹੈ ਜੀ। ਤਾਂ ਜੇ ਉਹ 25% ਦੇ ਦਿੰਦਾ, ਸਭ ਕੁਝ ਦੇ ਦਿੰਦਾ, ਉਸ ਤੋਂ ਬਾਅਦ ਉਹ ਵਿਦਡਰਾਅ ਆ ਜਾਂਦਾ ਵੀ ਨਹੀਂ ਜੀ ਮੈਂ ਨਹੀਂ ਲੈ ਸਕਦਾ, ਤਾਂ ਉਹਨੂੰ ਸਾਰੇ ਜਿੰਨੇ ਬੋਲੀ ਦੇ ਖਰਚੇ ਅਸੀਂ ਪਾ ਦਿੰਦੇ ਹਾਂ। ਉਹਦੀ 25 ਸਰ ਇੱਕ ਮਿੰਟ ਜੀ, ਕੁਐਸਚਨ ਪੂਰਾ ਮੇਰਾ। ਤਾਂ ਫਿਰ ਉਸ ਤੋਂ ਬਾਅਦ ਜੇ ਸਾਡੀ ਹਾਇਰ ਅਥਾਰਟੀ ਉਹਨੂੰ ਸਾਡੇ ਕਿਤੇ ਨੂੰ ਸਾਰਾ ਸੈਟੀਸਫਾਈਡ ਕਰ ਦਿੰਦੀ ਆ, ਤਾਂ ਇਹ ਜਿਹੜਾ ਹਾਈਐਸਟ ਬਿਡਰ ਹੈ ਕੋਰਟ ਜਾ ਸਕਦਾ ਜੀ। ਜੇ ਇਹ ਚੀਜ਼ ਏਦਾਂ ਬਣੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲਣਾ ਚਾਹੀਦਾ ਖਰਚੇ, ਤੇ ਮੇਰਾ ਕਿਉਂ ਕਲੇਮ ਕਿਉਂ ਬੰਦ ਕਰ ਦਿੱਤਾ ਜੀ? ਇਹ ਕੁਐਸਚਨ ਕਲੀਅਰ ਨਹੀਂ ਹੋਇਆ ਮੈਨੂੰ ਤੁਹਾਡਾ ਦੱਸਣ ਕੀ ਹੈ। ਦੇਖੋ ਇਹਦੇ ਵਿੱਚ ਇਹ ਹੈਗਾ ਵੀ ਇਹਦੇ ਵਿੱਚ ਜਿਹੜਾ ਹਾਈਐਸਟ ਬਿਡਰ ਹੈ ਜੋ ਵਿਡਰੋ ਕਰਦਾ ਹੈ ਆਪਦੇ ਪਾਰਟ ਦੇ ਵਿੱਚ ਵਿਡਰੋ ਕਰ ਰਿਹਾ ਹੈ, ਇਸ ਕਰਕੇ ਜਿਹੜੀ ਉਹਦੀ 25% ਜਿਹੜੀ ਅਮਾਉਂਟ ਹੈ ਉਹ ਹੋ ਜਾਏਗੀ, ਫੋਰਫਿਟ ਹੋ ਜਾਏਗੀ, ਸਰਕਾਰ ਦੇ ਖਾਤੇ ਜਮ੍ਹਾਂ ਹੋ ਜਾਏਗੀ, ਠੀਕ ਹੈ। ਜੇ ਸਰਕਾਰ ਦਾ ਕੋਈ ਕਾਰਨ ਹੈ, ਸਰਕਾਰ ਦੇ ਪੱਧਰ ਤੇ ਜਿਹੜੀ ਉਹਦੀ ਬੋਲੀ ਹੈ, ਆਪਸ਼ਨ ਹੈ, ਜਿਹੜੀ ਉਹ ਕਮਿਸ਼ਨਰ ਵੱਲੋਂ ਮਤਲਬ ਕਿ ਕਨਫਰਮ ਨਹੀਂ ਕੀਤੀ ਜਾਂਦੀ, ਤਾਂ ਹਾਈਐਸਟ ਬਿਡਰ ਦਾ ਕੋਈ ਦੋਸ਼ ਨਹੀਂ ਹੈ, ਫਿਰ ਤਾਂ ਉਹਦੀ 25% ਅਮਾਉਂਟ ਵਾਪਸ ਕਰਨੀ ਪਏਗੀ। ਕੋਰਟ ਚ ਤਾਂ ਨਹੀਂ ਜਾ ਸਕਦਾ ਵੀ ਮੈਨੂੰ ਜੀ ਮੇਰਾ ਜਾ ਕੇ ਮੈਂ ਪੂਰੇ ਕੀਤੇ ਆ ਤਾਂ ਮੈਨੂੰ ਇਹ ਕਿਉਂ ਸੈਟੀਸਫਾਈਡ? ਕੋਰਟ ਜਾਣ ਦਾ, ਸਿਵਲ ਕੋਰਟ ਜਾਣ ਦਾ ਅਧਿਕਾਰ ਸਭ ਕੋਲੇ ਹੈ, ਕੋਈ ਵੀ ਜਾ ਸਕਦਾ ਹੈ, ਕਿਸੇ ਵੀ ਸਟੇਜ ਤੇ ਜਾ ਸਕਦਾ ਹੈ, ਉਹ ਤਾਂ ਆਪਾਂ ਨਹੀਂ ਰੋਕ ਸਕਦੇ ਉਸ ਨੂੰ। ਹਾਂ ਠੀਕ ਹੈ। ਜਿੱਦਾਂ ਜਿਹੜੇ ਡੈਲੀਗੇਸ਼ਨ ਹੈ ਪਾਵਰਸ ਰੈਵਨਿਊ ਅਥਾਰਟੀ ਦੀਆਂ ਕਾਨੂੰਨ ਨੂੰ ਦਿੱਤੀਆਂ ਆ ਕਿ ਜਿਹੜੇ ਡਿਮਾਰਕੇਸ਼ਨ ਅਸਿਸਟੈਂਟ ਕਲੈਕਟਰ ਕਰਦਾ ਕਿ ਇਹ ਜਾ ਕੇ ਮੌਕੇ ਤੇ ਕਰਕੇ ਆਓ, ਪਰ ਉਹਦੇ ਉੱਤੇ ਜਿਸ ਵੇਲੇ ਸਾਡੀ ਰਿਪੋਰਟ ਹੋ ਜਾਂਦੀ ਆ ਸੀਆਰ ਵੱਲੋਂ ਜਾਂ ਰੈਵਨਿਊ ਅਥਾਰਟੀ ਵੱਲੋਂ ਇਹ ਲਿਖਿਆ ਜਾਂਦਾ ਕਿ ਪ੍ਰਵਾਨ ਹੈ ਜੀ। ਪਰ ਜਿਸ ਵੇਲੇ ਸਿਵਲ ਕੋਰਟ ਦੇ ਵਿੱਚ ਗਵਾਹੀ ਹੁੰਦੀ ਫਿਰ ਕਾਨੂੰਨ ਉਹਦੀ ਕਿਉਂ ਹੁੰਦੀ ਆ, ਸੀਆਰ ਉਹਦੀ ਕਿਉਂ ਨਹੀਂ ਹੁੰਦੀ? ਇਹ ਕਿਉਂਕਿ ਪ੍ਰੈਕਟੀਕਲ ਨੌਲੇਜ ਸਾਰੀ ਜ਼ਿਆਦਾ ਕਾਨੂੰਨ ਨੂੰ ਹੁੰਦੀ ਹੈ, ਕਾਨੂੰਨ ਜਾ ਕੇ ਫਿਜ਼ੀਕਲੀ ਮੌਕੇ ਤੇ ਕੀਤਾ ਹੁੰਦਾ ਹੈ, ਇਸ ਕਰਕੇ ਰੈਵਨਿਊ ਜਿਹੜੀ ਸਿਵਲ ਕੋਰਟ ਹੈਗੀ ਆ ਉਹ ਕਾਨੂੰਨ ਨੂੰ ਵੀ ਬੁਲਾ ਸਕਦੀ ਹੈ, ਰੈਵਨਿਊ ਆਫਿਸਰ ਵੀ ਬੁਲਾ ਸਕਦੀ ਹੈ, ਇਹ ਕੋਈ ਬੌਂਡ ਨਹੀਂ ਹੈਗਾ। ਕਿਉਂਕਿ ਪ੍ਰੈਕਟੀਕਲ ਨੌਲੇਜ ਜਿਹੜੀ ਕੀਤੀ ਜਾਂਦੀ ਹੈ ਉਹ ਕਾਨੂੰਨ ਕੋ ਹਲਕਾ ਵੱਲੋਂ ਕੀਤੀ ਹੈ, ਬੈਟਰ ਨੋਨ ਕਾਨੂੰਨ ਕੋ ਇਹਨੇ ਮੌਕੇ ਤੇ ਜਾ ਕੇ ਨਿਸ਼ਾਨਦੇਹੀ ਕੀਤੀ ਹੈ, ਠੀਕ ਹੈ। ਅੰਡਰ ਦਾ ਡਾਇਰੈਕਸ਼ਨਸ ਅੰਡਰ ਸੁਪਰਵਿਜ਼ਨ ਕੀਤੀ ਹੁੰਦੀ ਹੈ ਤਹਿਸੀਲਦਾਰ ਤੇ, ਤਹਿਸੀਲਦਾਰ ਮੌਕੇ ਤੇ ਨਹੀਂ ਗਿਆ ਹੁੰਦਾ, ਤਹਿਸੀਲਦਾਰ ਨੇ ਤੁਹਾਡੇ ਕੀਤੇ ਕੰਮ ਨੂੰ ਕਨਫਰਮ ਕੀਤਾ ਹੁੰਦਾ, ਜਿਵੇਂ ਕਿ ਬੋਲੀ ਕੀਤੀ ਇਹਨੂੰ ਜਾ ਕੇ ਐਫਸੀਆਰ ਕਮਿਸ਼ਨਰ ਕਨਫਰਮ ਕਰਦਾ ਨਾ ਜੀ, ਏਦਾਂ ਹੀ ਤੁਹਾਡੀ ਕੀਤੀ ਇਹਨੂੰ ਕਨਫਰਮ ਵੀ ਕਰ ਸਕਦਾ। ਜੇ ਕੋਈ ਅਰਜੀ ਪਾਰਟੀ ਇੱਥੇ ਆ ਕੇ ਮੈਂ ਕਲੀਅਰ ਕਰ ਦਵਾਂ, ਜੇ ਕੋਈ ਡਿਮਾਰਕੇਸ਼ਨ ਦੇ ਤੁਹਾਡੀ ਕੀਤੀ ਹੋਈ ਡਿਮਾਰਕੇਸ਼ਨ ਦੇ ਸੰਬੰਧ ਵਿੱਚ ਜੇ ਕੋਈ ਵਿਅਕਤੀ ਕੋਈ ਕੰਸਰਨ ਪਾਰਟੀ ਆ ਕੇ ਐਪਲੀਕੇਸ਼ਨ ਦਿੰਦੀ ਹੈ ਤਾਂ ਤੁਹਾਡੀ ਉਹ ਕੀਤੀ ਹੋਈ ਡਿਮਾਰਕੇਸ਼ਨ ਨੂੰ ਰੈਵਨਿਊ ਆਫਿਸਰ ਮਤਲਬ ਕਿ ਫਰਦਰ ਕੰਸੀਡਰ ਕਰ ਸਕਦਾ, ਪਾਰਟੀ ਨੂੰ ਸੁਣ ਕੇ ਉਸ ਨੂੰ ਰੱਦ ਵੀ ਕਰ ਸਕਦਾ, ਉਸ ਨੂੰ ਕਨਫਰਮ ਵੀ ਕਰ ਸਕਦਾ। ਹਾਂ ਜੀ, ਪ੍ਰਵਾਨ ਲਿਖ ਦੇਣਾ ਜੀ ਲਾਸਟ। ਹਾਂ, ਜੋ ਪ੍ਰਵਾਨ ਹੈ ਲਿਖਤਾ ਤਾਂ ਕਨਫਰਮ ਹੈ, ਪ੍ਰਮਾਣ ਲਿਖਤੀ ਕਨਫਰਮ ਹੈ, ਪਰ ਇੱਥੇ ਮਤਲਬ ਕਿ ਰੱਦ ਵੀ ਕੀਤੀ ਜਾ ਸਕਦੀ ਹੈ, ਮੋਡੀਫਾਈ ਵੀ ਕੀਤੀ ਜਾ ਸਕਦੀ ਹੈ, ਮੌਕੇ ਤੇ ਜਾ ਕੇ ਦੁਬਾਰਾ ਵੀ ਮੌਕਾ ਰੱਖਿਆ ਜਾ ਸਕਦਾ ਹੈ। ਮਤਲਬ ਕਿ ਇਹਦੀ ਅਪੀਲੇਬਲ ਆਰਡਰ ਹੈ, ਇਹ ਅਪੀਲੇਬਲ, ਠੀਕ ਹੈ। ਫਰਦਰ ਤਹਿਸੀਲਦਾਰ ਨੇ ਕਰਤੀ, ਤਹਿਸੀਲਦਾਰ ਨੇ ਕਨਫਰਮ ਕਰਤੀ, ਫਰਦਰ ਉਹਦੀ ਅਪੀਲ ਵੀ ਹੋ ਸਕਦੀ ਹੈ। ਜੀ ਨੈਕਸਟ ਆਓ ਜੀ, ਹੁਣ ਆਪਾਂ ਅੱਗੇ ਵਧੀਏ। ਸਰ ਤੁਸੀਂ